ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਇਹੋ ਮਨ ਧਾਵਤ ਤਾਰ ਹੈ ਜਾ ਆਪੇ ਨਦਰ ਕਰੇ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਇਹੋ ਮਨ ਧਾਵਤ ਤਾਰ ਹੈ ਜਾ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰਿ ਨਾਮ ਧਿਆਏ। ਨਾਮ ਨਿਧਾਨ ਸਦ ਮਨ ਵਸੈ ਮਹਿਲੀ ਪਾਵੈ ਥਾਉ। ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸਨੋ ਠੌਰ ਨ ਠਾਉ। ਬਹੁ ਜੋਨੀ ਭਉਦਾ ਫਿਰੈ ਜਿਉ ਸੁਣੈ ਘਰ ਕਾਉ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਲੋਭੀਅਨ ਕੋ ਸੇਵ ਦੇ ਪੜ੍ਹ ਵੇਦਾ ਕਰੈ ਪੁਕਾਰ। ਵਿਖਿਆ ਅੰਦਰ ਪਚ ਮੁਏ ਨਾ ਉਰਵਾਰ ਨ ਪਾਰ। ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਬਾਝੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ। ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ। ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਬਾਝੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ। ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ। ਅਥਾਹ ਅਗੰਮੀ ਬਖਸ਼ਿਸ਼ ਹੋਈ ਸਾਡੇ ਸਾਰਿਆਂ ਤੇ। ਸਮਾਂ ਆਣ ਬਣਿਆ ਅਸੀਂ ਮਹਾਰਾਜ ਜੀ ਨੂੰ ਪੁੱਛੀਏ ਕਿ ਸੱਚੇ ਪਾਤਸ਼ਾਹ ਜੀ ਅਸੀਂ ਬਾਰ-ਬਾਰ ਭੁੱਲਦੇ ਹਾਂ, ਸਾਡੇ ਤੇ ਕਿਰਪਾ ਕਰਕੇ ਆਪ ਜੀ ਅੰਦਰ ਸੋਝੀ ਬਖਸ਼ੋ। ਸਾਨੂੰ ਆਪਣੇ ਮਕਸਦ ਦੀ ਯਾਦ ਰਹੇ। ਅਸੀਂ ਤਕਰੀਬਨ ਆਪਣਾ ਮਕਸਦ ਸਾਰੇ ਹੀ ਭੁੱਲੀ ਬੈਠੇ ਹਾਂ ਤੇ ਗੁਰੂ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਹੈ ਕਿ ਰੋਜ਼ਾਨਾ ਹੀ ਗੁਰੂ ਕਾ ਸਿੱਖ ਹੁਕਮਨਾਮਾ ਸਾਹਿਬ ਸ਼੍ਰਵਣ ਕਰੇ, ਰੋਜ਼ਾਨਾ ਹੀ ਗੁਰੂ ਕੀ ਬਾਣੀ ਦਾ ਜਾਪ ਕਰੇ, ਰੋਜ਼ਾਨਾ ਹੀ ਨਿਤਨੇਮ ਕਰੇ। ਉਹ ਇਸ ਵਾਸਤੇ ਕਿਉਂਕਿ ਮਨੁੱਖ ਭੁੱਲ ਚੁੱਕਾ ਹੈ। ਇਸ ਸੰਸਾਰ ਤੋਂ ਪ੍ਰਭਾਵਿਤ ਇੰਨਾ ਕੁ ਹੋ ਚੁੱਕਾ ਹੈ ਕਿ ਇਸ ਨੂੰ ਚੇਤਾ ਹੀ ਭੁੱਲ ਗਿਆ ਕਿ ਅਸੀਂ ਹੁਣ ਪਹੁੰਚਣਾ ਕਿੱਥੇ ਹੈ। ਤੇ ਜਿਸ ਵੇਲੇ ਕੋਈ ਇਹੀ ਭੁੱਲ ਜਾਏ ਕਿ ਪਹੁੰਚਣਾ ਕਿੱਥੇ, ਤੇ ਫਿਰ ਉਹ ਮਨੁੱਖ ਕਦੀ ਵੀ ਆਪਣੀ ਮੰਜ਼ਿਲ ਉੱਤੇ ਪਹੁੰਚ ਨਹੀਂ ਸਕਦਾ। ਅਸੀਂ ਤਾਂ ਹੀ ਬਾਰ-ਬਾਰ ਯਾਦ ਕਰਦੇ ਹਾਂ। ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ। ਗੁਰਮੁਖ ਅਤੇ ਮਨਮੁਖ ਇਹ ਦੋ ਹੀ ਬਿਰਤੀਆਂ ਪ੍ਰਧਾਨ ਨੇ ਸਾਰੀ ਸ੍ਰਿਸ਼ਟੀ ਵਿੱਚ। ਤੇ ਦਾਤਾ ਜੀ ਕਿਰਪਾ ਕਰਦੇ ਨੇ, ਜੇ ਤੂੰ ਮਨਮੁਖ ਬਣ ਜਾਏਗਾ, ਗੁਰੂ ਤੋਂ ਮੂੰਹ ਮੋੜ ਕੇ ਜੀਵਨ ਬਤੀਤ ਕਰੇਗਾ ਤੇ ਤੇਰੇ ਉੱਤੇ ਕੈਸੇ ਕੈਸੇ ਸੰਕਟ ਆ ਸਕਦੇ ਨੇ ਉਹਦੀ ਵਿਆਖਿਆ ਹੈ। ਤੇ ਜੇ ਤੂੰ ਗੁਰੂ ਦੇ ਸਨਮੁਖ ਹੋ ਕੇ ਗੁਰੂ ਵਾਲਾ ਬਣ ਜਾਏਗਾ ਤੇ ਫਿਰ ਉਸ ਚੀਜ਼ ਦੀ ਵਿਆਖਿਆ ਹੈ, ਫਿਰ ਬਖਸ਼ਿਸ਼ਾਂ ਕਿਵੇਂ ਕਿਵੇਂ ਹੋਣਗੀਆਂ। ਆਓ
ਸੱਚੇ ਪਾਤਸ਼ਾਹ ਜੀ ਪਾਸੋਂ ਸ਼੍ਰਵਣ ਕਰੀਏ ਸਾਡਾ ਮੂਲ ਮਕਸਦ ਕੀ ਹੈ, ਤੇ ਪਹੁੰਚਣ ਦੇ ਮਾਰਗ ਨੂੰ ਬਹੁਤ ਸੁਚੱਜੇ ਢੰਗ ਨਾਲ ਪ੍ਰਤੱਖ ਮਹਾਰਾਜ ਜੀ ਨੇ ਸਾਨੂੰ ਦੱਸਿਆ ਕਿ ਭਾਈ ਤੂੰ ਪਹੁੰਚਣਾ ਕਿਵੇਂ ਹੈ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਮਹਾਰਾਜ ਜੀ ਕਿਰਪਾ ਕਰਦੇ ਨੇ, ਤੂੰ ਉਸ ਪਰਮੇਸ਼ਵਰ ਨੂੰ ਸਭ ਤੋਂ ਪਹਿਲਾਂ ਜਾਣ ਕਿ ਉਹ ਮਰਦਾ ਨਹੀਂ, ਸਦੀਵ ਕਾਲ ਵਾਸਤੇ ਅਟਲ ਹੈ। ਫਿਰ ਉਹ ਇਕੱਲਾ ਅਟਲ ਹੀ ਨਹੀਂ, ਮਰਦਾ ਹੀ ਨਹੀਂ, ਹਾਜ਼ਰ ਨਾਜ਼ਰ ਹੀ ਨਹੀਂ, ਉਹ ਤੇਰਾ ਮਾਲਕ ਹੈ। ਤੇ ਇਕੱਲਾ ਤੇਰਾ ਹੀ ਮਾਲਕ ਨਹੀਂ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ। ਸੱਚਾ ਸਾਹਿਬ ਸੇਵੀ ਹੈ ਭਾਈ, ਤੂੰ ਉਸ ਨੂੰ ਯਾਦ ਕਰ, ਸਿਮਰਨ ਕਰ, ਬੰਦਗੀ ਕਰ ਉਹਦੀ। ਸੱਚ ਵਡਿਆਈ ਦੇ, ਇਸ ਨੂੰ ਦੇ ਇੱਕਦਮ ਨਹੀਂ ਪੜਨਾ, ਦੱਦੇ ਨੂੰ ਲਾ ਹੈ, ਈੜੀ ਨੂੰ ਸਿਹਾਰੀ ਦੇ। ਉਸ ਪਰਮੇਸ਼ਵਰ ਨੂੰ ਹਰ ਵੇਲੇ ਯਾਦ ਕਰਦਾ ਰਹੋ, ਤੇ ਜੇਕਰ ਤੂੰ ਉਹਦਾ ਸਿਮਰਨ ਕਰੇਗਾ ਫਿਰ ਉਹਦੇ ਜਿਤਨੇ ਵੀ ਇਲਾਹੀ ਅਗੰਮੀ ਗੁਣ ਨੇ ਉਹ ਤੇਰੇ ਅੰਦਰ ਪ੍ਰਕਾਸ਼ਮਾਨ ਹੋ ਜਾਣਗੇ। ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਹੁਣ ਸਵਾਲ ਪੈਦਾ ਹੁੰਦਾ ਕਿ ਮੇਰਾ ਮਾਲਕ ਸਰੀਰ ਬਣਾ ਕੇ ਉਹਦੇ ਵਿੱਚ ਆਪ ਬਿਰਾਜਮਾਨ ਹੋ ਗਿਆ, ਹੁਣ ਉਸ ਪਰਮੇਸ਼ਵਰ ਤੱਕ ਪਹੁੰਚਿਆ ਕਿਵੇਂ ਜਾਵੇ। ਹੁਣ ਮਹਾਰਾਜ ਜੀ ਨੇ ਹੀਲਾ ਵਸੀਲਾ ਦੱਸਿਆ, ਸਾਨੂੰ ਭਰੋਸਾ ਕਿੰਨਾ ਹੋਣਾ ਚਾਹੀਦਾ ਹੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੇ ਨਾਲ ਮਨ ਵਸੈ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਹਿਰਦੇ ਦੇ ਵਿੱਚ ਵਸਦਾ ਹੈ। ਇੱਥੇ ਵਸਣ ਦਾ ਅਰਥ ਕੀ ਹੈ ਜੀ? ਪ੍ਰਗਟ ਹੁੰਦਾ ਹੈ, ਸਾਨੂੰ ਪ੍ਰਤੱਖ ਦਿਸਦਾ ਹੈ, ਦਰਸ਼ਨ ਹੁੰਦੇ ਨੇ। ਹਉਮੈ ਦੂਰ ਕਰੇ, ਫਿਰ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ, ਉਹਦੇ ਪ੍ਰਗਟ ਹੋਣ ਦੇ ਨਾਲ ਨਾਸ਼ ਹੁੰਦਾ ਹੈ। ਉਹਦੇ ਪ੍ਰਗਟ ਹੋਣ ਦੇ ਨਾਲ ਨਾਸ਼ ਹੁੰਦਾ ਹੈ। ਇੰਜ ਨਹੀਂ ਕਿ ਪਹਿਲਾਂ ਅਸੀਂ ਇਹ ਕਹੀਏ ਕਿ ਰੱਬ ਕਹਿੰਦਾ ਕਿ ਪਹਿਲਾਂ ਹਉਮੈ ਨਾਸ਼ ਕਰ ਤੇ ਫਿਰ ਉਹ ਪ੍ਰਗਟ ਹੋਏਗਾ। ਸ਼ਬਦਾਂ ਨੂੰ ਫਿਰ ਤੋਂ ਆਪ ਜੀ ਦੇਖਿਓ, ਰੱਬ ਪ੍ਰਗਟ ਹੁੰਦਾ ਹੈ ਤੇ ਫਿਰ ਹਉਮੈ ਦਾ ਨਾਸ਼ ਹੁੰਦਾ ਹੈ। ਹਉਮੈ ਦੇ ਨਾਸ਼ ਤੋਂ ਬਾਅਦ ਰੱਬ ਨਹੀਂ ਪ੍ਰਗਟ ਹੁੰਦਾ। ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਲਈਏ, ਅਸੀਂ ਹਨੇਰੇ ਨੂੰ ਦੂਰ ਕਰਨਾ ਹੈ, ਅਸੀਂ ਹਨੇਰੇ ਨੂੰ ਪਹਿਲਾਂ ਕਹੀਏ ਕਿ ਪਹਿਲਾਂ ਤੂੰ ਭਾਈ ਸਾਡੇ ਘਰੋਂ ਨਿਕਲ ਜਾ। ਜਾਂਦਾ ਕਿ ਨਹੀਂ? ਡਾਂਗਾ ਚੱਕੀਏ। ਹਨੇਰੇ ਨੂੰ ਅਸੀਂ ਸੋਟੀਆਂ ਮਾਰੀਏ, ਡਾਂਗਾ ਮਾਰੀਏ, ਤੇ ਕੋਈ ਦੂਜਾ ਬੰਦਾ ਕਹੇ ਨਹੀਂ ਨਾ ਨਿਕਲਿਆ ਡਾਂਗਾ ਨਾਲ, ਇਹਨੂੰ ਗੋਲੀ ਮਾਰੋ। ਗੋਲੀ ਵੀ ਮਾਰ ਲਈ, ਭਾਵੇਂ ਤੇ ਗਰਨੇਡ ਸੁੱਟੋ, ਭਾਵੇਂ ਐਟਮ ਬੰਬ ਸੁੱਟੋ, ਹਨੇਰੇ ਨੇ ਜਾਣਾ ਨਹੀਂ। ਕਿਉਂਕਿ ਨਿਯਮ ਸਿਰਫ ਇੱਕ ਕੰਮ ਕਰਦਾ ਹੈ। ਇੱਥੇ ਨਿਯਮ ਕੀ ਹੈ? ਸਵਿਚ ਔਨ ਕਰੋ, ਪ੍ਰਕਾਸ਼ ਹੋਏਗਾ, ਹਨੇਰਾ ਵੀ ਖਤਮ ਹੋ ਜਾਏਗਾ। ਇਸੇ ਤਰ੍ਹਾਂ ਜਿਸ ਵੇਲੇ ਗੁਰੂ ਦੇ ਨਾਲ ਜੁੜ ਕੇ ਅਸੀਂ ਗੁਰੂ ਦੇ ਹੁਕਮ ਨੂੰ ਮੰਨਦੇ ਹਾਂ, ਅੰਦਰ ਜਿਵੇਂ ਜਿਵੇਂ ਗੁਰੂ ਕਾ ਸ਼ਬਦ ਵਾਹਿਗੁਰੂ 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 ਅਸੀਂ ਜਪਦੇ ਹਾਂ, ਇਹ ਚਾਨਣ ਦੇ ਨਾਲ ਭਰਿਆ ਹੋਇਆ ਗੁਰਮੰਤਰ ਹੈ, ਸਾਡੇ ਅੰਦਰ ਕਰੋੜਾਂ ਜਨਮਾਂ ਜਨਮਾਂਤਰਾਂ ਦਾ ਹਨੇਰਾ ਦੂਰ ਕਰ ਦਿੰਦਾ, ਖਤਮ ਕਰ ਦਿੰਦਾ। ਮਹਾਰਾਜ ਜੀ ਕਹਿੰਦੇ ਨੇ ਪਰ ਤੈਨੂੰ ਗੁਰੂ ਦੀ ਕਿਰਪਾ ਲੈਣ ਵਾਸਤੇ ਗੁਰੂ ਵਾਲਾ ਬਣਨਾ ਪਵੇਗਾ। ਇਹੋ ਮਨ ਧਾਵਤ ਤਾਰ ਹੈ ਜਾ ਆਪੇ ਨਦਰ ਕਰੇ। ਇਸ ਮਨ ਦਾ ਸੁਭਾਅ ਹੈ ਦੌੜਨਾ। ਧਾਵਤ ਦਾ ਅਰਥ ਹੈ ਦੌੜਦਾ ਹੈ। ਕਿਹਦੇ ਪਿੱਛੇ? ਇਸ ਸੰਸਾਰ ਦੇ ਵਿਸ਼ੇ ਵਿਕਾਰਾਂ ਪਿੱਛੇ। ਇਹ ਮਨ ਦੌੜਦਾ ਹੈ ਆਪਣੀ ਵਾਹਵਾ ਪਿੱਛੇ, ਦੂਜੇ ਦੀ ਨਿੰਦਿਆ ਪਿੱਛੇ। ਇਹ ਮਨ ਦੌੜਦਾ ਹੈ ਸੰਸਾਰ ਦੇ ਰੰਗਾਂ ਦੇ ਵਿੱਚ, ਸੰਸਾਰ ਦੇ ਵਿਕਾਰਾਂ ਵਿੱਚ। ਹੁਣ ਜੇ ਅਸੀਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰੀਏ, ਇਹ ਮਨ ਟਿਕਦਾ ਨਹੀਂ, ਇਹ ਮਨ ਟਿਕਦਾ ਨਹੀਂ। ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਸਮਝ ਲਈਏ, ਕਾਰਾਂ ਜਾ ਰਹੀਆਂ ਨੇ, ਕੰਟੀਨਿਊਟੀ ਨਾਲ ਜਾ ਰਹੀਆਂ ਨੇ। ਅਸੀਂ ਦੂਰੋਂ ਆਵਾਜ਼ ਮਾਰੀਏ ਕਿ ਸਾਰੀਆਂ ਕਾਰਾਂ ਰੋਕ ਲਓ, ਸਾਡੀ ਆਵਾਜ਼ ਤੇ ਕਿਸੇ ਨੇ ਕਾਰ ਰੋਕਣੀ ਨਹੀਂ। ਸੈਂਕੜੇ ਕਾਰਾਂ ਆ ਰਹੀਆਂ ਨੇ, ਜਾ ਰਹੀਆਂ ਨੇ, ਆ ਰਹੀਆਂ ਨੇ, ਜਾ ਰਹੀਆਂ ਨੇ। ਤੇ ਸਿਆਣਾ ਬੰਦਾ ਕਹਿੰਦਾ ਹੈ ਕਿ ਭਾਈ ਜਿਹੜੀ ਕਾਰ ਤੇਰੀ ਆਪਣੀ ਹੈ,
ਜਿਹੜੇ ਕਾਰਜ ਦੇ ਉੱਤੇ ਤੇਰਾ ਆਪਣਾ ਕੰਟਰੋਲ, ਆਪਣੀ ਮਲਕੀਅਤ, ਆਪਣਾ ਵਸ ਹੈ, ਉਹ ਤੂੰ ਰੋਕ ਸਕਦਾ ਹੈ। ਜਿਹਦੇ ਉੱਤੇ ਤੇਰਾ ਵਸ ਹੀ ਕੋਈ ਨਹੀਂ, ਤੂੰ ਕਿਵੇਂ ਰੋਕੇਗਾ? ਇਸ ਕਰਕੇ ਸਾਡੇ ਮਨ ਉੱਤੇ ਸਾਡਾ ਵਸ ਕੋਈ ਨਹੀਂ, ਇਹ ਨਹੀਂ ਰੁਕੇਗਾ, ਕਿਉਂਕਿ ਇਸ ਨੂੰ ਰੋਕਣ ਵਾਲੀ ਤਾਕਤ ਸਿਰਫ ਗੁਰੂ ਦੇ ਕੋਲ, ਤੇ ਗੁਰੂ ਦੇ ਸ਼ਬਦ ਦੇ ਜਾਪ ਦੇ ਨਾਲ ਇਸ ਮਨ ਦੀ ਭਟਕਣਾ ਦੂਰ ਹੁੰਦੀ ਹੈ। ਸ਼ਬਦ ਦੀ ਬਰਕਤ ਨਾਲ ਗੁਰਮੰਤਰ ਦਾ ਜਾਪ ਨਿਰੰਤਰ ਕਰਦੇ ਰਹੋ, ਨਿਰੰਤਰ ਕਰਦੇ ਰਹੋ। ਇਸ ਮਨ ਨੂੰ ਬਿਲਕੁਲ ਵੀ ਸਮਾਂ ਨਾ ਦਿਓ, ਬਿਲਕੁਲ ਵੀ ਸਮਾਂ ਨਾ ਦਿਓ। ਬੱਚਿਆਂ ਨੂੰ ਖਿਡੌਣੇ ਕਾਹਦੇ ਵਾਸਤੇ ਦਿੱਤੇ ਜਾਂਦੇ ਨੇ? ਖਿਡੌਣੇ ਬੱਚਿਆਂ ਨੂੰ ਖਿਡੌਣੇ ਇਸ ਕਰਕੇ ਦਿੱਤੇ ਜਾਂਦੇ ਨੇ, ਟੋਇਜ਼ ਇਸ ਕਰਕੇ ਦਿੱਤੇ ਜਾਂਦੇ ਨੇ, ਇਹ ਬਿਜ਼ੀ ਰਵੇ ਬੱਚਾ। ਜੇ ਬਿਜ਼ੀ ਨਾ ਹੋਇਆ, ਕੱਚ ਦੇ ਭਾਂਡੇ ਤੋੜੇਗਾ, ਚੀਨੀ ਦੇ ਭਾਂਡੇ ਤੋੜੇਗਾ, ਇੰਨੇ ਕੀਮਤੀ ਜੋ ਗੁਲਦਸਤੇ ਨੇ ਉਹ ਤੋੜੇਗਾ, ਇਹਨੇ ਕੁਝ ਨਾ ਕੁਝ ਨੁਕਸਾਨ ਕਰਦਾ ਰਹਿਣਾ। ਇਸ ਕਰਕੇ ਇਹਦਾ ਧਿਆਨ ਡਾਈਵਰਟ ਰਹੇ, ਇਹ ਬਿਜ਼ੀ ਰਹੇ। ਆਸੇ-ਪਾਸੇ ਖਿਡੌਣੇ ਖਿਲਾਰ ਦਿੱਤੇ ਜਾਂਦੇ ਨੇ, ਫਿਰ ਟੱਬ ਵਿੱਚ ਪਾ ਕੇ ਖਿਲਾਰ ਦਿੱਤੇ ਜਾਂਦੇ ਨੇ। ਇੱਕ ਹਵਾ ਫੂਕ ਮਾਰ ਕੇ ਇੱਕ ਬੈੱਡ ਜਿਹਾ ਤਿਆਰ ਕੀਤਾ ਜਾਂਦਾ ਹੈ, ਉਹਦੇ ਵਿੱਚ ਖਿਡੌਣੇ ਸੁੱਟੇ ਜਾਂਦੇ ਨੇ, ਬੱਚਾ ਉਹਦੇ ਵਿੱਚ ਖੇਡਦਾ ਰਹਿੰਦਾ, ਖੇਡਦਾ 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 ਥੱਕ ਕੇ ਸੌਂ ਜਾਂਦਾ। ਇਹ ਬੱਚੇ ਨੂੰ ਖੁਸ਼ ਕਰਨ ਵਾਸਤੇ ਤਰੀਕਾ ਨਹੀਂ ਹੈ। ਇਹ ਬੱਚੇ ਦੀ ਜੋ એનર્ਜੀ ਹੈ ਉਹ ਇਤਨੀ ਜ਼ਿਆਦਾ ਹੁੰਦੀ ਹੈ, ਇੰਨੀ ਵੱਧ ਹੁੰਦੀ ਹੈ, ਉਹ એનર્ਜੀ ਬੱਚਾ ਆਪਣੇ ਅੰਦਰ ਐਬਜ਼ੌਰਬ ਨਹੀਂ ਕਰ ਸਕਦਾ। ਉਸ એનર્ਜੀ ਨੂੰ ਜਗ੍ਹਾ ਚਾਹੀਦੀ ਹੈ, ਉਹ ਕਿਹੜੇ ਪਾਸੇ ਯੂਜ਼ ਕੀਤੀ ਜਾਵੇ। ਫਿਰ ਸਿਆਣੇ ਰਿਸ਼ੀਆਂ ਮੁਨੀਆਂ ਨੇ ਇਸ ਚੀਜ਼ ਦਾ ਇਜਾਦ ਕੀਤਾ। ਜਿਸ ਵੇਲੇ ਰਿਸ਼ੀਆਂ ਮੁਨੀਆਂ ਨੇ ਦੇਖਿਆ ਕਿ ਸਾਡੇ ਆਸ਼ਰਮ ਦੇ ਵਿੱਚ, ਸਾਡੇ ਵਿਦਿਆਰਥੀ ਦੇ ਘਰ ਵਿੱਚ ਬੱਚਾ ਹੋ ਗਿਆ, ਬੱਚੇ ਦੀ ਉਮਰ ਹੋ ਗਈ ਜੀ 1-1.5 ਸਾਲ ਦੀ। ਹੁਣ ਬੱਚਾ ਜਾਂਦਾ ਹੈ, ਕਦੀ ਪੋਥੀ ਨੂੰ ਫੜ ਕੇ ਪਾੜ ਦਿੰਦਾ, ਬੱਚਾ ਜਾਂਦਾ ਹੈ ਦੁੱਧ ਨੂੰ ਡੋਲ ਦਿੰਦਾ, ਬੱਚਾ ਜਾਂਦਾ ਹੈ ਕੱਚ ਨੂੰ ਫੜ ਕੇ ਤੋੜ ਦਿੰਦਾ, ਬੱਚਾ ਅੱਗ ਛੱਤ ਪਾਉਂਦਾ। ਫਿਰ ਰਿਸ਼ੀਆਂ ਮੁਨੀਆਂ ਨੇ ਸੋਚਿਆ ਕੁਝ ਐਸਾ ਕੀਤਾ ਜਾਵੇ ਕਿ ਬੱਚਾ ਖੇਡਦਾ ਰਹੇ। ਫਿਰ ਉਹਨਾਂ ਨੇ ਇੱਕ ਡੰਡਾ ਫੜਿਆ, ਇੱਕ ਗੁੱਲੀ ਫੜੀ ਤੇ ਆਖਿਆ, ਭਾਈ ਆ ਰਹੀ ਗੁੱਲੀ ਤੇ ਆ ਰਿਹਾ ਡੰਡਾ, ਇਹਨੂੰ ਮਾਰਦਾ ਰਹੋ। ਆਪ ਹੀ ਬੱਚਾ ਫਿਰ ਗੁੱਲੀ ਡੰਡਾ ਖੇਡਦਾ, ਆਪ ਹੀ ਸਟ੍ਰੋਕ ਕਰਦਾ, ਆਪ ਹੀ ਮਾਰਦਾ, ਆਪ ਹੀ ਜਾ ਕੇ ਲੈ ਕੇ ਆਉਂਦਾ। ਫਿਰ ਰਿਸ਼ੀਆਂ ਮੁਨੀਆਂ ਨੇ ਕੀ ਕੀਤਾ, ਫਿਰ ਆਟੇ ਦਾ ਕੋਈ ਪੰਛੀ ਬਣਾਇਆ, ਆਟੇ ਦਾ ਕੋਈ ਖਿਡੌਣਾ ਬਣਾਇਆ, ਉਹਨੂੰ ਪਕਾਇਆ ਹਲਕਾ ਜਿਹਾ ਤੇ ਆਖਿਆ ਕਿ ਆ ਲੈ, ਇਹ ਨਾਲ ਖੇਡਦਾ ਰਹੇ। ਤੇ ਆਟੇ ਦਾ ਕਿਉਂ ਬਣਾਇਆ? ਕਿਉਂਕਿ ਬੱਚੇ ਦਾ ਸੁਭਾਅ ਹੈ, ਬੱਚਾ ਖਿਡੌਣੇ ਮੂੰਹ 'ਚ ਪਾਉਂਦਾ। ਰਿਸ਼ੀ ਮੁਨੀ ਇੰਨੇ ਦੀਰਘ ਦ੍ਰਿਸ਼ਟੀ ਦੇ ਮਾਲਕ ਸਨ, ਇੰਨੇ ਦੂਰ ਦ੍ਰਿਸ਼ਟ ਸਨ ਕਿ ਜੇ ਮੂੰਹ 'ਚ ਵੀ ਪਾ ਲਏਗਾ ਆਟਾ ਹੀ ਹੈ, ਆਟੇ ਨੂੰ ਪਕਾ ਦਿੱਤਾ ਜਾਂਦਾ ਸੀ। ਤੇ ਰਿਸ਼ੀਆਂ ਮੁਨੀਆਂ ਨੇ ਆਖਿਆ ਕਿ ਇਹਦੀ ਤਾਕਤ ਇੰਨੀ ਜ਼ਿਆਦਾ ਹੈ ਕਿ ਅਸੀਂ ਇਸ ਨੂੰ ਸਮਝਾ ਨਹੀਂ ਸਕਦੇ। ਸ਼ਕਤੀ ਕਦੀ ਕਿਸੇ ਦੀ ਗੱਲ ਨਹੀਂ ਮੰਨਦੀ। ਸ਼ਕਤੀ ਆਪਣੇ ਆਪ ਦੇ ਵਿੱਚ ਸਰਵੋਤਮ ਹੁੰਦੀ ਹੈ, ਇਸ ਕਰਕੇ ਉਹ ਕਿਸੇ ਦੀ ਗੱਲ ਨਹੀਂ ਮੰਨਦੀ। ਬੱਚੇ ਦਾ ਧਿਆਨ ਡਾਈਵਰਟ ਕਰਨ ਵਾਸਤੇ, ਬੱਚੇ ਦਾ ਧਿਆਨ ਪਾਸੇ ਕਰਨ ਵਾਸਤੇ ਉਹਨੂੰ ਖਿਡੌਣੇ ਦਿੱਤੇ ਜਾਂਦੇ ਨੇ। ਖਿਡੌਣੇ ਦੇਣਾ ਕੋਈ ਪਿਆਰ ਨਹੀਂ ਹੈ। ਆਪ ਜੀ ਜੇਕਰ ਇਹਦੇ ਪਿਛੋਕੜ 'ਚ ਜਾਓਗੇ ਨਾ, ਖਿਡੌਣੇ ਦੇਣਾ ਪਿਆਰ ਨਹੀਂ, ਆਪਣੀਆਂ ਘਰ ਦੀਆਂ ਚੀਜ਼ਾਂ ਦਾ ਬਚਾਅ ਕਰਨਾ ਹੈ। ਬੱਚਾ ਜੇਕਰ ਇਕੱਲਾ ਰਹੇਗਾ ਤੇ ਬੱਚਾ ਫਰਸਟ੍ਰੇਟ ਹੋਣਾ ਸ਼ੁਰੂ ਹੋ ਜਾਏਗਾ। ਉਹਨੂੰ ਕੁਝ ਨਾ ਕੁਝ ਚਾਹੀਦਾ ਹੈ, ਕੋਈ ਨਾ ਕੋਈ ਚੀਜ਼ ਚਾਹੀਦੀ। ਮਾਤਾ ਪਿਤਾ ਨਹੀਂ ਬੈਠ ਸਕਦੇ, ਚਲੋ ਖਿਡੌਣਿਆਂ ਕੋਲ ਬੈਠੇਗਾ, ਗੱਲਾਂ ਕਰਦਾ। ਫਿਰ ਸੋ ਕਹਿਣ ਦਾ ਅਰਥ ਇਹ ਹੈ, ਜਿਸ ਤਰ੍ਹਾਂ ਬੱਚਾ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ, ਮਨ ਦਾ ਤੇ ਸੁਭਾਅ ਹੈ ਹੀ ਨਹੀਂ ਬੈਠਣਾ, ਇਹ ਉੱਡਦਾ ਰਹਿੰਦਾ, ਉੱਡਦਾ ਰਹਿੰਦਾ। ਮਹਾਰਾਜ ਜੀ ਕਹਿੰਦੇ ਨੇ ਤੇਰਾ ਮਨ ਟਿਕ ਜਾਏਗਾ, ਇਹ ਗਾਰੰਟੀ ਮੇਰੀ। ਮਹਾਰਾਜ ਜੀ ਕਿਵੇਂ ਟਿਕੇਗਾ? ਕਹਿੰਦੇ ਨੇ ਸਭ ਤੋਂ ਪਹਿਲਾਂ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ। ਇਹੋ ਮਨ ਧਾਵਤ ਤਾਰ ਹੈ, ਜਾਂ ਆਪੇ ਨਦਰ ਕਰੇ। ਗੁਰੂ ਦੀ ਕਿਰਪਾ ਦੇ ਨਾਲ ਤੇਰਾ ਮਨ ਵਸ ਆ ਜਾਏਗਾ, ਜੇ ਤੂੰ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨੇਗਾ।
ਤੇ ਗੁਰੂ ਦੇ ਹੁਕਮ ਨੂੰ ਮੰਨਣਾ ਕਿਵੇਂ ਹੈ? ਆਓ ਪ੍ਰੇਮ ਅਕੀਦਤ ਨਾਲ ਸ਼ਰਵਣ ਕਰੀਏ। ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਬਹੁਤ ਮਿਠਾਸ ਨਾਲ ਭਰਿਆ ਹੋਇਆ, ਬਹੁਤ ਪ੍ਰੇਮ ਤੇ ਕਰੁਣਾ ਨਾਲ ਭਰਿਆ ਹੋਇਆ ਸ਼ਬਦ ਮਹਾਰਾਜ ਜੀ ਸਾਡੇ ਵਾਸਤੇ ਵਰਤਦੇ ਨੇ। ਭਾਈ ਰੇ, ਐ ਮੇਰਾ ਭਰਾਵਾ। ਤੇ ਇਹ ਜੋ ਰੇ ਸ਼ਬਦ ਉਸ ਵੇਲੇ ਵਰਤਿਆ ਜਾਂਦਾ ਜਿਸ ਵੇਲੇ ਕਿਸੇ ਨੂੰ ਉੱਚੀ ਆਵਾਜ਼ ਮਾਰਨੀ ਹੋਵੇ। ਉੱਚੀ ਆਵਾਜ਼ ਮਾਰਨੀ ਹੋਵੇ ਨਾ, ਉਦੋਂ ਰੇ ਸ਼ਬਦ ਵਰਤਿਆ ਜਾਂਦਾ ਹੈ। ਕੋਈ ਬਹੁਤ ਦੂਰ ਬੈਠਾ ਹੋਵੇ, ਨਾ ਸੁਣਦਾ ਹੋਵੇ, ਤੇ ਫਿਰ ਸ਼ਬਦ ਵਰਤਿਆ ਜਾਂਦਾ ਹੈ ਭਾਈ ਰੇ, ਐ ਭਰਾਵਾ ਸੁਣ, ਕਿਉਂਕਿ ਤੂੰ ਬਹੁਤ ਦੂਰ ਬੈਠਾ ਹੈ, ਮੈਂ ਤਾਂ ਤੇਰੇ ਕੋਲ ਆ ਪਰ ਤੂੰ ਆਪਣੇ ਨੂੰ ਦੂਰ ਜਾਣੇ। ਗੁਰਮੁਖ ਗੁਰੂ ਦੀ ਚਰਨ ਸ਼ਰਨ ਵਿੱਚ ਪਹੁੰਚ, ਗੁਰੂ ਕੋਲੋਂ ਪੁੱਛ, ਤੇ ਫਿਰ ਗੁਰੂ ਤੈਨੂੰ ਦੱਸੇਗਾ ਹਰ ਨਾਮ ਧਿਆਏ। ਤੂੰ ਪਰਮੇਸ਼ਵਰ ਦਾ ਨਾਮ ਧਿਆਉਣਾ ਹੈ, ਪਰ ਧਿਆਉਣਾ ਕਿਹੜਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਮੰਨ ਕੇ ਪਰਮੇਸ਼ਵਰ ਦਾ ਨਾਮ ਧਿਆਉਣਾ ਹੈ, ਕਿਉਂਕਿ ਸਾਡਾ ਆਦ ਮੱਧ ਅੰਤ ਗੁਰੂ ਹੀ ਗੁਰੂ ਹੈ। ਸਾਡੇ ਜੀਵਨ ਦਾ ਆਰੰਭ ਹੋਵੇ, ਮੱਧ ਹੋਵੇ ਤੇ ਭਾਵੇਂ ਅੰਤ ਹੋ ਜਾਏ, ਗੁਰੂ ਤੋਂ ਵੱਡਾ ਸਿੱਖ ਦੀ ਨਜ਼ਰ ਵਿੱਚ ਕੋਈ ਵੀ ਨਹੀਂ ਹੈ। ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ। ਜੇਕਰ ਕੋਈ ਗੁਰੂ ਮੰਤਰ ਨੂੰ ਜਪਦਾ ਜਪਦਾ ਆਪਣੇ ਅੰਦਰ ਦੇ ਪ੍ਰਕਾਸ਼ ਦੇ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਸੇ ਵੇਲੇ ਅੰਦਰ ਦਾ ਪ੍ਰਕਾਸ਼ਮਈ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ, ਤੇ ਕਹਿੰਦੇ ਨੇ ਫਿਰ ਉਹਦੇ ਅੰਦਰ ਪਰਮੇਸ਼ਵਰ ਵਸ ਜਾਂਦਾ ਹੈ। ਮਾੜੇ ਕਰਮ ਸਾਰੇ ਨਾਸ਼ ਹੋ ਜਾਂਦੇ ਨੇ। ਫਿਰ ਮਹਿਲੀ ਪਾਵੈ ਥਾਉ, ਫਿਰ ਪਰਮੇਸ਼ਵਰ ਦੇ ਦਰ ਘਰ ਦੇ ਵਿੱਚ ਉਸ ਨੂੰ ਥਾਂ ਮਿਲ ਜਾਂਦੀ ਹੈ। ਰਹਾਉ ਵਿਸ਼ਰਾਮ ਦਿੰਦੇ ਹੋਏ ਕਿਰਪਾ ਕੀਤੀ। ਮਨ ਮੁਖ ਮਨ ਤਨ ਅੰਧ ਹੈ, ਤਿਸਨੋ ਠੌਰ ਨ ਠਾਉ। ਜੋ ਮਨਮੁਖ ਬੰਦਾ ਹੈ, ਉਹਦਾ ਮਨ ਅੰਨਾ ਹੋ ਚੁੱਕਾ ਹੈ, ਉਹਦਾ ਤਨ, ਉਹਦਾ ਸਰੀਰ ਵੀ ਅੰਨਾ ਹੋ ਚੁੱਕਾ ਹੈ। ਕਿਉਂ ਜੀ? ਇਹ ਅੰਨੇ ਦਾ ਕੀ ਮਤਲਬ? ਕਹਿਣ ਲੱਗੇ ਉਹਦੇ ਮਨ ਨੇ ਵਿਕਾਰਾਂ ਦੇ ਨਾਲ ਪਿਆਰ ਪਾਇਆ, ਗੁਰੂ ਦੇ ਸ਼ਬਦ ਨਾਲ ਪਾਇਆ। ਤੇ ਜੇ ਗੁਰੂ ਦੇ ਸ਼ਬਦ ਨਾਲ ਪਿਆਰ ਨਹੀਂ ਪਾਇਆ ਤੇ ਇਹਨੂੰ ਪਰਮਾਤਮਾ ਦਿਸਿਆ ਨਹੀਂ, ਤੇ ਜਿਸ ਨੂੰ ਪਰਮਾਤਮਾ ਦਿਸਿਆ ਨਹੀਂ ਉਹ ਅੰਨਾ ਹੀ ਹੁੰਦਾ। ਤਨ ਅੰਧ ਹੈ, ਉਹਦੇ ਸਰੀਰ ਦੇ ਜਿੰਨੇ ਵੀ ਕਰਮ ਇੰਦਰੇ, ਗਿਆਨ ਇੰਦਰੇ ਨੇ, ਉਹ ਗੁਰੂ ਦੇ ਹੁਕਮ ਅਨੁਸਾਰ, ਗੁਰੂ ਦੀ ਆਗਿਆ ਪ੍ਰਣਾਲੀ ਵਿੱਚ ਨਹੀਂ ਆਏ। ਇਸ ਕਰਕੇ ਇਹ ਮਨਮੁਖ ਬੰਦੇ ਦਾ ਅੰਤਰੀਵ ਜੀਵਨ ਵੀ ਘੁੱਪ ਹਨੇਰੇ ਵਿੱਚ ਅੰਨਾ ਹੋਇਆ ਪਿਆ, ਤੇ ਬਾਹਰ ਦਾ ਜੀਵਨ ਵੀ ਅੰਨਾ ਹੋਇਆ ਪਿਆ। ਅੰਦਰ ਮਾੜੇ ਖਿਆਲ ਪੈਦਾ ਕਰਦਾ, ਬਾਹਰੋਂ ਉਸ ਮਾੜੇ ਖਿਆਲਾਂ ਨੂੰ ਕੁਕਰਮਾਂ ਦੇ ਰੂਪ ਦੇ ਵਿੱਚ ਸਰੀਰ ਨਾਲ ਹੰਡਾਉਂਦਾ ਹੈ, ਇਹਦਾ ਸਰੀਰ ਪ੍ਰਵਿਰਤ ਹੁੰਦਾ ਹੈ। ਤੇ ਜੇਕਰ ਕਿਸੇ ਦਾ ਜੀਵਨ ਐਸਾ ਹੋ ਜਾਏ ਤੇ ਫਿਰ ਕਹਿੰਦੇ ਨੇ ਤਿਸਨੋ ਠੌਰ ਨਾ ਠਾਓ, ਉਸ ਨੂੰ ਕਦੀ ਵੀ ਅੰਦਰ ਆਤਮਿਕ ਸ਼ਾਂਤੀ, ਮਨ ਦੀ ਸ਼ਾਂਤੀ ਜਿਉਂਦੇ ਜੀ ਵੀ ਨਹੀਂ ਮਿਲੇਗੀ ਤੇ ਮਰਨ ਤੋਂ ਬਾਅਦ ਵੀ ਨਹੀਂ ਮਿਲੇਗੀ। ਉਸ ਨੂੰ ਜਿਉਂਦੇ ਜੀ ਵੀ ਥਾਂ ਨਹੀਂ ਮਿਲੇਗਾ, ਸੁੱਖ ਨਹੀਂ ਮਿਲੇਗਾ, ਤੇ ਮਰਨ ਤੋਂ ਬਾਅਦ ਵੀ ਉਸ ਮਾਲਕ ਦੇ ਦਰ ਘਰ ਵਿੱਚ ਥਾਂ ਨਹੀਂ ਮਿਲੇਗੀ। ਉਹਦੀ ਆਤਮਾ ਪ੍ਰਕਾਸ਼ਮਈ ਅਵਸਥਾ ਵਿੱਚ ਨਹੀਂ ਟਿਕੇਗੀ। ਬਹੁ ਜੋਨੀ ਭਉ ਫਿਰੈ, ਜਿਉ ਸੁਣੈ ਘਰ ਕਾਉ। ਕਹਿੰਦੇ ਨੇ ਜਿਸ ਤਰ੍ਹਾਂ ਕੋਈ ਕਾਂ ਹੁੰਦਾ ਹੈ, ਉਸ ਨੂੰ ਭੁੱਖ ਲੱਗੀ ਹੈ, ਉਹ ਹੁਣ ਕਾਂ ਭਟਕਦਾ ਭਟਕਦਾ ਕਿਸੇ ਘਰ ਨੂੰ ਦੇਖਦਾ ਹੈ ਕਿ ਇਸ ਘਰ ਵਿੱਚ ਲੋਕ ਰਹਿੰਦੇ ਹੋਣਗੇ ਤੇ ਉਸ ਘਰ ਦੇ ਵਿੱਚ ਖਾਣ ਨੂੰ ਕੁਝ ਨਾ ਕੁਝ ਮਿਲੇਗਾ। ਹੁਣ ਕਾਂ ਗਿਆ ਤੇ ਕਾਂ ਨੇ ਵੇਖਿਆ ਅੰਦਰ ਘੁੱਪ ਹਨੇਰਾ, ਅੰਦਰ ਰਹਿੰਦਾ ਕੋਈ ਨਹੀਂ। ਕਹਿੰਦੇ ਨੇ ਹੁਣ ਕਾਂ ਭੁੱਖਾ ਗਿਆ ਸੀ ਤੇ ਭੁੱਖਾ ਹੀ ਵਾਪਸ ਆ ਗਿਆ। ਕਹਿਣ ਲੱਗਾ ਕਿ ਘਰ ਬਣਾਏ ਦਾ ਫਾਇਦਾ ਨਹੀਂ ਜੇ ਘਰ ਵਾਲੇ ਵਿੱਚ ਨਹੀਂ। ਇਸੇ ਤਰ੍ਹਾਂ ਹੀ ਜਿਸ ਸਰੀਰ ਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋਇਆ ਨਹੀਂ, ਗੁਰੂ ਦੀ ਬਖਸ਼ਿਸ਼ ਵਸੀ ਨਹੀਂ, ਕਹਿਣ ਲੱਗੇ ਉਹ ਸਰੀਰ ਸੁੰਨਾ ਹੈ, ਉਹ ਖਾਲੀ ਹੈ, ਉਹਦੇ ਵਿੱਚ ਕੁਝ ਵੀ ਨਹੀਂ। ਕਾਂ ਗਿਆ ਭੁੱਖਾ ਤੇ ਭੁੱਖਾ ਵਾਪਸ ਆ ਗਿਆ। ਇਸੇ ਤਰ੍ਹਾਂ ਜੀਵ ਪਰਮੇਸ਼ਵਰ ਦੇ ਨਾਮ ਦੀ ਭੁੱਖ ਨੂੰ ਪੈਦਾ ਕਰਕੇ ਤੇ ਪਰਮੇਸ਼ਵਰ ਦਾ ਨਾਮ ਜਪ ਕੇ ਰੱਜ ਕੇ ਜਾਣਾ ਚਾਹੀਦਾ ਸੀ ਸੰਸਾਰ ਤੋਂ, ਪਰ ਇਹ ਭੁੱਖਾ ਆਇਆ, ਭੁੱਖਾ ਹੀ ਚਲਾ ਗਿਆ। ਭਾਵ ਕਿ ਇਹ ਫਿਰ ਅਨੇਕਾਂ ਜੂਨਾਂ ਵਿੱਚ ਭਟਕਦਾ ਹੈ, ਤੇ ਭਟਕਦਾ ਇੰਝ ਹੈ ਜਿਵੇਂ ਕਾਂ ਇੱਕ ਸੁੰਨੇ ਘਰ
ਇੱਕ ਖਾਲੀ ਘਰ ਜਾਂਦਾ ਨੂੰ ਕੁਝ ਨਹੀਂ ਮਿਲਦਾ, ਫਿਰ ਦੂਜੇ ਪਾਸੇ ਜਾਂਦਾ ਉੱਥੇ ਵੀ ਖਾਲੀ, ਉੱਥੇ ਵੀ ਕੁਝ ਨਹੀਂ ਮਿਲਦਾ। ਅਖੀਰ ਵਿੱਚ ਕਾਂ ਭੁੱਖ ਦਾ ਮਾਰਿਆ ਹੋਇਆ ਅਖੀਰ ਵਿੱਚ ਪ੍ਰਾਣ ਤਿਆਗ ਜਾਂਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਹੀ ਇਸ ਮਨੁੱਖ ਨੂੰ ਚਾਹੀਦਾ ਸੁੱਖ ਹੈ, ਪਰ ਗੁਰੂ ਨਾਲੋਂ ਵਿਛੜ ਕੇ ਇਹ ਸਾਰੀ ਸ੍ਰਿਸ਼ਟੀ ਵਿੱਚ ਟੱਕਰਾਂ ਮਾਰਦਾ। ਪੰਜਾਬ ਵਿੱਚ ਹੀ ਉਦੋਂ ਵੀ ਸੁੱਖ ਨਹੀਂ, ਕੈਨੇਡਾ ਚਲਾ ਗਿਆ ਉਦੋਂ ਵੀ ਸੁੱਖ ਨਹੀਂ। ਇਹ ਬਾਹਰੀ ਪਦਾਰਥਾਂ ਵਿੱਚ ਸੁੱਖ ਲੱਭਦਾ ਹੈ, ਤੇ ਕੌਣ ਦੱਸੇ ਭਾਈ ਬਾਹਰੀ ਪਦਾਰਥਾਂ ਵਿੱਚ ਕਦੀ ਸੁੱਖ ਨਹੀਂ ਮਿਲਦਾ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਸਿਰਫ ਗੁਰੂ ਦੀ ਮੱਤ ਦੇ ਉੱਤੇ, ਸਿਰਫ ਗੁਰੂ ਦੇ ਹੁਕਮ ਦੇ ਅਨੁਸਾਰ ਉੱਤੇ ਤੁਰ ਕੇ ਹੀ ਅਸੀਂ ਚਾਨਣਾ ਪ੍ਰਾਪਤ ਕਰ ਸਕਦੇ ਹਾਂ। ਸਾਡੇ ਅੰਦਰ ਪ੍ਰਕਾਸ਼ ਹੋ ਸਕਦਾ ਹੈ, ਕਿਉਂਕਿ ਗੁਰੂ ਨੇ ਆਪਣਾ ਸ਼ਬਦ ਦੇਣਾ ਹੈ। ਤੇ ਜਿਸ ਵੇਲੇ ਅਸੀਂ ਸ਼ਬਦ ਨੂੰ ਜਪ ਕੇ ਸ਼ਬਦ ਕਮਾ ਲਿਆ, ਫਿਰ ਕੀ ਹੁੰਦਾ? ਸ਼ਬਦ ਮਿਲੈ, ਸ਼ਬਦ ਮਿਲਦਾ ਹੈ, ਹਰ ਨਾਉ। ਫਿਰ ਪਰਮੇਸ਼ਵਰ ਦਾ ਨਾਮ ਪ੍ਰਗਟ ਹੁੰਦਾ ਹੈ। ਪਰ ਇਹ ਪਰਮੇਸ਼ਵਰ ਦਾ ਨਾਮ ਪ੍ਰਗਟ, ਪਰਮੇਸ਼ਵਰ ਦੀ ਅਵਸਥਾ ਉਸ ਵੇਲੇ ਮਿਲਦੀ ਹੈ ਪ੍ਰਕਾਸ਼ਮਈ, ਜਿਸ ਵੇਲੇ ਅਸੀਂ ਗੁਰੂ ਕੇ ਸ਼ਬਦ ਨੂੰ ਇੱਕ ਇੱਕ ਸਵਾਸ ਜਪਦੇ ਹਾਂ। ਵਾਹਿਗੁਰੂ 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 ਜਪਦੇ ਜਪਦੇ ਇੱਕ ਸਮਾਂ ਐਸਾ ਆ ਜਾਂਦਾ ਹੈ ਜਿਸ ਵੇਲੇ ਅੰਦਰ ਬਾਹਰ ਗੁਰਮੰਤਰ ਹੀ ਰਹਿ ਜਾਂਦਾ ਹੈ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਸਾਰਾ ਸੰਸਾਰ ਘੁੱਪ ਹਨੇਰੇ ਦੇ ਵਿੱਚ, ਗੁਬਾਰ ਕਹਿੰਦੇ ਨੇ ਹਨੇਰੇ। ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਖਚਤ ਹੋਇਆ ਪਿਆ, ਤਿੰਨਾਂ ਗੁਣਾਂ ਦੇ ਜ਼ਹਿਰ ਦੇ ਵਿੱਚ ਡੁੱਬਿਆ ਪਿਆ। ਇਸ ਨੂੰ ਕੋਈ ਆਤਮਿਕ ਸੋਝੀ ਨਹੀਂ। ਤੇ ਕਹਿੰਦੇ ਨੇ ਇਹ ਤਿੰਨ ਗੁਣ, ਰਜ ਗੁਣ, ਤਮ ਗੁਣ, ਸਤ ਗੁਣ, ਰਜੋ ਤਮੋ ਸਤੋ ਵਿੱਚ ਅੰਨਾ ਹੋਇਆ ਪਿਆ। ਇਸ ਨੂੰ ਗੁਰੂ ਕੇ ਸ਼ਬਦ ਦੇਖਣ ਵਿੱਚ ਸਵਾਦ ਹੀ ਨਹੀਂ ਆਉਂਦਾ, ਆਨੰਦ ਹੀ ਨਹੀਂ ਆਉਂਦਾ। ਇਹਦੇ ਅੰਦਰ ਭਾਵਨਾ ਹੀ ਪੈਦਾ ਨਹੀਂ ਹੁੰਦੀ ਕਿ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ। ਕਹਿੰਦੇ ਨੇ ਹੋਇਆ ਕਿਵੇਂ? ਕਿਉਂਕਿ ਤਿੰਨਾਂ ਗੁਣਾਂ ਦੇ ਵਿੱਚ ਇਹ ਲੀਨ ਹੋ ਗਿਆ। ਲੀਨ ਤੇ ਹੋਣਾ ਸੀ ਗੁਰੂ ਕੇ ਸ਼ਬਦ ਵਿੱਚ, ਤੇ ਜੇਕਰ ਤਿੰਨਾਂ ਗੁਣਾਂ ਵਿੱਚ ਲੀਨ ਹੋ ਗਿਆ ਤੇ ਫਿਰ ਤਿੰਨਾਂ ਗੁਣਾਂ ਦੇ ਕੋਲ ਜਿਹੜੀ ਤਾਕਤ ਆ ਉਹ ਹੀ ਮਿਲੇਗੀ। ਤੇ ਤਿੰਨ ਗੁਣ ਨੇ ਵਿਸ਼ੇ ਵਿਕਾਰ। ਤੇ ਦੱਸੋ ਜ਼ਹਿਰ ਮਾਰਦਾ ਹੁੰਦਾ ਕਿ ਤਾਰਦਾ ਹੁੰਦਾ? ਜ਼ਹਿਰ ਨੇ ਤੇ ਮੌਤ ਹੀ ਦੇਣੀ ਹੈ, ਤੇ ਤਿੰਨ ਗੁਣ ਆਪਾਂ ਜ਼ਹਿਰ ਹੀ ਸਮਝੀਏ। ਇਹਨਾਂ ਤਿੰਨਾਂ ਗੁਣਾਂ ਦੇ ਨਾਲ ਰੱਬ ਦੇ ਘਰ ਤੱਕ ਪਹੁੰਚਿਆ ਨਹੀਂ ਜਾ ਸਕਦਾ। ਲੋਭੀਅਨ ਕੋ ਸੇਵ ਦੇ, ਪੜ ਵੇਦਾ ਕਰੈ ਪੁਕਾਰ। ਕਹਿੰਦੇ ਨੇ ਹੁਣ ਜਿਹੜੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ ਉਹ ਕਥਾ ਕਰਨੀ ਜਾਣਦੇ ਨੇ, ਪਾਠ ਕਰਨਾ ਜਾਣਦੇ ਨੇ, ਕੀਰਤਨ ਕਰਨਾ ਜਾਣਦੇ ਨੇ, ਤੇ ਉਹਨਾਂ ਦੇ ਅੰਦਰ ਪਰਮੇਸ਼ਵਰ ਦਾ ਨਾਮ ਨਹੀਂ, ਬੰਦਗੀ ਨਹੀਂ। ਉਹ ਲੋਕਾਂ ਨੂੰ ਸੁਣਾਉਂਦੇ ਪਏ ਨੇ ਜੋ ਆਪਣੀ ਰਸਨਾ ਤੋਂ ਕਹਿ ਰਹੇ ਨੇ ਕਿ ਭਾਈ ਰੱਬ ਦਾ ਨਾਮ ਜਪੋ, ਪਰਮੇਸ਼ਵਰ ਦਾ ਨਾਮ ਜਪੋ, ਗੁਰੂ ਵਾਲੇ ਹੋਵੋ। ਨਾ ਤੇ ਉਹਨਾਂ ਨੇ ਕਦੀ ਨਾਮ ਜਪਿਆ, ਤੇ ਕਹਿੰਦੇ ਨੇ ਨਾ ਉਹਨਾਂ ਨੇ ਕਦੀ ਪਰਿਵਾਰ ਵਾਲਿਆਂ ਨੂੰ ਆਖਿਆ, ਲੋਕਾਂ ਨੂੰ ਕਹਿੰਦੇ ਨੇ। ਜੇ ਲੋਕਾਂ ਨੂੰ ਕਹਿੰਦੇ ਨੇ, ਅੰਦਰ ਲੋਭ ਦਾ ਕੁੱਤਾ ਭੌਂਕਦਾ ਪਿਆ। ਕਹਿੰਦੇ ਨੇ ਇਹਨਾਂ ਦਾ ਜੋ ਕੁਝ ਵੀ ਕਰਮ ਹੈ, ਜੋ ਧਰਮ ਦੇ ਅਨੁਸਾਰ ਹੈ, ਉਹ ਸਾਰੇ ਹੀ ਖੁਆਰ ਹੁੰਦੇ ਨੇ। ਉਹਨਾਂ ਨੂੰ ਪ੍ਰਮਾਤਮਾ ਦੇ ਘਰ ਵਿੱਚ ਢੋਈ ਨਹੀਂ ਮਿਲਦੀ, ਕਿਉਂਕਿ ਜੋ ਕੁਝ ਵੀ ਇਹ ਕਰਦੇ ਨੇ ਨਾ, ਲੋਭੀਆਂ ਕੋ ਸੇਵਦੇ। ਵੈਸੇ ਆਪਾਂ ਨੂੰ ਪਾਠ ਸੰਧੀ ਛੇਦ ਵਿੱਚ ਲੋਭੀ ਵੱਖਰਾ ਮਿਲੇਗਾ, ਅਨ ਵੱਖਰਾ ਮਿਲੇਗਾ, ਪਰ ਇਸ ਨੂੰ ਇਕੱਠਾ ਬੋਲਾਂਗੇ। ਲੋਭੀਆਂ ਕੋ ਸੇਵਦੇ, ਪੜ ਵੇਦਾ ਕਰੇ ਪੁਕਾਰ। ਇਸ ਨੂੰ ਪੁਕਾਰ ਕਹਾਂਗੇ, ਪੁਕਾਰ, ਪੁਕਾਰ ਤੇ ਪੁਕਾਰ। ਅੰਦਰ ਲੋਭ ਹੋਵੇ ਤੇ ਬਾਹਰੋਂ ਅਸੀਂ ਧਰਮ ਦਾ ਪਾਠ ਪੜ੍ਹਾਈਏ, ਤੇ ਜੇ ਕੋਈ ਬੰਦਾ ਐਸਾ ਹੋਵੇ ਫਿਰ ਉਹਦੇ ਨਾਲ ਕੀ ਹੁੰਦਾ ਹੈ? ਉਹਦਾ ਆਉਣ ਵਾਲਾ ਸਮਾਂ ਕੈਸਾ ਹੁੰਦਾ ਹੈ? ਮਹਾਰਾਜ ਜੀ ਦਇਆ ਕਰਦੇ ਨੇ। ਵਿਖਿਆ ਅੰਦਰ ਪਚ ਮੁਏ, ਵਾਹਿਗੁਰੂ ਨਾ ਉਰਵਾਰ ਨਾ ਪਾਰ। ਉਹ ਲੋਕ ਮਾਇਆ ਦੇ ਜ਼ਹਿਰ ਦੇ ਵਿੱਚ ਅੰਦਰੋਂ ਮਰ ਜਾਂਦੇ ਨੇ। ਪਚ ਪਹਿਲਾਂ ਖਚਤ ਹੁੰਦੇ ਨੇ, ਮੋਏ ਫਿਰ ਮਰ ਜਾਂਦੇ ਨੇ। ਨਾ ਉਰਵਾਰ ਨਾ ਪਾਰ, ਨਾ ਉਹ ਉਰਲੇ ਕੰਢੇ ਰਹਿ ਜਾਂਦੇ ਨੇ, ਨਾ ਪਰਲੇ ਕੰਢੇ ਜਾਂਦੇ ਨੇ। ਉਹ ਵਿਚਕਾਰ ਵਿਸ਼ੇ ਵਿਕਾਰਾਂ ਨੂੰ ਭੋਗਦੇ ਭੋਗਦੇ, ਗੋਤੇ ਖਾਂਦੇ ਖਾਂਦੇ ਅੰਤ ਵਿੱਚ ਮਰ ਜਾਂਦੇ ਨੇ। ਮਾਇਆ ਮੋਹਿ ਵਿਸਾਰਿਆ,
ਜਗਤ ਪਿਤਾ ਪ੍ਰਤਪਾਲ। ਮਾਇਆ ਨਾਲ, ਵਿਸ਼ੇ ਵਿਕਾਰਾਂ ਨਾਲ ਲੋਕਾਂ ਵੱਲ, ਇਸ ਸੰਸਾਰ ਦੇ ਪਦਾਰਥਾਂ ਵੱਲ ਇੰਨਾ ਕੁ ਧਿਆਨ ਜੁੜ ਗਿਆ, ਜਿਸ ਪਰਮੇਸ਼ਵਰ ਨੇ ਇਸ ਨੂੰ ਪੈਦਾ ਕੀਤਾ, ਇਕੱਲਾ ਇਸ ਨੂੰ ਹੀ ਪੈਦਾ ਨਹੀਂ ਕੀਤਾ, ਸਾਰੇ ਸੰਸਾਰ ਨੂੰ ਪੈਦਾ ਕੀਤਾ। ਜੋ ਪਰਮੇਸ਼ਵਰ ਜਗਤ ਪਿਤਾ ਹੈ, ਸਾਰਿਆਂ ਨੂੰ ਪਾਲਦਾ ਹੈ, ਇਸ ਨੂੰ ਵੀ ਪਾਲਦਾ ਹੈ। ਤੇ ਕਹਿੰਦੇ ਨੇ ਇਸ ਮਨੁੱਖ ਨੇ ਉਸ ਪਰਮੇਸ਼ਵਰ ਨੂੰ ਜੋ ਜਗਤ ਪਿਤਾ ਹੈ ਭੁਲਾ ਦਿੱਤਾ ਹੈ। ਤੇ ਜਦੋਂ ਭੁਲਾ ਦਿੱਤਾ ਫਿਰ ਕੀ ਹੋ ਗਿਆ, ਆਓ ਸ਼ਰਵਣ ਕਰੀਏ। ਬਾਝੋ ਗੁਰੂ ਅਚੇਤ ਹੈ, ਸਭ ਬੱਦੀ ਜਮ ਕਾਲ। ਇਹ ਜੋ ਸ਼ਬਦ ਹੈ ਅਚੇਤ, ਬਾਝੋ ਗੁਰੂ ਅਚੇਤ ਹੈ। ਅਚੇਤ ਹੁੰਦਾ ਹੈ ਜੀ ਜੋ ਸੁਚੇਤ ਨਾ ਹੋਵੇ। ਸੁਚੇਤ ਦਾ ਅਰਥ ਹੁੰਦਾ ਹੈ ਜੋ ਚੇਤਾ ਕਰੇ, ਅਚੇਤ ਦਾ ਅਰਥ ਜੋ ਚੇਤਾ ਨਾ ਕਰੇ। ਕਿਹਨੂੰ ਚੇਤਾ ਨਾ ਕਰੇ? ਗੁਰੂ ਨੂੰ। ਅਚੇਤ ਦਾ ਅਗਲਾ ਅਰਥ ਹੁੰਦਾ ਹੈ ਜੋ ਆਲਸੀ ਰਵੇ। ਫਿਰ ਅਗਲਾ ਅਰਥ ਜੋ ਬਿਲਕੁਲ ਹੀ ਲਾਪਰਵਾਹੀ ਦੇ ਨਾਲ ਸੁੱਤਾ ਤੇ ਪਹਿਲਾਂ ਨਹੀਂ ਸੀ, ਪਰ ਹੁਣ ਅੰਦਰੋਂ ਸੁੱਤਾ ਪਿਆ, ਬਾਹਰੋਂ ਜਾਗਦਾ। ਅਚੇਤ ਦੇ ਅਰਥ ਬਹੁਤੇ ਬਣਦੇ ਨੇ। ਅਚੇਤ ਦਾ ਅਰਥ ਅਨਕੌਂਸ਼ੀਅਸ, ਵੀ ਜਿੰਨਾ ਚਿਰ ਸਾਨੂੰ ਗੁਰੂ ਮਿਲਦਾ ਨਹੀਂ, ਅਸੀਂ ਗੁਰੂ ਧਾਰਨਾ ਕਰਦੇ ਨਹੀਂ, ਮਨੁੱਖ ਅਨਕੌਂਸ਼ੀਅਸ ਹੀ ਰਹਿੰਦਾ, ਮਨੁੱਖ ਅਚੇਤ ਹੀ ਰਹਿੰਦਾ। ਇੱਕ ਮਹਾਰਾਜ ਜੀ ਕਿੰਨੇ ਕੁ ਲੋਕ ਨੇ ਜਿਹੜੇ ਅਚੇਤ ਨੇ? ਸੱਚੇ ਪਾਤਸ਼ਾਹ 10 ਲੋਕ ਨੇ, 100 ਨੇ, 1000 ਨੇ, ਲੱਖ ਨੇ। ਮਹਾਰਾਜ ਜੀ ਕਹਿੰਦੇ ਨੇ ਭਾਈ ਮਾਇਆ ਇਤਨੀ ਪ੍ਰਬਲ ਹੈ, ਸਭ ਬੱਧੀ ਜਮ ਕਾਲ। ਇਹ ਸਾਰੀ ਸ੍ਰਿਸ਼ਟੀ ਹੀ ਗੁਰੂ ਨੂੰ ਭੁੱਲ ਕੇ ਅਚੇਤ ਅਵਸਥਾ ਵਿੱਚ, ਅਨਕੌਂਸ਼ੀਅਸ ਕੰਡੀਸ਼ਨ ਦੇ ਵਿੱਚ ਭੁੱਲੀ ਬੈਠੀ ਹੈ। ਇਸ ਕਰਕੇ ਜਮਦੂਤਾਂ ਨੇ, ਆਤਮਿਕ ਮੌਤ ਨੇ ਸਾਰਿਆਂ ਨੂੰ ਆਪਣੇ ਪੰਜੇ ਵਿੱਚ ਜਕੜਿਆ ਹੋਇਆ ਹੈ। ਤੇ ਇਸ ਜੀਵ ਦਾ ਚਿੱਤ ਵੀ ਨਹੀਂ ਕਰਦਾ ਕਿ ਉਸ ਪੰਜੇ ਤੋਂ ਛੁਟਕਾਰਾ ਪਾਇਆ ਜਾਵੇ, ਕਿਉਂਕਿ ਇਸ ਨੂੰ ਸਵਾਦ ਆਉਂਦਾ ਹੈ। ਇਹ ਬਾਹਰੀ ਪਦਾਰਥਾਂ ਦੇ ਵਿੱਚ ਸਵਾਦ ਭਾਲਦਾ ਹੈ। ਸਵਾਦ ਦਾ ਅਰਥ ਟਿਕਾਓ, ਆਨੰਦ। ਪਰ ਇਸ ਨੂੰ ਪਤਾ ਨਹੀਂ ਇਹ ਸਵਾਦ ਨਹੀਂ, ਇਹ ਇਸ ਦਾ ਆਪਣਾ ਹੀ ਨੁਕਸਾਨ ਹੈ। ਮਾਇਆ ਸਾਨੂੰ ਠੱਗ ਲੈਂਦੀ ਹੈ ਜੀ। ਹੁਣ ਅਸੀਂ ਕਹੀਏ ਜੀ ਮਾਇਆ ਕਿਵੇਂ ਠੱਗ ਲੈਂਦੀ ਹੈ? ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤੇਰਾ ਨੁਕਸਾਨ ਬਹੁਤ ਵੱਡਾ ਹੁੰਦਾ ਹੈ। ਇਹ ਮਾਇਆ ਜਿਹੜੀ ਹੈ ਨਾ, ਉਹ ਠੱਗ ਲੈਂਦੀ ਹੈ। ਤੇ ਠੱਗਣ ਦਾ ਢੰਗ ਤੂੰ ਇੰਝ ਸਮਝ, ਜਿਸ ਤਰ੍ਹਾਂ ਕੋਈ ਮਨੁੱਖ ਜਾਵੇ ਤੇ ਉਹ ਆਪਣੇ ਘਰ ਨੂੰ ਵੇਚ ਵੱਟ ਕੇ ਤੇ ਸੋਨੇ ਦੇ ਗਹਿਣੇ ਲੱਦ ਕੇ ਲੈ ਕੇ ਜਾਂਦਾ ਹੋਵੇ, ਤੇ ਰਸਤੇ ਦੇ ਵਿੱਚ ਕੋਈ ਬੀਬੀਆਂ ਘੇਰਾ ਪਾ ਲੈਣ ਤੇ ਬੀਬੀਆਂ ਲੁੱਟ ਲੈਣ, ਕੋਈ ਆਉਣ ਤੇ ਕੋਈ ਲੁੱਟ ਲੈਣ। ਤੇ ਜਿਸ ਵੇਲੇ ਤੈਨੂੰ ਬਾਹਰ ਹੀ ਤੈਨੂੰ ਚੀਜ਼ਾਂ ਦੀ ਲੁੱਟ ਦਿਸੇਗੀ, ਤੂੰ ਤਰਲੇ ਵੀ ਕਰੇਗਾ, ਤੂੰ ਰੋਏਗਾ ਵੀ, ਕੁਰਲਾਏਗਾ ਵੀ। ਤੇ ਜੇ ਤੈਨੂੰ ਆਖਿਆ ਜਾਏਗਾ ਤੈਨੂੰ ਕਤਲ ਕਰ ਦੇਣਾ, ਫਿਰ ਤੂੰ ਕਹੇਗਾ ਨਹੀਂ, ਲੈ ਲਓ ਸਭ ਕੁਝ, ਮੈਨੂੰ ਬਖਸ਼ ਦਿਓ, ਮੇਰੀ ਜਾਨ ਦੀ ਸਲਾਮਤੀ ਤੁਸੀਂ ਕਿਰਪਾ ਕਰਕੇ ਦੇ ਦਿਓ। ਬਾਹਰ ਦੇ ਪਦਾਰਥ ਲੁੱਟੇ ਜਾਣ, ਉਹ ਸਾਨੂੰ ਦਿਸਦੇ ਨੇ। ਜਿਸ ਤਰ੍ਹਾਂ ਬਾਹਰੋਂ ਸਾਨੂੰ ਕੋਈ ਲੁੱਟੇ ਤੇ ਸਾਡਾ ਨੁਕਸਾਨ ਹੁੰਦਾ, ਇਸੇ ਤਰ੍ਹਾਂ ਜਿਸ ਵੇਲੇ ਅਸੀਂ ਅੰਤਰ ਆਤਮੇ ਜੀਵਨ ਬਤੀਤ ਕਰਦੇ ਹਾਂ, ਅਸੀਂ ਦੇਖਦੇ ਹਾਂ ਨਾ ਰੂਹਾਨੀ ਮਾਰਗ, ਉੱਥੇ ਵਿਸ਼ੇ ਵਿਕਾਰ ਬੈਠੇ ਨੇ। ਸਾਨੂੰ ਪਤਾ ਲੱਗਦਾ ਹੈ ਸਾਡੀ ਆਤਮਾ ਦੇ ਵਿੱਚੋਂ ਇੱਕ ਸੈਕਿੰਡ ਤੋਂ ਵੀ ਘੱਟ ਸਮੇਂ ਦੇ ਵਿੱਚ ਆਤਮਾ ਦਾ ਚਾਨਣ ਨਿਕਲਦਾ ਹੈ, ਆਤਮਾ ਦਾ ਪ੍ਰਕਾਸ਼ ਨਿਕਲਦਾ ਹੈ। ਰੱਬੀ ਗੁਣ ਪ੍ਰਗਟ ਹੁੰਦੇ ਨੇ, ਪਰ ਵਿਸ਼ੇ ਵਿਕਾਰ ਉਹ ਸਾਰੇ ਗੁਣਾਂ ਨੂੰ ਖਾਈ ਜਾਂਦੇ ਨੇ। ਵਿਸ਼ੇ ਵਿਕਾਰ ਉਸ ਅੰਮ੍ਰਿਤ ਨੂੰ ਲੁੱਟੀ ਜਾਂਦੇ ਨੇ। ਉਹ ਅੰਮ੍ਰਿਤ ਨੂੰ ਲੁੱਟ ਕੇ ਆਪ ਬਲਵਾਨ ਹੋ ਗਏ। ਅਸੀਂ ਬਚਨ ਪੜ੍ਹਦੇ ਹਾਂ ਨਾ ਜੀ, ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਹੋ ਨਾ ਸੁਣੈ ਪੁਕਾਰ। ਮਨਮੁਖ ਬੰਦੇ ਨੂੰ ਸਮਝੇ ਕੋਈ ਨਹੀਂ ਕਿ ਲੁੱਟਿਆ ਜਾ ਰਿਹਾ, ਕਿਉਂਕਿ ਜਾਗਦਾ ਹੋਏਗਾ ਫਿਰ ਪਤਾ ਲੱਗੇਗਾ, ਜਾਗਦਾ ਹੋਏਗਾ ਫਿਰ ਪਤਾ ਲੱਗੇਗਾ। ਤੇ ਅਜੇ ਤੱਕ ਜਾਗਿਆ ਨਹੀਂ, ਇਸ ਕਰਕੇ ਇਸ ਨੂੰ ਪਤਾ ਨਹੀਂ ਲੱਗਦਾ। ਜਦੋਂ ਅਸੀਂ ਗੁਰੂ ਮੰਤਰ ਦਾ ਜਾਪ ਕਰਾਂਗੇ, ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਾਂਗੇ, ਅਸੀਂ ਬਾਣੀ ਦਾ ਜਾਪ ਕਰਾਂਗੇ, ਅੰਦਰ ਜਾਗੇਗਾ, ਫਿਰ ਸਾਨੂੰ ਪਤਾ ਲੱਗੇਗਾ ਅਸੀਂ ਤਾਂ ਲੁੱਟੇ ਜਾਂਦੇ ਹਾਂ।
ਸਵਾਸ ਲੁੱਟੇ ਜਾ ਰਹੇ ਨੇ, ਸਾਡੀ ਆਤਮਿਕ ਤਾਕਤ ਲੁੱਟੀ ਜਾ ਰਹੀ, ਸਾਡੀ ਬੌਧਿਕ ਤਾਕਤ ਲੁੱਟੀ ਜਾ ਰਹੀ, ਸਾਡੀ ਫਿਜ਼ੀਕਲ ਤਾਕਤ ਲੁੱਟੀ ਜਾ ਰਹੀ। ਤੇ ਕੋਈ ਬੰਦਾ ਇੱਕ ਇੱਕ ਸਾਹ ਲੁੱਟਿਆ ਜਾਂਦਾ ਹੋਵੇ ਤੇ ਉਸ ਨੂੰ ਪਤਾ ਨਾ ਲੱਗੇ, ਦੱਸੋ ਇਸ ਤੋਂ ਮੰਦਭਾਗੀ ਘਟਨਾ ਕੀ ਹੋ ਸਕਦੀ? ਇਸ ਤੋਂ ਮਾੜਾ ਸਮਾਂ ਕੀ ਹੋ ਸਕਦਾ ਹੈ? ਬੰਦਾ ਲੁੱਟਿਆ ਜਾ ਰਿਹਾ ਹੈ ਤੇ ਬੰਦਾ ਉਸ ਲੁੱਟਣ ਵਾਲੀ ਕੰਡੀਸ਼ਨ ਨੂੰ ਸੋਚੇ ਕਿ ਆਨੰਦ ਆ ਗਿਆ ਜੀ, ਆਨੰਦ ਆ ਗਿਆ, ਮੈਨੂੰ ਚੰਗਾ ਲੱਗਾ ਆਪਣਾ ਲੁਟਾਉਣਾ। ਸ੍ਰਿਸ਼ਟੀ ਵਿੱਚ ਜਿਹੜਾ ਬੰਦਾ ਇੰਜ ਸੋਚੇਗਾ ਫਿਰ ਅਸੀਂ ਇੰਜ ਹੀ ਕਹਾਂਗੇ ਮੈਂਟਲੀ ਅਪਸੈਟ। ਦੂਜਾ ਬੰਦਾ ਲੁੱਟ ਰਿਹਾ, ਇਹ ਕਹਿ ਰਿਹਾ ਕਿ ਮੈਂ ਆਨੰਦ ਦੇ ਵਿੱਚ ਆ, ਮੈਨੂੰ ਚੰਗਾ ਲੱਗਾ। ਕਹਿੰਦੇ ਨੇ ਇਹਦਾ ਅਰਥ ਇਹ ਆ ਕਿ ਇਹ ਦਿਮਾਗੀ ਤੌਰ ਤੇ ਸਟੇਬਲ ਨਹੀਂ ਰਹਿ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਮਾਇਆ ਦੀ ਲੁੱਟ ਤੋਂ, ਇਹਨਾਂ ਵਿਸ਼ੇ ਵਿਕਾਰਾਂ ਦੀ ਲੁੱਟ ਤੋਂ, ਤਿੰਨਾਂ ਗੁਣਾਂ ਦੀ ਲੁੱਟ ਤੋਂ ਬਚੇਗਾ ਤਾਂ ਜੇ ਗੁਰੂ ਵਾਲਾ ਹੋ ਕੇ ਤੂੰ ਗੁਰਮੰਤਰ ਦਾ ਧਾਰਨੀ ਹੋਵੇਂਗਾ। ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲ। ਐ ਭਾਈ ਗੁਰੂ ਦੀ ਮੱਤ, ਗੁਰੂ ਦੇ ਹੁਕਮ ਅਨੁਸਾਰ ਹੀ ਤੂੰ ਬਚੇਗਾ। ਉਬਰੇ ਦਾ ਅਰਥ ਹੈ ਬਚੇਗਾ। ਸੱਚਾ ਨਾਮ ਸੰਭਾਲ, ਤੂੰ ਗੁਰੂ ਦੇ ਦੱਸੇ ਹੋਏ ਗੁਰਮੰਤਰ ਨੂੰ, ਸ਼ਬਦ ਨੂੰ ਤੂੰ ਜਪੇਗਾ, ਯਾਦ ਕਰੇਗਾ, ਚੇਤੇ ਕਰੇਗਾ, ਫੇਰ ਭਾਈ ਤੂੰ ਇਸ ਭਵ ਸਾਗਰ ਤੋਂ ਬਚੇਗਾ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ। ਮਹਾਰਾਜ ਜੀ ਕਿਰਪਾ ਕਰਦੇ ਨੇ ਭਾਈ, ਇਹ ਜੋ ਰਜੋ ਤਮੋ ਸਤੋ, ਇਹ ਜੋ ਤਿੰਨ ਗੁਣ ਨੇ ਇਹ ਮਾਇਆ ਨੇ ਪੈਦਾ ਕੀਤੇ ਨੇ, ਤੇ ਇਸ ਕਰਕੇ ਅਸੀਂ ਮਾਇਆ ਵਿੱਚ ਨਹੀਂ ਲੀਨ ਹੋਣਾ। ਇਹ ਤਿੰਨਾਂ ਗੁਣਾਂ ਦੇ ਮੋਹ ਦੇ ਵਿੱਚ ਅਸੀਂ ਫਸ ਨਾ ਜਾਈਏ। ਇਸ ਕਰਕੇ ਗੁਰਮੁਖ, ਗੁਰੂ ਦੀ ਸ਼ਰਨ ਵਿੱਚ ਜਾ, ਤੇ ਗੁਰੂ ਦੀ ਸ਼ਰਨ ਵਿੱਚ ਜਾਵੇਂਗਾ, ਚੌਥਾ ਪਦ ਪਾਏ, ਤੈਨੂੰ ਚੌਥਾ ਪਦ ਮਿਲੇਗਾ, ਤੈਨੂੰ ਨਿਰਵਾਣ ਅਵਸਥਾ ਮਿਲੇਗੀ, ਤੈਨੂੰ ਅਫੁਰ ਅਵਸਥਾ ਮਿਲੇਗੀ, ਤੈਨੂੰ ਅੰਦਰੋਂ ਸੁੰਨ ਅਵਸਥਾ ਮਿਲੇਗੀ। ਤੂੰ ਉਸ ਪਰਮੇਸ਼ਵਰ ਦਾ ਨਾਮ ਜਿਵੇਂ ਜਿਵੇਂ ਜਪੇਂਗਾ ਤਿਵੇਂ ਤਿਵੇਂ ਤੈਨੂੰ ਮਹਿਸੂਸ ਹੋਏਗਾ ਕਿ ਤੇਰੀ ਸੁਰਤ ਯਾਤਰਾ ਕਰਦੀ ਪਈ ਹੈ ਗੁਰੂ ਦੀ ਅਗਵਾਈ ਦੇ ਵਿੱਚ। ਗੁਰੂ ਕੇ ਸ਼ਬਦ ਦੇ ਨਾਲ ਤੂੰ ਸੱਚਖੰਡ ਵਿੱਚ ਪਹੁੰਚ ਗਿਆ। ਉਸੇ ਨੂੰ ਆਖਦੇ ਨੇ ਚੌਥਾ ਪਦ ਪਾਏ। ਬ੍ਰਹਮ ਗਿਆਨ ਦੀ ਅਵਸਥਾ ਤੇ ਪਹੁੰਚਣ ਤੋਂ ਬਾਅਦ ਤਿੰਨ ਗੁਣ ਰਜੋ ਤਮੋ ਸਤੋ, ਵਿਸ਼ੇ ਵਿਕਾਰ ਤੇ ਮਾਇਆ ਕਦੀ ਵੀ ਪ੍ਰਭਾਵ ਨਹੀਂ ਪਾ ਸਕਦੀ। ਕਰ ਕਿਰਪਾ ਮੇਲਾਈ ਅਨ, ਹਰ ਨਾਮ ਵਸਿਆ ਮਨ ਆਏ। ਇਹ ਪਰਮਾਤਮਾ ਦੀ ਕਿਰਪਾ ਹੋਵੇ ਗੁਰੂ ਤਾਂ ਮਿਲਦਾ। ਜੇ ਪਰਮਾਤਮਾ ਦੀ ਕਿਰਪਾ ਹੋਵੇ ਗੁਰੂ ਮਿਲਦਾ, ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰਮੰਤਰ ਮਿਲਦਾ, ਨਿਤਨੇਮ ਮਿਲਦਾ। ਤੇ ਜਿਸ ਵੇਲੇ ਨਿਤਨੇਮ ਤੇ ਗੁਰਮੰਤਰ ਮਿਲ ਜਾਏ ਫਿਰ ਹਿਰਦੇ ਦੇ ਵਿੱਚ ਪਰਮੇਸ਼ਵਰ ਵਸ ਜਾਂਦਾ। ਪੋਤੈ ਜਿਨ ਕੈ ਪੁੰਨ ਹੈ, ਤਿਨ ਸਤ ਸੰਗਤ ਮੇਲਾਏ। ਇੱਥੇ ਪੋਤੈ ਦਾ ਅਰਥ ਅਸੀਂ ਪੋਲਾ ਪੜਾਂਗੇ। ਪੋਤੈ, ਪੋਤਿਆਂ ਦਾ ਅਰਥ ਜਿੱਥੇ ਕੀਮਤੀ ਜ਼ੇਵਰ ਰੱਖੇ ਜਾਂਦੇ ਨੇ, ਅਸੀਂ ਇਸ ਨੂੰ ਖਜ਼ਾਨਾ ਕਹਿ ਲਈਏ, ਅਸੀਂ ਇਸ ਨੂੰ ਕੋਈ ਐਸੀ ਸਪੇਸ ਕਹਿ ਦਈਏ ਜਿੱਥੇ ਅਸੀਂ ਲੋਕਾਂ ਦੀਆਂ ਅੱਖਾਂ ਤੋਂ ਬਚਾ ਕੇ ਕੋਈ ਕੀਮਤੀ ਪਦਾਰਥ ਰੱਖੇ ਹੋਣ। ਇਹ ਗੁਰਬਾਣੀ ਵਿੱਚ ਬਹੁਤ ਥਾਂ ਤੇ ਆਏਗਾ ਪੋਤੈ। ਜਿਨ੍ਹਾਂ ਦੇ ਖਜ਼ਾਨੇ ਵਿੱਚ, ਜਿਨ੍ਹਾਂ ਦੇ ਪੂਰਬਲੇ ਕਰਮਾਂ ਦੇ ਵਿੱਚ ਚੰਗੇ ਕਰਮ ਨੇ, ਬੰਦਗੀ ਵਾਲੇ ਕਰਮ ਨੇ, ਵੱਡੇ ਭਾਗ ਨੇ, ਤਿੰਨ ਸਤ ਸੰਗਤ ਮੇਲ ਆਏ, ਉਹ ਹੀ ਗੁਰੂ ਕੇ ਸ਼ਬਦ ਦੀ ਸੱਚੀ ਸੰਗਤ ਕਰਦੇ ਨੇ। ਉਹਨਾਂ ਨੂੰ ਹੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਹੈ। ਤੇ ਗੁਰੂ ਦੀ ਸੰਗਤ, ਫਿਰ ਗੁਰੂ ਆਪਣੇ ਸ਼ਬਦ ਦੀ ਸੰਗਤ ਦਿੰਦਾ ਹੈ, ਤੇ ਸ਼ਬਦ ਦੀ ਸੰਗਤ ਤੋਂ ਬਾਅਦ ਜੋ ਸੁਰਤ ਹੈ ਫਿਰ ਚੇਲਾ ਬਣਦੀ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸੁਰਤ ਬਾਰੀਕ ਹੋਈ ਜਾਂਦੀ ਹੈ ਜੀ, ਬਾਰੀਕ ਹੋਈ ਜਾਂਦੀ, ਵਿਸ਼ੇ ਵਿਕਾਰਾਂ ਦਾ ਭਾਰ ਲੱਥੀ ਜਾਂਦਾ। ਕਹਿੰਦੇ ਨੇ ਇਸ ਢੰਗ ਦੇ ਨਾਲ ਸੱਚੀ ਸੰਗਤ ਮਿਲ ਜਾਂਦੀ ਆ। ਤੇ ਸੱਚੀ ਸੰਗਤ ਦੇ ਵਿੱਚ ਸਿਰਫ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਹੀ ਕੋਈ ਮਨੁੱਖ ਜਾ ਸਕਦਾ ਹੈ, ਕੋਈ ਆਪਣੀ ਮਰਜ਼ੀ ਦੇ ਨਾਲ ਨਹੀਂ ਜਾ ਸਕਦਾ। ਭਾਈ ਰੇ ਗੁਰਮਤਿ ਸਾਚ ਰਹਾਉ,
ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਐ ਮੇਰਿਆ ਭਰਾਵਾ, ਮੈਂ ਉੱਚੀ ਪੁਕਾਰ ਕੇ ਤੈਨੂੰ ਕਹਿੰਦਾ ਪਿਆ ਹਾਂ, ਗੁਰੂ ਦੀ ਮੱਤ ਧਾਰਨ ਕਰ, ਗੁਰੂ ਵਾਲਾ ਹੋ, ਗੁਰੂ ਵਾਲਾ ਹੋ ਕੇ ਸ਼ਬਦ ਦਾ ਜਾਪ ਕਰ। ਸਮੇਂ ਦਾ ਕੋਈ ਨਹੀਂ ਪਤਾ, ਕਿਹੜੇ ਵੇਲੇ ਤੇਰੇ ਸਵਾਸਾਂ ਨੇ ਖਤਮ ਹੋ ਜਾਣਾ ਹੈ। ਗੁਰਮਤ, ਗੁਰੂ ਦੀ ਮੱਤ ਅਨੁਸਾਰ ਜਾਪ ਕਰ, ਸਾਹ ਚ ਰਹਾਓ। ਪਰਮੇਸ਼ਵਰ ਦੇ ਨਾਮ ਦੇ ਵਿੱਚ ਹਮੇਸ਼ਾ ਹੀ ਤੂੰ ਸਟੇਬਲ ਰਹਿ, ਤੂੰ ਟਿਕਿਆ ਰਹਿ, ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪਦਾ ਰਹਿ। ਸਟੇਬਿਲਿਟੀ ਪਰਮੇਸ਼ਵਰ ਦੇ ਨਾਮ ਦੇ ਵਿੱਚ ਹੀ ਹੈ। ਸਾਚੋ ਸਾਚ ਕਮਾਵਣਾ, ਸਾਚੈ ਸ਼ਬਦ ਮਿਲਾਓ। ਬੰਦਗੀ ਕਰ, ਸਾਚੋ ਸਾਚ ਕਮਾਵਣਾ, ਇਸ ਨੂੰ ਕਮਾ। ਜਦੋਂ ਕੋਈ ਬੰਦਾ ਜੋਬ ਕਰਦਾ ਹੈ ਤੇ ਪਰਿਵਾਰ ਦੇ ਜੋ ਜੀ ਨੇ ਉਹ ਕਹਿੰਦੇ ਨੇ ਕਿ ਇਹ ਕਮਾਉਣ ਵਾਸਤੇ ਗਿਆ, ਕਮਾਉਣ ਵਾਸਤੇ। ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਅਸੀਂ ਸ਼ਬਦ ਕਮਾਉਣਾ ਕਹਿੰਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਇਸ ਬੰਦੇ ਨੂੰ ਸਮਝਾਉਣਾ ਪੈਣਾ, ਇਹਨੂੰ ਉਹੀ ਸ਼ਬਦ ਵਰਤਣਾ ਪੈਣਾ ਜੋ ਇਹਦੇ ਬੁੱਧੀ 'ਚ, ਜੋ ਇਹਦੇ ਮਨ ਵਿੱਚ ਟਿਕਿਆ ਹੋਇਆ। ਭਾਈ ਪਰਮੇਸ਼ਵਰ ਦਾ ਨਾਮ ਜਪੇਗਾ, ਇਹ ਸਮਝ ਲਵੀਂ ਤੂੰ ਮਾਇਆ ਕਮਾ ਲਈ। ਬੰਦਗੀ ਕਰ ਕਰਕੇ ਐਸਾ ਪਦਾਰਥ ਇਕੱਠਾ ਕਰ ਲਿਆ ਜੋ ਰੱਬ ਦੇ ਘਰ ਤੱਕ ਚੱਲਦਾ ਹੈ। ਜਿਵੇਂ ਹੁਣ ਪਾਕਿਸਤਾਨ ਦੀ ਕਰੰਸੀ ਅਮਰੀਕਾ ਵਿੱਚ ਨਹੀਂ ਚੱਲਣੀ। ਅਮਰੀਕਾ ਦੀ ਕਰੰਸੀ ਤੇ ਸਾਰੇ ਪਾਸੇ ਚੱਲੇਗੀ ਨਾ ਜੀ। ਤੇ ਅਸੀਂ ਹੁਣ ਕਹੀਏ ਕਿ ਨੇਪਾਲ ਦੀ ਕਰੰਸੀ ਚਲਾ ਲਈ ਜਾਂ ਕਿਸੇ ਹੋਰ ਦੇਸ਼ ਦੀ ਕਰੰਸੀ ਚਲਾ ਰਹੀ। ਹੁਣ ਸੱਚਖੰਡ ਵਿੱਚ ਗੁਰੂ ਦੇ ਘਰ ਦੇ ਵਿੱਚ ਸਿਰਫ ਨਿਤਨੇਮ ਦੀ ਬੰਦਗੀ ਦੀ ਕਰੰਸੀ ਚੱਲਦੀ, ਹੋਰ ਕੋਈ ਕਰੰਸੀ ਨਹੀਂ ਚੱਲਦੀ। ਉੱਥੇ ਐਂਟਰੈਂਸ ਹੁੰਦੀ ਹੀ ਨਹੀਂ ਬਿਨਾਂ ਉਸ ਮਾਲਕ ਦੇ ਵੀਜ਼ੇ ਤੋਂ। ਉੱਥੇ ਵੀਜ਼ਾ ਪਰਮੇਸ਼ਵਰ ਦਾ ਨਾਮ, ਜੋ ਰਸਤੇ ਦੇ ਵਿੱਚ ਅਸੀਂ ਟਿਕਟ ਲੈਣੀ ਹੈ ਜੀ। ਅਸੀਂ ਸੰਸਾਰੀ ਲੋਕ ਹਾਂ, ਅਸੀਂ ਇੰਝ ਸਮਝ ਲਈਏ ਅਸੀਂ ਜਾਣਾ ਹੈ ਜੀ। ਏਅਰਪੋਰਟ ਦੇ ਵਿੱਚ ਐਂਟਰੈਂਸ ਪਾਸਪੋਰਟ ਵੇਖ ਕੇ, ਵੀਜ਼ਾ ਵੇਖ ਕੇ ਦਿੱਤੀ ਜਾਂਦੀ ਹੈ। ਫਿਰ ਜਹਾਜ਼ ਟਿਕਟ ਵੀ ਸਾਨੂੰ ਮਿਲਦੀ ਆ, ਅਸੀਂ ਜਹਾਜ਼ ਵਿੱਚ ਜਾਂਦੇ ਉਦੋਂ ਵੀ ਉਹ ਵੇਖਦੇ ਆ ਪਾਸਪੋਰਟ। ਫਿਰ ਅਸੀਂ ਕਿਸੇ ਹੋਰ ਦੇਸ਼ 'ਚ ਜਾਣਾ ਉਦੋਂ ਵੀ ਵੇਖਦੇ ਪਾਸਪੋਰਟ। ਅਸੀਂ ਇਸ ਨੂੰ ਕਹਿ ਦਈਏ ਕਿ ਬੰਦਗੀ ਹੀ ਪਾਸਪੋਰਟ ਸਮਝੋ, ਬੰਦਗੀ ਹੀ ਵੀਜ਼ਾ ਸਮਝੋ, ਬੰਦਗੀ ਹੀ ਟਿਕਟ ਸਮਝੋ, ਬੰਦਗੀ ਹੀ ਜਹਾਜ਼ ਸਮਝੋ, ਤੇ ਬੰਦਗੀ ਹੀ ਦੂਜਾ ਦੇਸ਼ ਆ। ਤੇ ਸਭ ਕੁਝ ਬੰਦਗੀ ਹੀ ਬੰਦਗੀ ਹੈ ਗੁਰੂ ਦੀ ਆਗਿਆ ਦੇ ਅਨੁਸਾਰ। ਤੇ ਜਿਸ ਦੇਸ਼ ਵਿੱਚ ਜਾਣਾ ਉਸ ਦੇਸ਼ ਦੀ ਕਰੰਸੀ ਦਾ ਸਾਨੂੰ ਪਤਾ ਹੁੰਦਾ ਹੈ। ਅਸੀਂ ਕਰੰਸੀ ਲੈ ਕੇ ਜਾਂਦੇ, ਡਾਲਰ ਲੈ ਕੇ ਜਾਂਦੇ ਹਾਂ ਇੰਡੀਆ 'ਚੋਂ। ਤੇ ਕਹਿੰਦੇ ਨੇ ਤੇ ਤੂੰ ਤੇ ਬਹੁਤ ਜ਼ਿਆਦਾ ਸਿਆਣਾ, ਜਿਹੜੇ ਦੇਸ਼ ਵਿੱਚ ਜਾਣਾ ਸੀ ਡਾਲਰ ਪਹਿਲਾਂ ਹੀ ਲੈ ਲਏ, ਤੈਨੂੰ ਪਤਾ ਨਹੀਂ। ਰੱਬ ਦੇ ਘਰ ਵਿੱਚ ਸੱਚਖੰਡ ਵਿੱਚ ਤੇਰੀ ਇਹ ਵਿਸ਼ੇ ਵਕਾਰਾਂ ਦੀ ਕਰੰਸੀ ਨਹੀਂ ਚੱਲਣੀ, ਤੇਰੇ ਕੰਮ ਧੰਦਿਆਂ ਦੀ ਕਰੰਸੀ ਨਹੀਂ ਚੱਲਣੀ, ਤੇਰਾ ਸੰਸਾਰ ਦਾ ਕੰਮ ਧੰਦਾ ਨਹੀਂ ਚੱਲਣਾ ਸੱਜਣਾ। ਉੱਥੇ ਦੇ ਸਿਰਫ ਬੰਦਗੀ ਚੱਲਣੀ ਹੈ। ਉੱਥੇ ਵਾਹਿਗੁਰੂ ਵਾਹਿਗੁਰੂ ਗੁਰੂ ਮੰਤਰ ਦੀ ਕਰੰਸੀ ਚੱਲਣੀ। ਹੁਣ ਤੂੰ ਦੇਖ ਲੈ, ਜੇ ਤੂੰ ਲੋਕ ਤੇ ਪਰਲੋਕ ਵਿੱਚ ਸੁੱਖ ਚਾਹੁੰਦਾ ਤੇ ਗੁਰੂ ਮੰਤਰ ਜਪਣਾ ਸ਼ੁਰੂ ਕਰ ਦੇ। ਜੇ ਨਹੀਂ ਚਾਹੁੰਦਾ ਤੇ ਫਿਰ ਤੂੰ ਹਾਲ ਪਾਹਰਿਆ ਨਾ ਕਰੀ, ਫਿਰ ਤੂੰ ਗੁਰੂ ਕੋਲ ਆ ਕੇ ਫਿਰ ਤੂੰ ਬਹੁਤ ਦੁਖੀ ਹੋ ਕੇ ਕਹਿਣਾ ਇਹ ਸਤਿਗੁਰੂ ਬਚਾਓ ਬਚਾਓ। ਤੇ ਮਹਾਰਾਜ ਨੇ ਕਹਿਣਾ ਭਾਈ ਮੈਂ ਤੇ ਤੈਨੂੰ ਲੱਖਾਂ ਵਾਰ ਕਿਹਾ ਕਿ ਬਚ ਜਾ ਬਚ ਜਾ। ਜਿਹੜਾ ਵਿਸ਼ੇ ਵਿਕਾਰਾਂ ਤੋਂ ਬਚ ਗਿਆ ਉਹਨੂੰ ਕਦੀ ਦੁੱਖ ਲੱਗਦਾ ਹੀ ਨਹੀਂ। ਅੰਦਰ ਦੇ ਸੁੱਖ ਦੇ ਵਿੱਚ ਜੋ ਟਿਕ ਗਿਆ ਉਸ ਨੂੰ ਬਾਹਰ ਦੀ ਕੰਡੀਸ਼ਨ ਕਦੀ ਵੀ ਡੁਲਾ ਨਹੀਂ ਸਕਦੀ, ਕਦੀ ਵੀ। ਇਸ ਕਰਕੇ ਬੰਦਗੀ ਪਰਮੇਸ਼ਵਰ ਦਾ ਨਾਮ ਅਸੀਂ ਦਿਨ ਰਾਤ ਕਮਾਉਣਾ, ਸੱਚ ਹੈ ਸ਼ਬਦ ਮਿਲਾਓ। ਫਿਰ ਉਹ ਜੋ ਬੰਦਗੀ ਅਸੀਂ ਕਰਾਂਗੇ, ਸਮਾਂ ਆਏਗਾ ਫਿਰ ਕਹਿੰਦੇ ਨੇ ਫਿਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਡੀ ਸੁਰਤ ਲੀਨ ਹੋ ਜਾਏਗੀ, ਕਦੀ ਵੀ ਵਿਛੜੇਗੀ ਨਹੀਂ। ਰਹਾਉ ਵਿਸ਼ਰਾਮ ਦਿੰਦੇ ਹੋਏ ਕਿਰਪਾ ਕੀਤੀ। ਜਿਨੀ ਨਾਮ ਪਛਾਣਿਆ ਤਿਨ ਬਿਟਹੁ ਬਲ ਜਾਓ। ਇਸ ਨੂੰ ਅਸੀਂ ਪੜਾਂਗੇ ਜਿਨੀ, ਜਿਨੀ ਅਣਾਣਾ ਨਾ ਪੈ ਜਾਏ, ਜਿਣੀ ਨਾ ਪੈ ਜਾਏ। ਜਿਨੀ ਨਾਮ ਪਛਾਣਿਆ ਤਿਨ ਬਿਟਹੁ ਬਲ ਜਾਓ। ਇਸ ਨੂੰ ਬਲ ਕਹਾਂਗੇ, ਬਲ ਨਹੀਂ ਕਹਾਂਗੇ, ਬਲ ਪੋਲਾ ਪੜਾਂਗੇ। ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਨਾਮ ਜਪਿਆ, ਮੈਂ ਉਹਨਾਂ ਤੋਂ ਬਲਿਹਾਰ ਨਹੀਂ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ।
ਤੇ ਇਹ ਜੋ ਸਦਕੇ ਬਲਿਹਾਰ ਨੇ, ਇਹ ਸ਼ਬਦ ਇੰਜ ਸਮਝ ਲਵੋ ਜਿਵੇਂ ਇੱਕ ਦੇਸ਼ ਦੂਜੇ ਦੇਸ਼ ਦੇ ਅੱਗੇ ਸਰੈਂਡਰ ਹੋ ਜਾਏ। ਜਿਵੇਂ ਹੁਣ ਲੜਾਈ ਚੱਲਦੀ ਪਈ ਹੈ ਜੀ ਯੂਕਰੇਨ ਦੀ ਤੇ ਰਸ਼ੀਆ ਦੀ। ਹੁਣ ਯੂਕਰੇਨ ਆਪਣੇ ਗੋਡੇ ਟੇਕ ਦਵੇ, ਈਨ ਮੰਨ ਲਵੇ, ਦੂਜੇ ਦੀ ਈਨ ਮੰਨਣ ਨੂੰ, ਦੂਜੇ ਦੇ ਅੱਗੇ ਸਮਰਪਿਤ ਹੋਣ ਨੂੰ, ਦੂਜੇ ਦੀ ਗੱਲ ਮੰਨਣ ਨੂੰ, ਦੂਜੇ ਅੱਗੇ ਝੁਕਣ ਨੂੰ ਬਲਿਹਾਰ ਨਹੀਂ ਹੋਣਾ ਕਹਿੰਦੇ ਨੇ, ਸਦਕੇ ਹੋਣਾ ਕਹਿੰਦੇ ਨੇ, ਕੁਰਬਾਨ ਹੋਣਾ ਕਹਿੰਦੇ ਨੇ। ਤੇ ਇਹ ਸ਼ਬਦ ਮਹਾਰਾਜ ਜੀ ਵਰਤ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰ ਨੇ ਜਾਂਦਾ। ਛੋਟਾ ਸ਼ਬਦ ਨਹੀਂ ਹੈ। ਇਸ ਦੀ ਵਿਆਖਿਆ ਜੇ ਕੀਤੀ ਜਾਏ ਤੇ ਉਸੇ ਵੇਲੇ ਅੰਦਰ ਸ਼ਰਮਿੰਦਗੀ ਨਾਲ ਭਰ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਨਿਤਨੇਮ ਕੀਤਾ, ਅਸੀਂ ਵਾਹਿਗੁਰੂ ਵਾਹਿਗੁਰੂ ਕੀਤਾ ਤੁਹਾਡੀ ਕਿਰਪਾ ਦੇ ਨਾਲ, ਤੇ ਤੁਸੀਂ ਇੰਨਾ ਨੀਵਾਂ ਹੋ ਕੇ ਸਾਨੂੰ ਇੰਨਾ ਉੱਚਾ ਚੁੱਕ ਕੇ ਇੰਨੀ ਵਡਿਆਈ ਦਿੰਦੇ ਹੋ। ਮਹਾਰਾਜ ਜੀ ਤੇ ਕਹਿ ਰਹੇ ਨੇ ਜਿਨ੍ਹਾਂ ਨੇ ਨਾਮ ਜਪਿਆ, ਕੋਈ ਵੀ ਨਾਮ ਜਪ ਸਕਦਾ, ਕੋਈ ਵੀ ਜਪ ਸਕਦਾ, ਪਰ ਮਹਾਰਾਜ ਜੀ ਕਹਿੰਦੇ ਨੇ ਮੈਂ ਬਲਿਹਾਰ ਨੇ ਉਹਨਾਂ ਤੋਂ ਜਾਣਾ ਜਿਨ੍ਹਾਂ ਦਾ ਜੀਵਨ ਕੈਸਾ ਹੋ ਗਿਆ। ਆਓ ਸ਼ਰਵਣ ਕਰੀਏ। ਆਪ ਛੋੜ ਚਰਣੀ ਲੱਗਾ, ਚੱਲਾ ਤਿਨ ਕੈ ਭਾਏ। ਮਹਾਰਾਜ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਨੇ ਹੀ ਨਾ ਜਾਵਾਂ, ਮੈਂ ਆਪਣਾ ਆਪ ਛੱਡ ਦਿਆਂ, ਮੈਂ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਜਾਵਾਂ, ਚਰਨਾਂ ਦੀ ਸੇਵਾ ਕਰਾਂ। ਕਦੀ ਮੈਂ ਉਹਨਾਂ ਦੇ ਪੈਰਾਂ ਨੂੰ ਧੋਵਾਂ, ਕਦੀ ਮੈਂ ਉਹਨਾਂ ਦੇ ਪੈਰਾਂ ਨੂੰ ਆਪਣੀ ਪਲਕਾਂ ਦੇ ਨਾਲ ਪੂੰਝਾਂ, ਧੋਵਾਂ ਆਪਣੇ ਨੇਤਰਾਂ ਦੇ ਜਲ ਦੇ ਨਾਲ, ਵਿਰਾਗ ਦੇ ਜਲ ਦੇ ਨਾਲ, ਪਲਕਾਂ ਦੇ ਨਾਲ ਪੂੰਝਾਂ। ਫਿਰ ਮੈਂ ਉਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਾਂ, ਫਿਰ ਮੈਂ ਉਹਨਾਂ ਦੇ ਚਰਨਾਂ ਨੂੰ ਚੁੰਮਾਂ। ਮੈਂ ਬਲਿਹਾਰ ਨੇ ਜਾਵਾਂ ਵੱਖ-ਵੱਖ ਢੰਗਾਂ ਦੇ ਨਾਲ, ਚੱਲਾਂ ਤਿੰਨ ਕੈ ਭਾਏ। ਕਹਿੰਦੇ ਨੇ ਮੈਂ ਉਹਨਾਂ ਦੇ ਹੁਕਮ ਦੇ ਅਨੁਸਾਰ ਹੋ ਕੇ ਤੁਰਾਂ, ਉਹ ਜਿਵੇਂ ਜਿਵੇਂ ਕਹਿਣ ਮੈਂ ਉਵੇਂ ਉਵੇਂ ਮੈਂ ਆਗਿਆ ਨੂੰ ਧਾਰਨ ਕਰਾਂ, ਪਰ ਉਹਨਾਂ ਦੀ ਆਗਿਆ ਦੇ ਵਿੱਚ ਚੱਲਾਂਗਾ ਜੋ ਗੁਰੂ ਦੀ ਆਗਿਆ ਵਿੱਚ ਚੱਲਦੇ ਨੇ। ਮੈਂ ਉਹਨਾਂ ਦੇ ਚਰਨਾਂ ਤੋਂ ਕੁਰਬਾਨ ਹੋਵਾਂਗਾ ਜੋ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੁੰਦੇ ਨੇ, ਤੇ ਜੋ ਗੁਰੂ ਦੇ ਚਰਨਾਂ ਤੋਂ ਕੁਰਬਾਨ ਹੁੰਦਾ ਉਹ ਬ੍ਰਹਮ ਗਿਆਨੀ ਹੋ ਜਾਂਦਾ, ਉਹ ਗੁਰੂ ਦਾ ਰੂਪ ਹੋ ਜਾਂਦਾ। ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਪਏ ਨੇ ਮੈਂ ਉਹਦੀ ਸੇਵਾ ਵਿੱਚ ਹਾਜ਼ਰ ਹੋਵਾਂ। ਤੇ ਇਹ ਗੁਰਸਿੱਖਾ ਦੇਖ ਤੇਰਾ ਗੁਰੂ ਜਿਸ ਵੇਲੇ ਬਚਨ ਕਰਦਾ ਤੂੰ ਫਿਰ ਬੰਦਗੀ ਵਿੱਚ ਵਾਹਿਗੁਰੂ 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 ਨਾ ਕਰੇ ਤੇ ਫਿਰ ਤਾਂ ਦੱਸ ਤੇਰਾ ਕਿਵੇਂ ਪਾਰ ਉਤਾਰਾ ਹੋਵੇਗਾ, ਕਿਵੇਂ ਪਾਰ ਉਤਾਰਾ ਹੋਵੇਗਾ। ਗੁਰੂ ਤੈਨੂੰ ਪਿਆਰ ਇੰਨਾ ਕਰਦਾ। ਅਸੀਂ ਬੱਚੇ ਦੇ ਪੈਰਾਂ ਨੂੰ ਘੁੱਟਦੇ ਹਾਂ, ਜੋ ਮਹਾਰਾਜ ਜੀ ਤੇ ਬਚਨ ਕਰ ਰਹੇ ਨੇ ਨਾ, ਅਸੀਂ ਮਹਾਰਾਜ ਜੀ ਦੇ ਬੱਚੇ ਹੀ ਹਾਂ। ਅਸੀਂ ਭਾਵੇਂ ਅਰਬਾਂ ਖਰਮਾਂ ਪਾਠ ਕਰ ਲਈਏ, ਬੰਦਗੀ ਕਰ ਲਈਏ, ਅਸੀਂ ਮਹਾਰਾਜ ਜੀ ਦੇ ਇੱਕ ਚਰਨ ਧੂੜ ਦੀ ਕਿਣਕੇ ਦੇ ਬਰਾਬਰ ਨਹੀਂ ਹੋ ਸਕਦੇ। ਜਿਵੇਂ ਸਾਡੇ ਘਰ 'ਚ ਬੱਚੇ ਹੁੰਦੇ ਨਾ, ਮਾਂ ਪਿਓ ਕਹਿੰਦੇ ਨੇ ਬੱਚਿਆਂ 'ਤੇ ਪੈਰ ਘੁੱਟ ਦਿਓ, ਪੈਰ ਗੰਦੇ ਹੋ ਗਏ, ਪੈਰ ਧੋ ਦਿਓ, ਹੁਣ ਪੂੰਝੋ ਪੈਰ, ਹੁਣ ਸੁਕਾਓ, ਹੁਣ ਇੱਥੇ ਦੇਸੀ ਘਿਓ ਦੀ ਮਾਲਿਸ਼ ਕਰੋ, ਹੁਣ ਪੈਰਾਂ ਨੂੰ ਹੌਲੀ ਹੌਲੀ ਇਹਨਾਂ ਘੁੱਟ ਘੁੱਟ ਕੇ ਤੇ ਹੁਣ ਬੱਚਾ ਆਰਾਮ ਵਿੱਚ ਆ ਗਿਆ। ਤੇ ਅਸੀਂ ਬੱਚਿਆਂ ਦੀ ਸੇਵਾ ਕਰਨ ਲੱਗਿਆਂ ਅਸੀਂ ਕੋਈ ਇੰਜ ਫੀਲ ਕਰਦੇ ਹਾਂ, ਗਿਲਟੀ ਥੋੜ੍ਹਾ ਫੀਲ ਕਰਦੇ ਹਾਂ ਵੀ ਦੇਖੋ ਜੇ ਅਸੀਂ ਨੀਵੇਂ ਹੋ ਗਏ, ਸਾਡੀ ਇਨਸਲਟ ਹੋ ਗਈ। ਅਸੀਂ ਇਨਸਲਟ ਨਹੀਂ ਫੀਲ ਕਰਦੇ, ਅਸੀਂ ਮਹਾਰਾਜ ਜੀ ਦੇ ਬੱਚੇ ਹਾਂ। ਤੇ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਪਿਆਰ ਵਸ ਇਹ ਬਚਨ ਕਰ ਰਹੇ ਨੇ ਕਿ ਭਾਈ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਸਿੱਖ ਆਪਣਾ ਭਾਵ ਇੰਜ ਰੱਖੇ ਕਿ ਬੱਚਾ ਹੈ, ਪਰ ਗੁਰੂ ਮਹਾਰਾਜ ਜੀ ਆਪਣੇ ਤੋਂ ਉੱਚਾ ਕਰਕੇ ਸਿੱਖ ਨੂੰ ਸੰਬੋਧਨ ਕਰਦੇ ਪਏ ਨੇ, ਆਪਣੇ ਤੋਂ ਉੱਚਾ। ਤੇ ਅਰਥ ਸਿਰਫ ਇਹ ਬਣਦਾ ਹੈ ਕਿ ਗੁਰੂ ਮਹਾਰਾਜ ਜੀ ਚਾਹੁੰਦੇ ਇਹੀ ਨੇ ਕਿ ਮੇਰੀ ਖੁਸ਼ੀ ਤਾਂ ਹੈ ਜੇ ਨਾਮ ਜਪੇ, ਇਹ ਗੁਰੂ ਵਾਲਾ ਹੋਵੇ, ਇਹ ਵਾਹਿਗੁਰੂ 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 ਜਪਦਾ ਹੀ ਰਹੇ, ਜਪਦਾ ਹੀ ਰਹੇ, ਜਪਦਾ ਹੀ ਰਹੇ। ਹੁਣ ਦੇਖੋ ਸਾਡੀ ਅਣਗਹਿਲੀ ਹੁੰਦੀ ਹੈ, ਅਸੀਂ ਨਾਮ ਜਦੋਂ ਨਹੀਂ ਜਪਦੇ। ਮੰਨ ਲਓ ਕਿ ਮੈਂ 8 ਕਿਲੋਮੀਟਰ ਦੂਰ ਜਾਣਾ, ਅਸੀਂ 8 ਕਿਲੋਮੀਟਰ ਦੂਰ ਜਾਣਾ ਤੇ ਦੂਰ ਜਾ ਕੇ ਅਸੀਂ ਜੋਬ ਕਰਨੀ। ਹੁਣ ਰਸਤੇ ਵਿੱਚ ਸਾਡੇ ਕੋਲ ਸਮਾਂ ਖੁੱਲ੍ਹਾ ਤੇ ਜਦੋਂ ਸਮਾਂ ਮਿਲਿਆ ਤੇ ਵਾਹਿਗੁਰੂ 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 ਜਪਣਾ ਸ਼ੁਰੂ ਕਰ ਦਿਓ ਜੀ।
ਜਪੋ ਵਾਹਿਗੁਰੂ ਵਾਹਿਗੁਰੂ। ਜਦੋਂ ਜੋਬ ਕਰਦੇ ਹੋ ਤੇ ਜਿਸ ਵੇਲੇ ਬੰਦਾ ਐਕਸਪਰਟ ਹੋ ਜਾਏ ਨਾ ਕਿਸੇ ਚੀਜ਼ ਵਿੱਚ, ਫਿਰ ਧਿਆਨ 100% ਨਹੀਂ ਚਾਹੀਦਾ ਹੁੰਦਾ। ਫਿਰ ਧਿਆਨ ਤੇ 1-2% ਨਾਲ ਹੀ ਸੰਸਾਰ ਦੇ ਕੰਮ ਧੰਦੇ ਹੋ ਜਾਂਦੇ ਆ। ਪੂਰਾ ਧਿਆਨ ਫਿਰ ਗੁਰੂ ਕੇ ਸ਼ਬਦ ਵਿੱਚ ਚੱਲਦਾ, ਪੂਰਾ ਧਿਆਨ। ਜਿਸ ਤਰ੍ਹਾਂ ਕੋਈ ਬੰਦਾ ਜਿਮ ਦੇ ਵਿੱਚ ਵਰਕਆਊਟ ਕਰਦਾ ਹੈ ਨਾ ਜੀ, ਉੱਥੇ ਮਿਊਜ਼ਿਕ ਲੱਗਾ ਹੁੰਦਾ ਹੈ, ਉਹ ਵਰਕਆਊਟ ਵੀ ਕਰਦਾ ਹੈ ਤੇ ਨਾਲ ਦੀ ਨਾਲ ਸੁਣੀ ਵੀ ਜਾਂਦਾ ਹੈ ਵੀ ਸ਼ਬਦ ਲੱਗੇ ਨੇ, ਜਾਂ ਤਰ੍ਹਾਂ ਤਰ੍ਹਾਂ ਦੇ ਉੱਥੇ ਵੱਖੋ ਵੱਖਰੇ ਸੰਗੀਤਮਈ ਲਹਿਰਾਂ ਦੇ ਤਰਾਨੇ ਲੱਗੇ ਨੇ। ਇਸ ਕਰਕੇ ਜੇ ਇੱਕੋ ਸਮੇਂ ਦੇ ਵਿੱਚ ਐਕਸਰਸਾਈਜ਼ ਹੋ ਸਕਦੀ ਹੈ, ਸਰੀਰ ਐਕਸਰਸਾਈਜ਼ ਕਰਦਾ ਪਿਆ, ਮਨ ਤੇ ਵਿਹਲਾ ਹੈ, ਮਨ ਨੂੰ ਲਾਓ ਗੁਰੂ ਕੇ ਚਰਨਾਂ ਦੇ ਵਿੱਚ, ਜੋੜ ਦਿਓ ਗੁਰੂ ਦੇ ਚਰਨਾਂ ਵਿੱਚ, ਗੁਰੂ ਮੰਤਰ ਦਾ ਜਾਪ ਸ਼ੁਰੂ ਕਰੋ। ਸਾਡੇ ਕੋਲ ਸਮਾਂ ਹੀ ਸਮਾਂ ਹੈ, ਸਮਾਂ ਹੀ ਸਮਾਂ ਹੈ। ਜਿਸ ਤਰ੍ਹਾਂ ਗੁਰਮੁਖ ਪਿਆਰਿਆਂ ਨੇ ਬਚਨ ਕੀਤਾ, ਕਹਿੰਦੇ ਵੀ ਕੈਨੇਡਾ ਦੇ ਵਿੱਚ ਮਿਲਟਨ ਵਿੱਚ ਰਹਿੰਦੇ ਨੇ, ਉਹ ਕਹਿੰਦੇ ਨੇ ਜੀ ਸਮਾਂ ਨਹੀਂ ਲੱਗਦਾ। ਕਿਉਂ? ਮੈਂ ਡਿਲੀਵਰੀ ਕਰਦਾ ਹਾਂ, ਅਤੇ ਡਿਲੀਵਰੀ ਜਦੋਂ ਅਸੀਂ ਕਰਦੇ ਹਾਂ ਅਤੇ ਮੈਂ ਘੱਟੋ ਘੱਟ 7-8 ਘੰਟੇ ਡਿਲੀਵਰੀ ਕਰਦਾ ਹਾਂ ਜੀ। ਬਾਅਦ 'ਚ ਫਿਰ ਇੱਕ ਜੋਬ ਆ ਫੈਕਟਰੀ ਵਿੱਚ, ਮੈਂ ਉਹ ਕਰਦਾ ਹਾਂ। ਅਤੇ ਉਹਨਾਂ ਦਾ ਉੱਤਰ ਸੀ ਕਿ ਘੱਟੋ ਘੱਟ ਮੈਂ 18 ਤੋਂ 19 ਘੰਟੇ ਜੋਬ ਕਰਦਾ। 4-5 ਉਹਨਾਂ ਨੇ ਵਰਕ ਗਿਣਾ ਦਿੱਤੇ, 4-5 ਆਪਣੀ ਜੋਬਸ ਗਿਣਾ ਦਿੱਤੀਆਂ। 10 ਨੇ ਆਖਿਆ 7 ਵਚਨ। ਉਹ ਕਹਿੰਦੇ ਨੇ ਨਿਤਨੇਮ ਵਾਸਤੇ ਸਮਾਂ ਨਹੀਂ ਲੱਗਦਾ, ਦੱਸੋ ਮੈਂ ਕੀ ਕਰਾਂ। ਦਾਸ ਨੇ ਬੇਨਤੀ ਕੀਤੀ, ਜੋ ਡਿਲੀਵਰੀ ਹੁੰਦੀ ਹੈ ਕਿ ਉਹਦੇ ਵਿੱਚ ਇਹ ਅਸੂਲ ਹੈ ਕਿ ਜਦੋਂ ਤੁਸੀਂ ਡਿਲੀਵਰੀ ਲੈਣੀ ਆ ਕਿਸੇ ਵੀ ਸਟੋਰ ਤੋਂ, ਤੁਸੀਂ ਉੱਥੋਂ ਜਦੋਂ ਤੁਰਨਾ ਆ ਤੇ ਤੁਸੀਂ ਉਸ ਬੰਦੇ ਨੂੰ ਫੋਨ ਲਾ ਕੇ ਕਹਿਣਾ ਕਿ ਮੈਂ ਤੇਰੇ ਕੋਲ 4 ਕਿਲੋਮੀਟਰ ਦੀ ਦੂਰੀ ਤੇ ਆ, ਮੈਂ ਤੇਰੇ ਕੋਲ ਆਉਣਾ, ਤੂੰ ਮੇਰੇ ਨਾਲ ਗੱਲਾਂ ਕਰੀ ਜਾ ਫੋਨ ਤੇ। ਉਹ ਅੱਗੋਂ ਕਹਿਣ ਲੱਗਾ ਹੱਸ ਕੇ, ਨਹੀਂ ਜੀ ਇੱਦਾਂ ਨਹੀਂ ਹੁੰਦਾ, ਤੁਸੀਂ ਡਿਲੀਵਰੀ ਨਹੀਂ ਨਾ ਕੀਤੀ, ਤੁਹਾਨੂੰ ਨਹੀਂ ਪਤਾ। ਬਸ ਇੱਕ ਵਾਰੀ ਫੋਨ ਕਰਕੇ ਦੱਸਣਾ ਹੁੰਦਾ ਹੈ ਕਿ ਮੈਂ ਆ ਰਿਹਾ। ਮੈਸੇਜ ਹੀ ਤਕਰੀਬਨ ਜਾਂਦਾ, ਬਾਅਦ ਵਿੱਚ ਇੱਕ ਵਾਰੀ ਫੋਨ ਹੁੰਦਾ, ਫਿਰ ਉੱਥੇ ਪਹੁੰਚ ਕੇ ਫੋਨ ਹੁੰਦਾ, ਵੈਸੇ ਲੋਕੇਸ਼ਨ ਟਰੇਸ ਕਰ ਲਈ ਦੀ। ਤੇ ਦਾਸ ਨੇ ਆਖਿਆ ਕਿ ਤੁਸੀਂ ਬਹਾਨਾ ਤਾਂ ਬਣਾਓ, ਜੇ ਤੁਸੀਂ ਤੁਰੇ ਹੋ ਤਾਂ ਸਾਰੇ ਰਸਤੇ 'ਚ ਫੋਨ 'ਤੇ ਗੱਲ ਹੋਈ ਜਾਂਦੀ, ਉੱਥੋਂ ਆਉਂਦਿਆਂ ਵੀ ਫੋਨ 'ਤੇ ਗੱਲ ਹੋਈ ਜਾਂਦੀ, 24 ਘੰਟੇ ਤੁਸੀਂ ਫੋਨ 'ਤੇ ਗੱਲ ਕਰਦੇ ਹੋ। ਉਹ ਕਹਿੰਦਾ ਜੀ ਫ੍ਰੀ ਹੁੰਨਾ। ਦਾਸ ਨੇ ਬੇਨਤੀ ਕੀਤੀ, ਜੇ ਸਰੀਰ ਬਿਜ਼ੀ ਹੋਵੇ ਤਾਂ ਵੀ ਮਨ ਫ੍ਰੀ ਹੁੰਦਾ, ਅਤੇ ਜੇ ਤੁਹਾਡਾ ਸਰੀਰ ਵੀ ਫ੍ਰੀ ਤਾਂ ਗੁਰੂ ਮੰਤਰ ਦਾ ਜਾਪ ਕਰੋ। ਇਹ ਬਹਾਨੇਬਾਜ਼ੀ ਦੀ ਥਾਂ ਨਹੀਂ ਹੈ, ਸੱਚ ਇਹ ਹੈ, ਸਭ ਬਹਾਨੇਬਾਜ਼ੀ ਹੈ। ਰੱਬੀ ਮਾਰਗ ਦੇ ਉੱਤੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੂੰ ਦੇਖੋ। ਬਾਬਾ ਫਰੀਦ ਸਾਹਿਬ ਜੀ ਇੱਕ ਵੀਡੀਓ ਚਲਾ ਦਿੰਦੇ ਨੇ ਅੱਖਾਂ ਸਾਹਮਣੇ। ਬਾਬਾ ਫਰੀਦ ਸਾਹਿਬ ਜੀ ਕੀ ਹੋਇਆ, ਕਹਿਣ ਲੱਗੇ ਕਿ 105-106 ਬੁਖਾਰ ਹੋ ਗਿਆ। ਅੱਛਾ ਜੀ, ਫਿਰ ਰੈਸਟ ਕਰੋ, ਡਾਕਟਰ ਨੇ ਰੈਸਟ ਦੱਸੀ ਹੋਏਗੀ। ਉਹ ਕਹਿੰਦੇ ਵੈਦ ਨੇ ਤੇ ਰੈਸਟ ਦੱਸੀ ਆ, ਪਰ ਜੇ ਮੈਂ ਹੁਣ ਆਪਣੇ ਗੁਰੂ ਕੋਲ ਨਾ ਪਹੁੰਚਿਆ ਤੇ ਮੇਰਾ ਜਿਹੜਾ ਜੀਵਨ ਆ ਬਿਰਥਾ ਜਾਣਾ ਹੈ। ਮੈਂ ਤੇ ਭਾਵੇਂ ਨਹੀਂ ਤੁਰ ਸਕਦਾ, ਚੱਕਰ ਆਉਂਦੇ ਪਏ ਆ, ਮੈਂ ਕੂਣੀਆਂ ਨੂੰ ਆਸਰਾ ਬਣਾ ਕੇ ਕੂਣੀਆਂ ਦੇ ਭਾਰ ਜਾਵਾਂਗਾ। ਫਿਰ ਕੀ ਹੋਇਆ ਵੀ ਪੂਰਾ ਸਰੀਰ ਦਰਦ ਹੁੰਦਾ ਪਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਸਰੀਰ ਮੇਰਾ ਬਾਲਣ ਵਾਂਗੂ ਭਖਦਾ ਪਿਆ, ਪੈਰਾਂ ਦੇ ਵਿੱਚ ਤਰਾਟਾਂ ਨਿਕਲਦੀਆਂ ਪਈਆਂ ਨੇ, ਬਹੁਤ ਜ਼ਿਆਦੀਆਂ ਚੀਸਾਂ ਨਿਕਲਦੀਆਂ ਪਈਆਂ ਨੇ। ਜੋ ਮਰਜ਼ੀ ਸਰੀਰ ਨਾਲ ਹੋ ਜਾਏ, ਮੈਂ ਸਿਰ ਦੇ ਭਾਰ ਆਪਣੇ ਗੁਰੂ ਕੋਲ ਤੁਰ ਕੇ ਜਾਵਾਂਗਾ, ਕਿਉਂਕਿ ਮੈਂ ਗੁਰੂ ਕੋਲ ਤਾਂ ਜਾਣਾ, ਸੰਸਾਰ ਤੇ ਆਇਆ ਜੋ ਮਕਸਦ ਹੈ ਉਹ ਗੁਰੂ ਕੋਲ ਜਾ ਕੇ ਹੀ ਪੂਰਾ ਹੋਣਾ। ਗੁਰੂ ਕੋਲ ਗਏ ਬਿਨਾਂ ਮਕਸਦ ਪੂਰਾ ਨਹੀਂ ਹੋਣਾ। ਤੇ ਜੇਕਰ ਮੇਰੀ ਮੌਤ ਲਿਖੀ ਆ ਇਸ ਬੁਖਾਰ ਦੇ ਨਾਲ, ਜੇ ਮੈਂ ਗੁਰੂ ਵਾਲੇ ਪਾਸੇ ਜਾਵਾਂਗਾ ਤੇ ਗੁਰੂ ਆਪੇ ਸਾਂਭੇਗਾ। ਮੈਂ ਵੈਦ ਉੱਤੇ ਭਰੋਸਾ ਨਹੀਂ ਕਰਨਾ, ਮੈਂ ਗੁਰੂ ਤੇ ਭਰੋਸਾ ਕਰਨਾ। ਮੈਂ ਤੇ ਆਪਣੇ ਪਿਆਰੇ ਨੂੰ ਮਿਲਣਾ ਆ। ਸਰੀਰ ਜੇਕਰ ਤਕਲੀਫ ਦੇ ਵਿੱਚ ਆ ਫਿਰ ਕੀ ਹੈ? ਉਹ ਕਹਿੰਦੇ ਬਹਾਨੇਬਾਜ਼ੀ ਕੋਈ ਨਹੀਂ ਹੈ, ਸਰੀਰ ਨੂੰ ਨਹੀਂ ਸੁੱਖ ਦੇਣ ਵਾਲੀ ਗੱਲ। ਬਾਬਾ ਫਰੀਦ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਆ ਨਾ ਜੀ, ਫਰੀਦਾ ਤਨ ਤਪੈ ਤਨੂਰ ਜਿਉ, ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਨ। ਪੈਰ ਥੱਕ ਚੁੱਕੇ ਨੇ ਤੇ ਮੈਂ ਸਿਰ ਨੂੰ ਪੈਰ ਬਣਾ ਕੇ ਸਿਰ ਦੇ ਭਾਰ ਤੁਰ ਕੇ ਜਾਵਾਂਗਾ, ਮੇਰਾ ਮਾਲਕ ਮੈਨੂੰ ਮਿਲ ਜਾਏ ਸਹੀ।
ਮੈਂ ਆਪਣਾ ਨਿਤਨੇਮ ਨਹੀਂ ਛੱਡਣਾ। ਤੇ ਇੱਥੇ ਤੇ ਜਦੋਂ ਅਸੀਂ ਬਹਾਨੇਬਾਜ਼ੀ ਬਣਾਉਂਦੇ ਆ ਨਾ ਜੀ, ਅਸੀਂ ਬਹੁਤ ਸਿਆਣੇ ਆ, ਅਸੀਂ ਬਹੁਤ ਚਲਾਕ ਆ। ਕੁਝ ਗੁਰਮੁਖ ਪਿਆਰੇ ਨੇ, ਉਹ ਕਹਿੰਦੇ ਨੇ ਸਾਥੋਂ ਆ ਨਹੀਂ ਹੋਇਆ। ਕਿਉਂ? ਪ੍ਰਸ਼ਾਦਾ ਜ਼ਿਆਦਾ ਛਕ ਲਿਆ ਸੀ ਤੇ ਜ਼ਿਆਦਾ ਭਾਰ ਪੈ ਗਿਆ ਤੇ ਸਾਥੋਂ ਆ ਨਹੀਂ ਹੋਇਆ। ਸਾਨੂੰ ਨੀਂਦ ਆ ਗਈ, ਸਾਥੋਂ ਆ ਨਹੀਂ ਹੋਇਆ। ਤੇ ਕੁਝ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਮਾਤਾ ਨੇ ਪ੍ਰਸ਼ਾਦਾ ਨਹੀਂ ਬਣਾਇਆ, ਅਸੀਂ ਮਾਤਾ ਦੇ ਪ੍ਰਸ਼ਾਦੇ ਦੀ ਵੇਟ ਕਰਦੇ ਰਹੇ। ਮਾਤਾ ਜੀ ਬਾਹਰ ਗਏ ਸੀ, ਮਾਤਾ ਜੀ ਆਏ ਲੇਟ, ਫਿਰ ਸੋਚਿਆ ਵੀ ਚਲੋ ਹੁਣ ਕੀ ਜਾਣਾ। ਜਿਹੜਾ ਬੰਦਾ ਭੁੱਖਾ ਆ ਉਹਦੇ ਕੋਲ ਵੀ ਬਹਾਨਾ ਹੈ, ਜਿਹੜਾ ਬੰਦਾ ਰੱਜਿਆ ਆ ਸੁੱਤਾ ਹੈ ਉਹਦੇ ਕੋਲ ਵੀ ਬਹਾਨਾ। ਇਹ ਗੁਰੂ ਨਾਨਕ ਦੇ ਘਰ ਵਿੱਚ ਬਹਾਨੇਬਾਜ਼ੀ ਕੋਈ ਨਹੀਂ ਹੈ। ਭਾਵੇਂ ਇੱਥੇ ਬੰਦਾ ਮਰਦਾ ਹੋਵੇ, ਉਹ ਵੀ ਜਦੋਂ ਇਹ ਅਰਦਾਸ ਕਰੇਗਾ ਨਾ, ਆਪ ਜੀ ਕਹੋਗੇ ਕਿ ਇਹ ਗਿਆਨੀ ਜੀ ਤਾਂ ਬਹੁਤ ਕਠੋਰ ਸ਼ਬਦ ਵਰਤਦੇ ਨੇ। ਨਹੀਂ, ਕਠੋਰ ਸ਼ਬਦ ਕੋਈ ਨਹੀਂ ਹੈ। ਅਰਦਾਸ ਕਿਉਂ ਕਰਦੇ ਆ? ਜੋ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਕਹਿੰਦੇ ਇਹਨਾਂ ਨੇ ਗੁਰੂ ਕੇ ਸ਼ਬਦ ਨੂੰ ਨਹੀਂ ਛੱਡਿਆ, ਮੌਤ ਇਹਨਾਂ ਨੇ ਪ੍ਰਵਾਨ ਕਰ ਲਈ। ਤੇ ਤੈਨੂੰ ਬੁਖਾਰ ਦੀ ਚੜਿੰਗੀ ਜੀ ਤੈਨੂੰ ਲੱਗੀ ਹੈ ਤੇ ਤੂੰ ਪਹਿਲਾਂ ਹੀ ਢੇਰੀ ਢਾਈ ਬੈਠਾ ਹੈ। ਤੇਰੇ ਸਿਰ ਤੇ ਕੋਈ ਆਰਾ ਥੋੜਾ ਚੱਲਦਾ ਪਿਆ, ਤੇਰੇ ਸਿਰ ਤੇ ਕੋਈ ਆਰਾ ਨਹੀਂ ਚੱਲਦਾ ਪਿਆ, ਤੇਰਾ ਬੰਦ ਨਹੀਂ ਕੱਟਿਆ ਜਾ ਰਿਹਾ। ਉਹ ਜਿਹੜੇ ਕਟਾ ਰਹੇ ਨੇ ਉਹਨਾਂ ਨੂੰ ਯਾਦ ਕਰ, ਉਹਨਾਂ ਦਾ ਧਿਆਨ ਧਰ, ਫਿਰ ਤੂੰ ਬੋਲ ਵਾਹਿਗੁਰੂ ਮੇਰੇ ਉੱਤੇ ਵੀ ਕਿਰਪਾ ਕਰੋ, ਮੇਰੇ ਉੱਤੇ ਵੀ ਕਿਰਪਾ ਕਰੋ, ਮੈਂ ਵੀ ਸਿੱਖੀ ਕਮਾ ਲਵਾਂ, ਮੇਰੀ ਵੀ ਖੋਪਰੀ ਲੈ ਜਾਏ ਤੇ ਮੈਨੂੰ ਜਪਜੀ ਸਾਹਿਬ ਦੀ ਕਦੀ ਯਾਦ ਵਿਸਰੇ ਨਾ। ਇੱਥੇ ਖੋਪੜੀਆਂ ਜੁੜੀਆਂ ਪਈਆਂ, ਮੈਨੂੰ ਲੱਗਦਾ ਜ਼ਿਆਦਾ ਹੀ ਜੁੜੀਆਂ ਪਈਆਂ, ਉਹ ਐਕਸੈਸ ਵਿੱਚ ਜੁੜੀਆਂ ਪਈਆਂ, ਖੁੱਬੀਆਂ ਪਈਆਂ, ਸਾਨੂੰ ਕਦੀ ਯਾਦ ਹੀ ਨਹੀਂ ਆਉਂਦੀ ਜਪਜੀ ਸਾਹਿਬ ਦੀ। ਤੇ ਜਿਹੜਾ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਹੋ ਜਾਂਦਾ ਹੈ ਨਾ ਜੀ, ਉਹ ਗੁਰਮੁਖ ਪਿਆਰੇ ਕਹਿੰਦੇ ਨੇ ਅਸੀਂ ਨਿਤਨੇਮ ਨਹੀਂ ਕਦੀ ਛੱਡਿਆ, ਨਿਤਨੇਮ ਨਹੀਂ ਛੱਡਿਆ। ਚੰਗੀ ਗੱਲ ਆ, ਗੁਰੂ ਮਹਾਰਾਜ ਜੀ ਦੀ ਬਾਣੀ ਦੇ ਦਰਸ਼ਨ ਕਰਨੇ ਕੋਈ ਸੌਖੀ ਗੱਲ ਨਹੀਂ, ਪਰ ਨਿਤਨੇਮ ਨਹੀਂ ਛੱਡਿਆ। ਫਿਰ ਤੁਸੀਂ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਕੀ ਕਰਦੇ ਹੋ? ਕਹਿੰਦਾ ਅਸੀਂ ਅੰਮ੍ਰਿਤ ਵੇਲੇ ਨਿਤਨੇਮ ਨਹੀਂ ਛੱਡਦੇ ਤੇ ਬਾਅਦ ਚੋਂ ਅਸੀਂ 6 ਘੰਟੇ ਅਸੀਂ ਮੰਜਾ ਨਹੀਂ ਛੱਡਦੇ, ਫਿਰ ਅਸੀਂ ਸੌਂ ਜਾਂਦੇ ਹਾਂ, ਫਿਰ ਅਸੀਂ ਨੀਂਦ ਨਹੀਂ ਛੱਡਦੇ। ਅੱਛਾ ਜੀ, ਉਹ ਕਹਿੰਦੇ ਨੇ ਅਸੀਂ ਕਰ ਲਈਦਾ ਟਾਈਮ ਨਾਲ ਨਿਤਨੇਮ, ਅਸੀਂ 3 ਤੋਂ ਪੌਣੇ 4 ਨਿਤਨੇਮ ਕਰਦੇ ਹਾਂ, ਫਿਰ ਅਸੀਂ 9 ਵਜੇ ਉੱਠਦੇ ਹਾਂ। ਇਹ ਤਾਂ ਬੜੀ ਤਪੱਸਿਆ ਕਰ ਛੱਡੀ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਚਦੇ ਹੋਣੇ ਆ ਕਿ ਮੈਂ ਹੇਮਕੁੰਟ ਤੇ ਤਪੱਸਿਆ ਘੱਟ ਕੀਤੀ, ਇਹ ਸਿੰਘ ਜ਼ਿਆਦਾ ਕਰੀ ਜਾਂਦੇ। ਮਤਲਬ ਇਹ ਕਿ ਸਾਡੇ ਕੋਲ ਬਹਾਨੇਬਾਜ਼ੀ ਬਹੁਤ ਹੈ, ਬਹੁਤ ਬਹਾਨੇਬਾਜ਼ੀ ਹੈ। ਪਰ ਕਲਗੀਧਰ ਪਾਤਸ਼ਾਹ ਦਾ ਜੋ ਬਚਨ ਹੈ ਨਾ ਜੀ, ਮਹਾਰਾਜ ਜੀ ਨੇ ਕਿਤੇ ਰਹਿਤਨਾਮੇ 'ਚ ਇਹ ਨਹੀਂ ਲਿਖਿਆ, ਆਪ ਕਿਸੇ ਰਹਿਤਨਾਮੇ 'ਚ ਦੇਖ ਲਓ, ਕਿਸੇ ਰਹਿਤਨਾਮੇ 'ਚ ਦੇਖ ਲਓ, ਤਨਖਾਹਨਾਮੇ 'ਚ ਦੇਖ ਲਓ, ਰਹਿਤ ਮਰਿਆਦਾ 'ਚ ਦੇਖ ਲਓ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਦਰਸ਼ਨ ਕਰ ਲਓ, ਭਾਈ ਗੁਰਦਾਸ ਜੀ ਦੀ ਰਚਨਾ ਵਿੱਚ, ਭਾਈ ਨੰਦ ਲਾਲ ਜੀ ਦੀ ਰਚਨਾ 'ਚ, ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਵਿੱਚ, ਭਾਵੇਂ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ, ਕਿਤੇ ਦਰਸ਼ਨ ਕਰ ਲਓ, ਕਿਤੇ ਵੀ ਲਿਖਿਆ ਨਹੀਂ ਜਦੋਂ ਬੁਖਾਰ ਜ਼ਿਆਦਾ ਚੜ ਜਾਏ ਤੇ ਫਿਰ ਤੁਸੀਂ ਨਿਤਨੇਮ ਨਾ ਕਰੋ, ਕਿਤੇ ਨਹੀਂ ਲਿਖਿਆ। ਉਹ ਕਹਿੰਦੇ ਤੂੰ ਮਰਦਾ ਵੀ ਹੋਵੇਂ ਤਾਂ ਵੀ ਨਿਤਨੇਮ ਕਰੇ, ਕਿਉਂਕਿ ਤੂੰ ਰੱਬ ਦੇ ਘਰ ਤੱਕ ਪਹੁੰਚਣਾ ਆ। ਇਹ ਬੁਖਾਰ ਦੇ ਆਉਣ ਦੇ ਨਾਲ ਤੇ ਤੂੰ ਇੱਕਦਮ ਡੋਲ ਗਿਆ, ਨਿਤਨੇਮ ਛੱਡ ਦਿੱਤਾ। ਯਾਦ ਕਰ ਹੁਣ ਕਿੰਨਾਂ ਨੂੰ ਜੀ? ਸ਼ਹੀਦ ਸਿੰਘਣੀਆਂ ਨੂੰ, ਸ਼ਹੀਦ ਸਿੰਘਾਂ ਨੂੰ ਯਾਦ ਕਰ। ਨਿਤਨੇਮ ਕਦੀ ਉਹਨਾਂ ਨੂੰ ਵਿਸਰਿਆ? ਨਹੀਂ ਵਿਸਰਿਆ। ਇਹ ਆਤਮਿਕ ਜੀਵਨ ਦੀ ਸਭ ਤੋਂ ਵੱਡੀ ਨਿਗਾਰਤਾ ਹੈ, ਜਿਸ ਵੇਲੇ ਅਸੀਂ ਕੋਈ ਨਾ ਕੋਈ ਐਕਸਕਿਊਜ਼ ਦਿੰਦੇ ਹਾਂ। ਐਕਸਕਿਊਜ਼ ਸੰਸਾਰ ਦੇ ਮਾਰਗ ਤੇ ਚੱਲਦਾ ਹੈ। ਅਸੀਂ ਕਿਸੇ ਥਾਂ ਤੇ ਆਫਿਸ ਵਿੱਚ ਜਾਂਦੇ ਹਾਂ ਤੇ ਸਾਡਾ ਬੌਸ ਕਹਿੰਦਾ ਹੈ ਆਏ ਨਹੀਂ ਭਾਈ ਤੁਸੀਂ ਕੱਲ ਕਿਉਂ ਨਹੀਂ ਆਏ ਜੀ? ਦਾਦੀ ਚੜਾਈ ਕਰ ਗਈ ਸੀ। ਓ ਸੌਰੀ, ਕੋਈ ਗੱਲ ਨਹੀਂ। 20 ਦਿਨਾਂ ਬਾਅਦ ਫਿਰ ਪੁੱਛਿਆ ਆਏ ਕਿਉਂ ਨਹੀਂ? ਦਾਦਾ ਚੜਾਈ ਕਰ ਗਿਆ ਜੀ। ਫਿਰ 15 ਦਿਨਾਂ ਬਾਅਦ, ਹੁਣ ਗੱਲ ਇਹ ਆ ਵੀ ਜਾਗ ਨਹੀਂ ਖੁੱਲਦੀ, 15 ਦਿਨਾਂ ਬਾਅਦ ਫਿਰ ਪੁੱਛਿਆ, ਫਿਰ ਦਾਦੀ ਚੜਾਈ ਕਰ ਗਈ। ਅੱਛਾ, ਫਿਰ 20 ਦਿਨਾਂ ਬਾਅਦ ਪੁੱਛਿਆ, ਦਾਦੀ ਚੜਾਈ ਕਰ ਗਈ। ਫਿਰ ਬੌਸ ਕਹਿੰਦਾ ਕਿੰਨੀਆਂ ਕੁ ਦਾਦੀਆਂ ਨੇ ਤੇਰੀਆਂ?
ਉਹ ਚੜ੍ਹਾਈ ਕਰੀ ਜਾਂਦੀਆਂ ਨੇ, ਚੜ੍ਹਾਈ ਕਰੀ ਜਾਂਦੀਆਂ ਨੇ, ਉਹ ਡੈਥ ਹੀ ਹੋਈ ਜਾਂਦੀ ਹੈ, ਡੈਥ ਹੀ ਹੋਈ ਜਾਂਦੀ ਆ। ਤੇ ਫਿਰ ਅੱਗੋਂ ਹੱਸ ਕੇ ਕਹਿੰਦਾ ਉਹ ਸੌਰੀ ਚੇਤਾ ਭੁੱਲ ਗਿਆ, ਕਿਸੇ ਹੋਰ ਨੂੰ ਚੜਾ ਦੇਣਾ ਸੀ, ਨਾਨੀ ਨੂੰ ਚੜਾ ਦੇਣਾ ਸੀ ਜਾਂ ਨਾਨੇ ਨੂੰ ਚੜਾ ਦੇਣਾ ਸੀ, ਕਿਉਂਕਿ ਉਹ ਪਹਿਲਾਂ ਚੜੇ ਹੋਏ ਨੇ, ਉਹ ਪਹਿਲਾਂ ਹੀ ਅਕਾਲ ਚਲਾਣਾ ਕਰ ਚੁੱਕੇ ਨੇ। ਕਹਿਣ ਦਾ ਅਰਥ ਇਹ ਹੈ, ਬੰਦਾ ਸੰਸਾਰ ਦੇ ਅੱਗੇ ਬਹਾਨੇਬਾਜ਼ੀ ਪਤਾ ਕਿਉਂ ਬਣਾਉਂਦਾ ਹੈ? ਇਹ ਕਿਹੜੇ ਬ੍ਰਹਮ ਗਿਆਨੀ ਆ, ਇਹਨਾਂ ਨੂੰ ਕਿਹੜਾ ਪਤਾ ਲੱਗਣਾ ਹੈ? ਬ੍ਰਹਮ ਗਿਆਨੀ ਨਹੀਂ ਆ ਤਾਂ ਹੀ ਤੇ ਪਤਾ ਨਹੀਂ ਲੱਗਣਾ। ਇੱਥੇ ਹੁਣ ਗੁਰੂ ਨੂੰ ਵੀ ਇੰਝ ਹੀ ਸੋਚਦੇ ਕਿ ਇਹਨੂੰ ਕਿਹੜਾ ਪਤਾ ਲੱਗਣਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ ਹੈ? ਪਰਮਾਤਮਾ ਨੂੰ ਕਿਹੜਾ ਪਤਾ ਲੱਗਣਾ ਹੈ? ਆਪਾਂ ਜਿਵੇਂ ਫੋਨ ਤੇ ਲੋਕ ਲਾਉਂਦੇ ਆ, ਲੋਕ, ਇਸੇ ਤਰ੍ਹਾਂ ਅਸੀਂ ਲੋਕ ਲਾ ਦੇਣਾ ਆਪੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਰਹਿਣਗੇ ਕਿ ਲੋਕ ਨੰਬਰ ਕੀ ਆ, ਮੈਸੇਜ ਦੇਖ ਲਈਏ ਕਿ ਇਹਨੇ ਵਾਕਈ ਛੁੱਟੀ ਕਿਉਂ ਕੀਤੀ ਸੀ। ਗੁਰੂ ਮਹਾਰਾਜ ਜੀ ਪ੍ਰਤੱਖ ਨੇ, ਹਾਜ਼ਰ ਨਾਜ਼ਰ ਨੇ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ ਜੀ, ਗੁਰ ਕਾ ਬਚਨ ਵਸੈ ਜੀਅ ਨਾਲੇ, ਜਲ ਨਹੀਂ ਡੂਬਿਆ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਲ। ਜਦੋਂ ਸ਼ਬਦ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਜੀ ਅੰਗ ਸੰਗ ਰਹਿੰਦੇ ਨੇ, ਤੇ ਇਹਦਾ ਅਰਥ ਇਹੀ ਹੈ ਕਿ ਬਹਾਨੇਬਾਜ਼ੀ ਨਾ ਬਣਾਈ। ਉਹ ਸਭ ਜਾਣਦਾ ਹੈ, ਉਹ ਸਭ ਦੇਖ ਰਿਹਾ ਹੈ, ਸਭ ਸੁਣ ਰਿਹਾ ਹੈ, ਉਹ ਸਭ ਜਾਣਦਾ ਹੈ। ਬਹਾਨੇਬਾਜ਼ੀ ਬਣਾਏਗਾ, ਘਾਟਾ ਤੇਰਾ ਹੀ ਹੋਏਗਾ, ਘਾਟਾ ਤੇਰਾ ਹੀ ਹੋਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਜੇ ਸਿੱਖ ਨਿਤਨੇਮ ਦੇ ਵਿੱਚ ਨਾਗਾ ਨਾ ਪਾਵੇ, ਸੰਸਾਰ ਦੇ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਰਹੇ, ਸਮੇਂ ਨਾਲ ਨਿਤਨੇਮ ਕਰੇ, ਦਸਵੰਧ ਕੱਢੇ, ਤੇ ਮਹਾਰਾਜ ਜੀ ਕਹਿੰਦੇ ਨੇ ਅਸੀਂ ਲੈਣ ਵਾਸਤੇ ਖੁਦ ਆਵਾਂਗੇ, ਕਿਉਂਕਿ ਉਹਨਾਂ ਨੇ ਬਚਨ ਕਮਾਇਆ। ਉਸ ਸਿੱਖ ਨੇ, ਉਸ ਸਿੰਘ ਨੇ, ਉਸ ਧੀ ਨੇ, ਉਸ ਬੱਚੀ ਨੇ, ਉਸ ਮਾਂ ਨੇ, ਉਸ ਭੈਣ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹਾਨੇਬਾਜ਼ੀ ਦੀ ਥਾਂ ਇਸ ਮਾਰਗ ਤੇ ਨਹੀਂ, ਇਸ ਮਾਰਗ ਉੱਤੇ ਤਾਂ ਸਿਰ ਨੂੰ ਕੱਟ ਕੇ ਗੁਰੂ ਦੇ ਅੱਗੇ ਧਰ ਕੇ ਫੇਰ ਜਾ ਕੇ ਚੱਲਣਾ ਪੈਂਦਾ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵ ਹੈ। ਜੇ ਸੀਸ ਤੂੰ ਭੇਟਾ ਵੀ ਕਰ ਦੇਵੇਂ, ਆਸ ਨਾ ਰੱਖੀ ਗੁਰੂ ਤੇਰੇ ਤੇ ਕਿਰਪਾ ਕਰ ਦੇਗਾ। ਇਹ ਤਾਂ ਉਹਦੀ ਮਰਜ਼ੀ ਹੈ। ਉਹ ਠੁੱਡਾ ਮਾਰ ਕੇ ਤੈਨੂੰ ਚਮਕੌਰ ਦੀ ਗੜੀ 'ਚ ਲੈ ਜਾਏ, ਭਾਵੇਂ ਠੁੱਡਾ ਮਾਰ ਕੇ ਪੈਰ ਦੀ ਚੋਟ ਦੇ ਨਾਲ ਤੈਨੂੰ ਸਰਹੰਦ ਦੀਆਂ ਨੀਹਾਂ 'ਚ ਖੜਾ ਕਰ ਦੇਵੇ, ਠੁੱਡਾ ਮਾਰ ਕੇ ਗੁਰਦਾਸ ਨੰਗਲ ਦੀ ਗੜੀ 'ਚ ਲੈ ਜਾਏ, ਜਾਂ ਠੁੱਡਾ ਮਾਰ ਕੇ ਤੈਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ 84 ਦੇ ਸਮੇਂ ਵਿੱਚ ਲੈ ਜਾਏ, ਉਹ ਗੁਰੂ ਦੀ ਮਰਜ਼ੀ ਹੈ। ਗੁਰੂ ਨੇ ਤੈਨੂੰ ਕਿੱਥੇ ਲੈ ਕੇ ਆਉਣਾ? ਭਾਵੇਂ ਠੁੱਡਾ ਮਾਰ ਕੇ ਕਹੇ ਕਿ ਜਾ ਜਾ ਕੇ ਤੂੰ ਪਾਣੀ ਛਕਾਈ ਜਾ, ਜਾਲੀ ਛਕਾਈ ਜਾ, ਉਹਦੀ ਮਰਜ਼ੀ ਹੈ। ਕਲਮ ਫੜਾ ਦੇਵੇ, ਚੱਲ ਭਾਈ ਤੂੰ ਸਿਫਤ ਸਲਾਹ ਲਿਖੀ ਜਾ, ਭਾਈ ਨੰਦ ਲਾਲ ਜੀ, ਉਹਦੀ ਮਰਜ਼ੀ ਹੈ। ਆ ਮਲਮ ਵੀ ਫੜ, ਜਿਹਨੂੰ ਅਸੀਂ ਦੁਸ਼ਮਣ ਕਹਿੰਦੇ ਹਾਂ, ਕਨ੍ਹਈਆ ਜੇ ਤੂੰ ਮੇਰਾ ਅਕਸ ਦੂਜਿਆਂ ਵਿੱਚ ਦੇਖਦਾ, ਫਿਰ ਫੱਟ ਜਿਸ ਵੇਲੇ ਲੱਗਦੇ ਨੇ, ਪੀੜ ਮੈਨੂੰ ਹੀ ਹੁੰਦੀ ਪਈ ਹੈ। ਤੇ ਇਹ ਗੱਲ ਬਿਲਕੁਲ ਸੱਚੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਦੁਸ਼ਮਣ ਨਹੀਂ ਹੈ। ਅਸੀਂ ਨਾ ਇਤਿਹਾਸ ਦੇ ਵਿੱਚ ਜੋ ਮੂਲ ਪਹਿਲੂ ਅਸੀਂ ਭੁੱਲ ਜਾਂਦੇ ਹਾਂ। ਅਸੀਂ ਨਹੀਂ ਸੋਚਦੇ ਹਾਂ ਵੀ ਅੱਛਾ ਜੀ ਇਤਿਹਾਸ 'ਚ ਲਿਖਿਆ ਵੀ ਮਹਾਰਾਜ ਜੀ ਨੇ ਆਖਿਆ ਭਾਈ ਤੂੰ ਪਾਣੀ ਪਿਆਈ ਜਾ, ਨਾਲ ਲੈ ਤੂੰ ਮਲਮ ਪੱਟੀ ਵੀ ਲਾਈ। ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਕਨ੍ਹਈਆ ਜਦੋਂ ਕਿਸੇ ਨੂੰ ਫੱਟ ਲੱਗਦਾ, ਜੋ ਫੱਟ ਮਾਰਦਾ ਪਿਆ ਉਹਦੇ ਵਿੱਚ ਵੀ ਮੈਂ ਸਮਾਇਆ ਹੋਇਆ, ਤੇ ਜਿਹਨੂੰ ਫੱਟ ਵੱਜ ਰਿਹਾ ਉਹਦੀ ਪੀੜਾ ਮੈਨੂੰ ਮਹਿਸੂਸ ਹੋ ਰਹੀ ਹੈ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਜੀ ਸੰਸਾਰ ਦੇ ਚਾਨਣ ਨੇ, ਸਾਰਿਆਂ ਦੇ ਵਿੱਚ ਰੂਹ ਕਲਗੀਧਰ ਪਾਤਸ਼ਾਹ ਨੇ, ਰੂਹ ਸਾਰਿਆਂ ਦੇ ਅੰਦਰ ਚਾਨਣਾ ਕਰਦੀ ਹੈ, ਤੇ ਮਹਾਰਾਜ ਜੀ ਦੀ ਕਿਰਪਾ ਨਾਲ ਸ੍ਰਿਸ਼ਟੀ ਵਿੱਚ ਚਾਨਣਾ ਹੈ ਜੀ। ਤੇ ਸੱਚੇ ਪਾਤਸ਼ਾਹ ਜੀ ਨਿਰਵੈਰ ਨੇ, ਸੱਚੇ ਪਾਤਸ਼ਾਹ ਜੀ ਨਿਰਵੈਰ ਨੇ। ਇਸ ਕਰਕੇ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣੀਏ। ਜੈਸਾ ਮਰਜ਼ੀ ਸਮਾਂ ਆ ਜਾਏ, ਜੈਸਾ ਮਰਜ਼ੀ ਸਮਾਂ ਆ ਜਾਏ, ਨਿਤਨੇਮ ਨਾ ਸਾਡਾ ਛੁੱਟ ਜੇ, ਨਿਤਨੇਮ ਨਾ ਛੁੱਟ ਜੇ। ਦਾਸ ਬੇਨਤੀ ਕਰੇ ਜੀ, ਇਹ ਗੁਰਮੁਖ ਪਿਆਰੇ ਨੇ ਭਾਈ ਇਕਬਾਲ ਸਿੰਘ ਜੀ, ਇਹਨਾਂ ਨੇ ਕੁਝ ਸਾਲ ਪਹਿਲਾਂ ਇਹ ਬਚਨ ਕੀਤਾ ਸੀ ਕਿ ਗੁਰਸਿੱਖ 101 ਪਾਠ ਕਿਵੇਂ ਕਰ ਲੈਂਦੇ ਨੇ, ਕਿਵੇਂ ਕਰ ਲੈਂਦੇ ਨੇ, ਤੇ ਜਿਸ ਵੇਲੇ ਕਰਦੇ ਹੋਣਗੇ ਬੜਾ ਆਨੰਦ ਆਉਂਦਾ ਹੋਏਗਾ।
ਫਿਰ ਅਗਲਾ ਸਵਾਲ ਸੀ ਕਿ ਮਹਾਰਾਜ ਜੀ ਕਿਰਪਾ ਕਰਨ ਕਿਤੇ ਅਸੀਂ ਵੀ ਉਹ ਰੰਗ ਮਾਣੀਏ। ਫਿਰ ਅੱਗੇ ਸਵਾਲ ਸੀ ਕਿ ਜਿਹੜਾ ਬੰਦਾ ਕੰਮ ਧੰਦੇ ਵਾਲਾ ਉਹ ਕਿਵੇਂ ਕਰ ਸਕਦਾ। ਤੇ ਜਵਾਬ ਦੇਣ ਵਾਲੇ ਨੇ ਜਵਾਬ ਦਿੱਤਾ ਕਿ ਭਾਈ ਜੇਕਰ ਉਹ ਕਿਰਪਾ ਕਰੇ ਸਭ ਕੁਝ ਕਰ ਸਕਦਾ ਹੈ। ਜੋ ਭਾਈ ਇਕਬਾਲ ਸਿੰਘ ਜੀ ਪਹਿਲਾਂ ਕੁਝ ਕੁ ਪਾਠ ਕਰਦੇ ਹੁੰਦੇ ਸੀ, ਫਿਰ ਇਹਨਾਂ ਦੇ ਅੰਦਰ ਗੁਰੂ ਮਹਾਰਾਜ ਜੀ ਵਰਤੇ ਤੇ ਫਿਰ 135 ਪਾਠ ਕੀਤੇ, 135 ਪਾਠ ਕੀਤੇ, 137 ਪਾਠ ਕੀਤੇ। ਤੇ ਫਿਰ ਉਹਨਾਂ ਨੇ ਇਹ ਅਨੁਭਵ ਕੀਤਾ ਕਿ ਗੁਰੂ ਮਹਾਰਾਜ ਜੀ ਕਰਾਈ ਜਾਂਦੇ ਨੇ, ਅਸੀਂ ਨਹੀਂ ਕਰ ਸਕਦੇ। ਬਿਲਕੁਲ ਸੱਚ ਅਨੁਭਵ। ਭਾਵੇਂ ਬੁਖਾਰ ਚੜਿਆ ਤਾਂ ਵੀ ਪਾਠ, ਕਿਉਂਕਿ ਭਰੋਸਾ ਇੰਨਾ ਵੱਧ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਜੀ ਹੋ ਸਕਦਾ ਪ੍ਰੀਖੇ ਲੈਂਦੇ ਹੋਣ। ਗੁਰਸਿੱਖ ਨਿਤਨੇਮ ਨਾ ਛੱਡੇ, ਭਰੋਸਾ ਗੁਰੂ ਤੇ ਇੰਨਾ ਕਰੇ, ਭਰੋਸਾ ਇੰਨਾ ਕਰੇ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੀ ਕੋਈ ਸੀਮਾ ਨਹੀਂ, ਸਾਡੀ ਸੋਚ ਦੀ ਸੀਮਾ ਹੈ। ਇਸ ਕਰਕੇ ਭਾਵੇਂ ਕੰਮ ਧੰਦੇ ਵਿੱਚ ਹੋਵੋ, ਕੋਈ ਬਹਾਨੇਬਾਜ਼ੀ ਨਹੀਂ। ਪਿੱਛੇ ਜਿਹੇ ਇੱਕ ਗੁਰਮੁਖ ਪਿਆਰਿਆਂ ਨੇ ਦਾਸ ਨੂੰ ਫੋਨ ਕਰਕੇ ਆਖਿਆ, ਬਾਬਾ ਜੀ ਪਾਠ ਦਾ ਸਮਾਂ ਨਹੀਂ ਲੱਗਦਾ। ਦਾਸ ਨੇ ਪੁੱਛਿਆ ਕੀ ਕਰਦੇ ਹੁੰਦੇ? ਉਹ ਕਹਿੰਦਾ ਮੈਂ ਊਬਰ ਚਲਾਉਣਾ ਜੀ, ਟੈਕਸੀ ਚਲਾਉਣਾ। ਅੱਛਾ ਜੀ। ਦਾਸ ਨੇ ਪੁੱਛਿਆ ਮਤਲਬ ਤੁਸੀਂ ਜਦੋਂ, ਕਹਿੰਦਾ ਚਲਾਉਂਦਾ ਵੀ ਰਾਤ ਨੂੰ ਆ। ਅੱਛਾ ਜੀ। ਜਦੋਂ ਤੁਸੀਂ ਟੈਕਸੀ ਘਰੋਂ ਬਾਹਰ ਕੱਢਦੇ ਹੋ, ਕਾਰ ਘਰੋਂ ਬਾਹਰ ਕੱਢਦੇ ਹੋ, ਤੇ ਉਸ ਤੋਂ ਬਾਅਦ ਕੰਟੀਨਿਊਟੀ ਦੇ ਨਾਲ ਸਵਾਰੀਆਂ ਆਈ ਜਾਂਦੀਆਂ ਨੇ। ਉਹ ਕਹਿੰਦੇ ਨਹੀਂ ਇੱਦਾਂ ਨਹੀਂ ਹੁੰਦਾ। ਜਦੋਂ ਕੋਈ ਬੁਕਿੰਗ ਹੁੰਦੀ ਹੈ ਉਦੋਂ ਹੀ ਅਸੀਂ ਜਾ ਸਕਦੇ ਹਾਂ ਕਿਤੇ। ਅਸੀਂ ਫਿਰ ਉਸੇ ਥਾਂ ਦੇ ਉੱਤੇ ਅਸੀਂ ਪਹੁੰਚ ਕੇ ਤੇ ਸਵਾਰੀ ਨੂੰ ਅਸੀਂ ਰਿਸੀਵ ਕਰਦੇ ਹਾਂ। ਅੱਛਾ ਜੀ। ਫਿਰ ਕਹਿਣ ਲੱਗੇ ਸਾਰੀ ਰਾਤ ਟੈਕਸੀ ਚਲਾਈ ਦੀ, ਦਿਨੇ ਵੱਖਰੇ ਕੰਮ ਕਰੀਦੇ ਆ, ਸਮਾਂ ਤੇ ਲੱਗਦਾ ਨਹੀਂ, ਫਿਰ ਦੱਸੋ ਅਸੀਂ ਕਿਵੇਂ ਕਰੀਏ? ਤੇ ਦਾਸ ਨੇ ਪੁੱਛਿਆ ਤੁਸੀਂ ਕਦੀ ਫੇਸਬੁੱਕ ਚਲਾਉਂਦੇ? ਕਹਿੰਦੇ ਹਾਂਜੀ ਉਹ ਚਲਾਈ ਜੀ। ਕਦੀ ਤੁਸੀਂ ਟਵਿੱਟਰ ਚਲਾਇਆ? ਹਾਂਜੀ ਉਹ ਵੀ ਚਲਾਈਦਾ। ਇੰਸਟਾਗ੍ਰਾਮ? ਹਾਂਜੀ। ਕਿੰਨੀਆਂ ਕੁ ਪੋਸਟਾਂ ਰੋਜ਼ ਪਾਉਂਦੇ ਹੋ? ਉਹ ਕਹਿੰਦਾ 4-5 ਪਾਈ ਦੇਈਦੀਆਂ। ਅੱਛਾ ਜੀ। ਕਿੰਨਾ ਕੁ ਸਮਾਂ ਤੁਸੀਂ ਲਾ ਦਿੰਦੇ ਫੇਸਬੁੱਕ ਤੇ? ਅਸੀਂ ਵੇਖਿਆ ਨਹੀਂ, ਜਦੋਂ ਵਿਹਲੇ ਹੋਈਦਾ ਉਦੋਂ ਅਸੀਂ ਫੇਸਬੁੱਕ ਹੀ ਚਲਾਉਂਦੇ ਹਾਂ। ਦਾਸ ਨੇ ਬੇਨਤੀ ਕੀਤੀ, ਇਹ ਫੇਸਬੁੱਕ ਨੇ ਤੁਹਾਡੇ ਦੁੱਖਾਂ ਦਾ ਅੰਤ ਨਹੀਂ ਕਰਨਾ, ਨਾ ਟਵਿੱਟਰ ਨੇ ਕਰਨਾ, ਨਾ ਇੰਸਟਾਗ੍ਰਾਮ ਨੇ ਕਰਨਾ, ਨਾ ਕਿਸੇ ਹੋਰ ਚੀਜ਼ ਨੇ ਕਰਨਾ। ਦੁੱਖਾਂ ਦਾ ਅੰਤ ਤੇ ਗੁਰੂ ਕੇ ਸ਼ਬਦ ਦੇ ਜਾਪ ਦੇ ਨਾਲ ਹੋਣਾ। ਬੰਦਾ ਇੰਨਾ ਅਗਲੇ ਨੂੰ ਮੂਰਖ ਬਣਾਉਂਦਾ ਹੈ। ਪਤਾ ਵੀ ਹੈ ਕਿ ਅਸੀਂ ਇਹ ਕੰਮ ਕਰਦੇ ਪਏ ਹਾਂ, ਟਾਈਮ ਵੇਸਟ ਕਰਦੇ ਪਏ ਹਾਂ, ਤੇ ਫਿਰ ਇਹ ਐਕਸਕਿਊਜ਼ ਬਣਾਉਂਦਾ ਕਿ ਦੇਖੋ ਜੀ ਮੇਰੇ ਕੋਲ ਸਮਾਂ ਨਹੀਂ ਲੱਗਾ। ਜਦੋਂ ਬੰਦਾ ਡਰਾਈਵ ਕਰਦਾ ਹੈ ਤੇ ਉਸ ਵੇਲੇ ਵਾਹਿਗੁਰੂ ਜਪ ਸਕਦਾ ਕਿ ਨਹੀਂ ਜਪ ਸਕਦਾ? ਜਪ ਸਕਦਾ। ਇਸ ਕਰਕੇ ਬਹਾਨੇਬਾਜ਼ੀ ਦੀ ਕੋਈ ਥਾਂ ਨਹੀਂ, ਜਿੱਥੇ ਅਸੀਂ ਬਾਕੀ ਥਾਵਾਂ ਤੇ ਟਾਈਮ ਵੇਸਟ ਕਰਦੇ ਹਾਂ। ਦਾਸ ਦਾਅਵੇ ਨਾਲ ਕਹਿ ਸਕਦਾ ਜਿਹੜੇ ਕੰਮ ਅਸੀਂ ਕਰਦੇ ਹਾਂ, ਇਹਨਾਂ ਕੰਮਾਂ ਦੇ ਨਾਲ ਨਾ ਤੇ ਗੁਰੂ ਦੀ ਪ੍ਰਸੰਨਤਾ ਮਿਲਣੀ, ਨਾ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੰਦਰ ਪ੍ਰਕਾਸ਼ ਹੋਣਾ, ਤੇ ਨਾ ਹੀ ਸਾਡੇ ਦੁੱਖਾਂ ਦਾ ਅੰਤ ਹੋਣਾ। ਜੇਕਰ ਕਿਸੇ ਨੂੰ ਸੁੱਖ ਚਾਹੀਦਾ ਹੈ ਤੇ ਫਿਰ ਗੁਰੂ ਦੇ ਕੋਲ ਆ ਜਾਏ, ਫਿਰ ਆਪਣਾ ਸਵਾਸ ਵੀ ਵੇਸਟ ਨਾ ਕਰੇ। ਨਾ ਕਰੋ ਵੇਸਟ, ਨਾ ਕਰੋ। ਸਵਾਸਾਂ ਦੀ ਕੀਮਤ ਨੂੰ ਜਾਣੋ, ਸਵਾਸਾਂ ਦੀ ਕੀਮਤ ਨੂੰ ਸਮਝੋ। ਕਿੰਨੇ ਸਵਾਸ ਬਰਬਾਦ ਕਰ ਛੱਡੇ ਨੇ। ਦਾਸ ਫਿਰ ਪ੍ਰੇਮ ਵਸ ਅੰਦਰ ਦਾ ਦਰਦ ਮਹਿਸੂਸ ਕਰਕੇ ਦਾਸ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਵੈਸੇ ਦਾਸ ਬਹੁਤ ਕੋਸ਼ਿਸ਼ ਕਰਦਾ ਹੈ ਕਿ ਨਾ ਹੀ ਕਹੀਏ, ਪਰ ਕਰੀਏ ਕਿ ਜਦ ਗੁਰੂ ਮਹਾਰਾਜ ਜੀ ਕਹੀ ਜਾਂਦੇ ਨੇ, ਮਹਾਰਾਜ ਜੀ ਬਚਨ ਕਰਦੇ ਪਏ ਨੇ, ਉਹ ਤੇ ਹੁਣ ਸੰਗਤ ਸਾਹਮਣੇ ਰੱਖਣੇ ਪੈਣੇ ਨੇ। ਤੇ ਜਿਸ ਵੇਲੇ ਇੱਕ ਵਾਰੀ ਗੁਰਮੁਖ ਪਿਆਰਿਆਂ ਨੂੰ ਆਖਿਆ ਕਿ ਇੰਸਟਾਗ੍ਰਾਮ, ਫੇਸਬੁੱਕ ਇਹ ਚੀਜ਼ਾਂ ਤੇ ਟਾਈਮ ਨਾ ਵੇਸਟ ਕਰੋ, ਅੱਗੋਂ ਪਤਾ ਕੀ ਕਹਿੰਦੇ ਨੇ ਜੀ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਵੀ ਇਹ ਚੀਜ਼ਾਂ ਨਾ ਵਰਤੋ। ਕਿਤੇ ਲਿਖਿਆ? ਦਾਸ ਨੇ ਆਖਿਆ ਹਾਂ ਲਿਖਿਆ। ਮੈਨੂੰ ਸੁਣਾਓ ਹਾਂ ਪੰਕਤੀ, ਮੈਂ ਵੀ ਪਾਠ ਕਰਦਾ ਹਾਂ। ਕਿਤੇ ਨਹੀਂ ਲਿਖਿਆ ਫੇਸਬੁੱਕ, ਇੰਸਟਾਗ੍ਰਾਮ। ਤਾਂ ਦਾਸ ਨੇ ਫਿਰ ਬੇਨਤੀ ਕੀਤੀ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦਾ ਦਰਬਾਰ।
ਕਹਿਣ ਲੱਗੇ ਰੱਬ ਦੇ ਘਰ ਵਿੱਚ ਸ਼ਰਮਿੰਦਾ ਨਾ ਹੋਵੀਂ, ਉਹ ਕੰਮ ਕੋਈ ਨਾ ਕਰੀ ਜਿਹੜੇ ਕੰਮਾਂ ਦੇ ਵਿੱਚ ਤੇਰੇ ਸਵਾਸ ਵੇਸਟ ਹੋਣ, ਤੇਰੇ ਸਵਾਸ ਵਿਅਰਥ ਹੋਣ। ਹੁਣ ਕੰਮਾਂ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਫੇਸਬੁੱਕ ਵੀ ਆ ਜਾਂਦੀ, ਇੰਸਟਾਗ੍ਰਾਮ ਵੀ ਆ ਜਾਂਦਾ, ਵਿਅਰਥ ਦੀਆਂ ਬਾਤਾਂ ਵੀ ਆ ਜਾਂਦੀਆਂ, ਵਿਅਰਥ ਦੀਆਂ ਨਿਊਜ਼ਾਂ ਵੀ ਆ ਜਾਂਦੀਆਂ। ਹੁਣ ਜਿਸ ਵੇਲੇ ਨਾ ਜੀ ਯੂਕਰੇਨ ਦੇ ਵਿੱਚ ਫਾਈਟ ਚੱਲਦੀ ਪਈ ਆ, ਕੁਝ ਗੁਰਮੁਖ ਪਿਆਰੇ ਐਸੇ ਨੇ, ਉਹਨਾਂ ਨੇ ਸਵੇਰੇ ਉੱਠ ਜਾਣਾ, ਸਵੇਰ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਨਿਊਜ਼ ਹੀ ਸੁਣੀ ਜਾਣੀ, ਨਿਊਜ਼ ਹੀ ਸੁਣੀ। ਉਹਨਾਂ ਨੇ ਦਾਸ ਨੂੰ ਰਾਤ ਨੂੰ ਮੈਸੇਜ ਕਰਨਾ 11 ਵਜੇ ਨਾਲ ਕਿ ਮੈਂ ਸਵੇਰ ਤੋਂ ਲੈ ਕੇ ਹੁਣ ਤੱਕ ਬੈਠਾ ਸੀ ਤੇ ਤੁਹਾਨੂੰ ਮੈਂ ਅਪਡੇਸ਼ਨ ਦੇ ਦੇਵਾਂ। ਤੇ ਦਾਸ ਕਹਿੰਦਾ ਹੁੰਦਾ ਹਾਂਜੀ ਦੱਸੋ ਜੀ। ਇੰਨੇ ਟੈਂਕ ਭੇਜੇ, ਇੰਨੇ ਬਰਬਾਦ ਹੋ ਗਏ, ਇੰਜ ਹੋ ਗਿਆ, ਇੰਜ ਹੋ ਗਿਆ। 30 ਸੈਕਿੰਡ ਵਿੱਚ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਦੇ ਦੇਣੀ। ਦਾਸ ਨੇ ਬੇਨਤੀ ਕੀਤੀ ਤੁਹਾਡੀ ਇਨਫੋਰਮੇਸ਼ਨ ਦੇ ਨਾਲ ਮੇਰਾ ਕੋਈ ਭਲਾ ਹੋਇਆ? ਕਹਿੰਦਾ ਨਹੀਂ। ਤੁਸੀਂ ਇਨਫੋਰਮੇਸ਼ਨ ਜੇ ਨਾ ਦਿੰਦੇ ਤੁਹਾਡਾ ਕੋਈ ਨੁਕਸਾਨ ਹੋਣਾ ਸੀ? ਨਹੀਂ। ਉਹ ਫਿਰ ਕਹਿਣ ਲੱਗੇ ਮੈਂ ਮਜਬੂਰ ਹਾਂ, ਜਿਹੜਾ ਮੈਂ ਗਿਆਨ ਹਾਸਲ ਕਰਦਾ ਮੈਨੂੰ ਦੱਸਣਾ ਪੈਂਦਾ, ਜੇ ਮੈਂ ਨਾ ਦੱਸਾਂ ਤੇ ਮੈਨੂੰ ਨੀਂਦ ਨਹੀਂ ਆਉਂਦੀ। ਗਿਆਨ ਦਾ ਭਾਂਡਾ ਉਛਲਣਾ ਸ਼ੁਰੂ ਹੋ ਜਾਂਦਾ ਹੈ, ਡਲਕਦਾ ਹੈ। ਹੁਣ ਜਿਸ ਵੇਲੇ ਤੁਸੀਂ ਕਿਸੇ ਵੀ ਚੀਜ਼ ਦੇ ਬਾਬਤ ਸੁਣਨਾ ਆ, ਸੋਚਣਾ ਆ, ਹੱਦ ਤੋਂ ਹੱਦ 1 ਮਿੰਟ ਦੇ ਵਿੱਚ ਜੋ ਸਾਰੇ ਦਿਨ ਦੀ ਖੇਡ ਰਚੀ ਪਰਮੇਸ਼ਵਰ ਨੇ, ਉਹ 1 ਮਿੰਟ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ। ਹੁਣ ਐਵੇਂ ਟਾਈਮ ਵੇਸਟ ਕਰੀ ਜਾਓ, ਨਿਊਜ਼ 'ਚ ਬਾਰ-ਬਾਰ ਉਹੀ ਗੱਲ ਕਰੀ ਜਾਂਦੇ ਨੇ, ਬਾਰ-ਬਾਰ ਗੱਲ ਕਰੀ ਜਾਂਦੇ ਨੇ। ਟਾਈਮ ਨਾ ਵੇਸਟ ਕਰੋ, ਨਾ ਕਰੋ ਵੇਸਟ। ਆਉਣ ਵਾਲਾ ਸਮਾਂ ਜਿਹੜਾ ਹੈ ਨਾ, ਉਹ ਤੇ ਅਸੀਂ ਸੁਣਦੇ ਆ ਨਾ ਜੀ, ਨਿਊਕਲੀਅਰ ਬੰਬ ਤੋਂ ਵੀ ਵੱਡਾ ਬੰਬ ਸੁੱਟਦਾ ਤੇ ਸਾਡੇ ਸਿਰ ਦੇ ਉੱਤੇ ਮੌਤ ਖੜੀ ਆ। ਉਹ ਤੇ ਇੱਕ ਸਾਡਾ ਸਾਹ ਜਿਸ ਵੇਲੇ ਨਿਕਲਦਾ ਆ, ਉਹ ਤੇ ਅਰਬਾਂ ਖਰਬਾਂ ਹੋਰ ਜ਼ਿਆਦਾ ਪਾਵਰਫੁਲ ਬੰਬ ਸੁੱਟਦੀ ਆ ਮੌਤ, ਤੇ ਸਾਡੇ ਸਵਾਸ ਨੂੰ ਤਬਾਹ ਕਰ ਦਿੰਦੀ ਆ। ਸਾਨੂੰ ਉਹ ਤੇ ਦਿਸਦਾ ਨਹੀਂ ਕੋਈ। ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਤੁਹਾਡੇ ਤੋਂ ਜ਼ਿਆਦਾ ਸਿਆਣੇ ਆ, ਅਸੀਂ ਬਹਾਨੇਬਾਜ਼ੀ ਦੇ ਵਿੱਚ ਮਾਸਟਰ ਆ। ਤੇ ਸੱਚੇ ਪਾਤਸ਼ਾਹ ਹੀ ਕਹਿੰਦੇ ਨੇ ਮੈਂ ਤੇ ਤੈਨੂੰ ਆਪਣਾ ਬਣਾਉਣਾ ਚਾਹੁੰਦਾ, ਤੂੰ ਮੇਰਾ ਬਣ ਜਾਵੇਂ ਤੇ ਤੈਨੂੰ ਮੈਂ ਇਹਨਾਂ ਦੁੱਖਾਂ ਸੰਤਾਪਾਂ ਤੋਂ ਤੈਨੂੰ ਬਚਾ ਲਵਾਂ। ਅਸੀਂ ਕਹਿੰਦੇ ਨਹੀਂ ਨਹੀਂ ਸੱਚੇ ਪਾਤਸ਼ਾਹ, ਅਸੀਂ ਦੁੱਖਾਂ 'ਚ ਹੀ ਰਹਿ ਕੇ ਖੁਸ਼ ਹਾਂ, ਅਸੀਂ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਖੁਸ਼ ਹਾਂ। ਗੁਰੂ ਮਹਾਰਾਜ ਜੀ ਫੇਰ ਗਲਵੱਕੜੀ ਪਾਉਂਦੇ ਨੇ, ਅਸੀਂ ਫੇਰ ਹੱਥ ਛਡਾਉਂਦੇ ਹਾਂ ਕਿ ਗੁਰੂ ਮਹਾਰਾਜ ਜੀ ਕੀ ਕਰਨ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਇਸ ਕਰਕੇ ਗੁਰੂ ਦੀ ਆਵਾਜ਼ ਸੁਣ ਕੇ ਟਾਈਮ ਵੇਸਟ ਨਾ ਕਰੋ। ਨਿਊਜ਼ ਸੁਣ ਕੇ ਜੀ ਦਾਸ ਦੇ ਇੱਕ ਮਾਸਟਰ ਜੀ ਸੀ, ਭਾਈ ਭੁਪਿੰਦਰ ਸਿੰਘ ਜੀ। ਜਿਵੇਂ ਇੱਕ ਸਾਧੂ ਦਿਨ ਰਾਤ ਤਪੱਸਿਆ ਕਰਦਾ, ਦਿਨ ਰਾਤ ਅਖਬਾਰਾਂ ਪੜ੍ਹਦੇ ਹੁੰਦੇ ਸੀ। ਜਗ ਬਾਣੀ ਵੱਖਰੀ ਪੜ੍ਹਨੀ, ਅਜੀਤ ਅਖਬਾਰ ਵੱਖਰੀ ਪੜ੍ਹਨੀ, ਟਰਬਿਊਨ ਵੱਖਰੀ ਪੜ੍ਹਨੀ, ਤੇ ਮਤਲਬ ਕਈ ਤਰ੍ਹਾਂ ਦੀਆਂ ਅਖਬਾਰਾਂ ਉਹਨਾਂ ਨੇ ਪੜ੍ਹਨੀਆਂ। ਤੇ 70 ਸਾਲ ਦੀ ਉਮਰ ਦੇ ਵਿੱਚ ਜਿਸ ਵੇਲੇ ਚੜ੍ਹਾਈ ਕਰਨ ਲੱਗੇ, ਸਰੀਰ ਤਿਆਗਣ ਲੱਗੇ, ਸਾਨੂੰ ਪਤਾ ਲੱਗਾ ਸਾਡਾ ਉਸਤਾਦ ਜੀ ਹਸਪੀਟਲ ਵਿੱਚ। ਦਾਸ ਉੱਥੇ ਗਿਆ ਤੇ ਦਾਸ ਨੇ ਆਖਿਆ ਕਿ ਉਸਤਾਦ ਜੀ ਕੀ ਮਹਿਸੂਸ ਕਰਦੇ ਹੋ? ਪਤਾ ਕੀ ਕਹਿੰਦਾ? ਅੱਜ ਦੀ ਅਖਬਾਰ ਲੈ ਕੇ ਆਈ, ਅੱਜ ਦੀ ਅਖਬਾਰ ਲੈ ਕੇ ਆਈ। ਕੀ ਬਣਿਆ? ਉਹ ਜਿਹੜਾ ਐਕਸੀਡੈਂਟ ਹੋਇਆ ਸੀ ਕੇਰਲਾ ਦੇ ਵਿੱਚ, ਤੇ ਉਹ ਹੁਣ ਮਤਲਬ ਉਹਦੀ ਮਦਦ ਕਿੰਨੇ ਕੀਤੀ, ਕਿਵੇਂ ਕੀਤੀ, ਪ੍ਰਧਾਨ ਮੰਤਰੀ ਨੇ ਕਿੰਨੇ ਪੈਸੇ ਦਿੱਤੇ, ਫਲਾਣੀ ਸਟੇਟ ਨੇ ਕਿੰਨੇ ਪੈਸੇ ਦਿੱਤੇ। ਦਾਸ ਨੇ ਆਖਿਆ ਤੁਹਾਡਾ ਵਕਤ ਆ ਕਰਿਆ, ਰੱਬ ਰੱਬ ਕਰੋ। ਉਹ ਕਹਿੰਦਾ ਅਖਬਾਰ ਲੈ ਕੇ ਆ। ਅਖਬਾਰ ਲੈ ਕੇ ਦਾਸ ਗਿਆ, ਉਹ ਖਬਰ ਪੜ੍ਹੀ ਤੇ ਸਿਰ ਮਾਰ ਕੇ ਕਹਿੰਦਾ ਮੈਂ ਤਾਂ ਬਹੁਤ ਦੁਖੀ ਹੋ ਗਿਆ। ਦਾਸ ਨੇ ਆਖਿਆ ਤੁਸੀਂ ਤੇ ਪਹਿਲਾਂ ਹੀ ਬੜੇ ਦੁਖੀ ਜੇ, ਸਰੀਰ ਤੁਹਾਡਾ ਬਿਮਾਰ, ਕਿਡਨੀਆਂ ਤੁਹਾਡੀਆਂ ਫੇਲ ਹੋ ਗਈਆਂ, ਅੰਦਰ ਪਾਣੀ ਭਰਿਆ ਪਿਆ ਆ। ਡਾਕਟਰ ਕਹਿੰਦਾ ਕਿ ਹੁਣ ਜੇ ਪਾਣੀ ਕੱਢਿਆ ਸਰੀਰ ਦੇ ਵਿੱਚੋਂ ਤੇ ਇਹ ਬੰਦੇ ਨੇ ਚੜਾਈ ਕਰ ਜਾਣਾ। ਉਹ ਕਹਿੰਦਾ ਕਿ ਮੈਂ ਦੂਜਿਆਂ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਬੜਾ ਦੁਖੀ ਹੋ ਜਾਂਦਾ। ਤੇ ਦਾਸ ਨੇ ਮਹਿਸੂਸ ਕੀਤਾ ਲੱਗਦਾ ਅਖਬਾਰਾਂ ਪੜ੍ਹ ਕੇ ਦੀ ਕਿਡਨੀਆਂ ਫੇਲ ਹੋ ਗਈਆਂ। ਤੇ ਵੇਖ ਲਓ ਸਾਰੀ ਉਮਰ ਅਖਬਾਰ ਪੜ੍ਹੀ ਤੇ ਅੰਤਲੇ ਸਮੇਂ ਵਿੱਚ ਵੀ ਉਹ ਅਖਬਾਰ ਹੀ ਪੜ੍ਹਨੀ ਚਾਹੁੰਦਾ, ਨਿਊਜ਼ਪੇਪਰ ਪੜ੍ਹਨਾ ਚਾਹੁੰਦਾ, ਤੇ ਅਖੀਰ ਤੇ ਸਰੀਰ ਤਿਆਗ ਗਿਆ। ਤੇ ਜਦੋਂ ਪਰਿਵਾਰ ਵਾਲੇ ਰੋਏ ਪਿੱਟੇ ਤੇ ਦਾਸ ਨੇ ਆਖਿਆ ਕਿ ਸਿੱਖਿਆ ਲਵੋ ਹੁਣ। ਕੀ? ਮੈਂ ਕਿਹਾ ਇਹ ਨਰਕਾਂ ਦਾ ਹੀ ਵਾਸੀ ਹੋਏਗਾ, ਕਿਉਂਕਿ ਅਖੀਰਲੇ ਸਮੇਂ 'ਚ ਰੱਬ ਦਾ ਨਾਮ ਨਹੀਂ ਨੂੰ ਯਾਦ ਆਇਆ, ਇਹ ਭਟਕੇਗਾ। ਤੁਸੀਂ ਹੁਣ ਨਾਮ ਜਪਣਾ ਸ਼ੁਰੂ ਕਰੋ, ਅਖਬਾਰਾਂ ਬੰਦ ਕਰੋ।
ਅਖਬਾਰਾਂ ਬੰਦ ਕਰੋ। ਜੋ ਬੰਦੇ ਨੇ ਸਾਰੀ ਉਮਰ ਇਕੱਠਾ ਕੀਤਾ, ਅਖੀਰਲੇ ਸਮੇਂ 'ਚ ਉਹੀ ਯਾਦ ਹੁੰਦਾ। ਤੇ ਹੁਣ ਅਸੀਂ 12 ਘੰਟੇ ਨਿਊਜ਼ ਹੀ ਸੁਣੀ ਜਾਂਦੇ ਹਾਂ। 12,000 ਸਵਾਸ ਅਸੀਂ ਵੇਸਟ ਕਰ ਛੱਡੇ। ਤੇ ਉਹੀ 12,000 ਸਵਾਸਾਂ 'ਚ ਜੇ ਅਸੀਂ ਗੁਰਮੰਤਰ ਕਰਦੇ, ਮੂਲ ਮੰਤਰ ਸਾਹਿਬ ਕਰਦੇ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ, ਸ਼੍ਰੀ ਜਪਜੀ ਸਾਹਿਬ ਦਾ ਜਾਪ ਕਰਦੇ, ਤੇ ਵੇਖੋ ਜੀ ਮਹਾਰਾਜ ਨੇ ਕਿੰਨੀ ਕਿਰਪਾ ਵਰਤਾ ਦੇਣੀ ਸੀ। ਨਿਊਜ਼ ਸੁਣਨ ਦੇ ਨਾਲ ਕਿਰਪਾ ਤੇ ਕੀ ਵਰਤਣੀ ਹੈ, ਅਸੀਂ ਵੀ ਦੁਖੀ ਹੋਣਾ, ਨੈਗੇਟਿਵ ਵਾਈਬ੍ਰੇਸ਼ਨਸ ਪੈਦਾ ਹੋਣੀਆਂ ਤੇ ਸਾਰੇ ਘਰ ਦਾ ਮਾਹੌਲ ਖਰਾਬ ਹੋਣਾ। ਆਪਣੇ ਅੰਦਰ ਦੀ ਨਿਊਜ਼ ਦਾ ਤੇ ਪਤਾ ਕੋਈ ਨਹੀਂ, ਕਿੱਥੇ ਕਿੱਥੇ ਤੁਰੇ ਫਿਰਦੇ ਆ, ਅੰਦਰ ਕਿੰਨਾ ਖਲਾਰਾ ਪਿਆ ਹੋਇਆ, ਅੰਦਰ ਜੰਗ ਚੱਲਦੀ ਪਈ ਆ। ਤੇ ਜਿਹੜਾ ਬਾਹਰ ਰਸ਼ੀਆ ਤੇ ਇੱਕ, ਜੇਕਰ ਅਸੀਂ ਵੇਖੀਏ ਨਾ ਗੁਰੂ ਮਹਾਰਾਜ ਜੀ ਦੇ ਬਚਨਾਂ ਅਨੁਸਾਰ, ਇਹ ਤਾਂ ਕੁਝ ਵੀ ਨਹੀਂ। ਇਹ ਤੇ ਹਮਲੇ ਕਰਨੇ ਜਾਣਦਾ ਹੀ ਨਹੀਂ। ਜਿਹੜੇ ਅੰਦਰ 5 ਬੈਠੇ ਹੋਏ ਆ ਨਾ, ਇਹ ਕਰੋੜਾਂ ਹੀ ਜਨਮ ਹੋ ਗਏ ਨੇ, ਇਹਨਾਂ ਨੇ ਕਦੀ ਸਾਨੂੰ ਉੱਪਰ ਸਿਰ ਨਹੀਂ ਚੁੱਕਣ ਦਿੱਤਾ। ਹਰ ਵਾਰੀ ਆਉਂਦੇ ਨੇ ਹਰਾ ਦਿੰਦੇ ਨੇ, ਹਰ ਵਾਰੀ ਆਉਂਦੇ ਨੇ ਹਰਾ ਦਿੰਦੇ ਨੇ। ਤੇ ਹੁਣ ਉਹਨਾਂ ਦੀ ਜਿਹੜੀ ਖੁਰਾਕ ਆ ਉਹ ਸਾਡੀ ਖੁਰਾਕ ਬਣ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਮੈਂ ਆਪਣਾ ਆਪ ਤਿਆਗ ਕੇ ਮੈਂ ਤੇਰੀ ਚਰਣੀ ਲੱਗਾ, ਤੇ ਮੈਂ ਪਿਆਰ ਦੇ ਅਨੁਸਾਰ ਜਿਵੇਂ ਤੂੰ ਹੁਕਮ ਕਰੇ ਮੈਂ ਉਸੇ ਤਰ੍ਹਾਂ ਹੀ ਤੇਰਾ ਬਚਨ ਮੰਨਾਂ, ਬਸ਼ਰਤੇ ਤੂੰ ਗੁਰੂ ਦੇ ਬਚਨ ਨੂੰ ਮੰਨ ਲਵੇਂ। ਲਾਹਾ ਹਰ ਹਰ ਨਾਮ ਮਿਲੈ, ਸਹਜੇ ਨਾਮ ਸਮਾਏ। ਭਾਈ ਆ ਨਿਊਜ਼ ਸੁਣਨ ਦੇ ਨਾਲ, ਜਾਂ ਇੰਸਟਾਗ੍ਰਾਮ, ਫੇਸਬੁੱਕ, ਜਾਂ ਫਿਰ ਹੋਰ ਕਈ ਤਰ੍ਹਾਂ ਦੀਆਂ ਐਪਾਂ ਨੇ ਜੀ, ਮੈਨੂੰ ਤੇ ਹੁਣ ਯਾਦ ਵੀ ਨਹੀਂ, ਸਿੰਘਾਂ ਨੇ ਆ ਕੇ ਦੱਸਿਆ ਵੀ ਇਹ ਐਪਸ ਹੁੰਦੀਆਂ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਕੰਮਾਂ ਦੇ ਨਾਲ ਤੈਨੂੰ ਫਾਇਦਾ ਕੋਈ ਨਹੀਂ ਹੋਣਾ, ਲਾਹਾ ਕੋਈ ਨਹੀਂ ਮਿਲਣਾ। ਪਰਮੇਸ਼ਵਰ ਦਾ ਨਾਮ ਜਪ, ਫਿਰ ਨਾਮ ਜਪ ਜਪ ਕੇ ਤੂੰ ਪਰਮਾਤਮਾ ਵਿੱਚ ਸਮਾ ਜਾਵੇਂਗਾ। ਬਿਨ ਗੁਰ ਮਹਿਲ ਨ ਪਾਈਐ, ਨਾਮ ਨਾ ਪ੍ਰਾਪਤ ਹੋਏ। ਮਹਾਰਾਜ ਜੀ ਕਹਿੰਦੇ ਨੇ ਮੈਂ ਗਾਰੰਟੀ ਦਿੰਦਾ, ਬਿਨਾ ਗੁਰੂ ਧਾਰਨ ਕੀਤਿਆਂ, ਬਿਨਾ ਅੰਮ੍ਰਿਤ ਛਕਿਆ ਤੈਨੂੰ ਰੱਬ ਦਾ ਘਰ ਨਹੀਂ ਮਿਲਣਾ, ਨਹੀਂ ਮਿਲਣਾ ਤੈਨੂੰ ਰੱਬ ਦਾ ਘਰ। ਜਾ ਜਾ ਕੇ 5 ਸਿੰਘਾਂ ਦੀ ਭਾਲ ਕਰ, ਗੁਰੂ ਅੱਗੇ ਤਰਲਾ ਕਰ, ਅੰਮ੍ਰਿਤ ਛਕ ਲੈ, ਸਮਾਂ ਬੜਾ ਭਿਅੰਕਰ ਹੈ। ਤੂੰ ਕਿਵੇਂ ਲਾਪਰਵਾਹੀ ਵਿੱਚ ਜੀਵਨ ਬਤੀਤ ਕਰੀ ਜਾਂਦਾ, ਕਿਵੇਂ ਕਰੀ ਜਾਨੀ ਤੂੰ ਜੀਵਨ ਬਤੀਤ ਅਚੇਤ ਹੋ ਕੇ। ਮਹਾਰਾਜ ਜੀ ਕਹਿੰਦੇ ਨੇ ਬਿਨ ਗੁਰ ਮਹਿਲ ਨਾ ਪਾਈ ਹੈ, ਨਹੀਂ ਮਿਲਣਾ ਤੈਨੂੰ ਥਾਂ, ਨਾਮ ਨਾ ਪ੍ਰਾਪਤ ਹੋਏ, ਰੱਬ ਦਾ ਨਾਮ ਨਹੀਂ ਮਿਲਣਾ, ਗੁਰਮੰਤਰ ਨਹੀਂ ਮਿਲਣਾ। ਬਿਨਾ ਗੁਰੂ ਧਾਰਨ ਕੀਤੇ ਅਸੀਂ ਗੁਰਮੰਤਰ ਜਪੀ ਜਾਈਏ, ਸਾਡੇ ਤੇ ਉਹ ਬਖਸ਼ਿਸ਼ ਨਹੀਂ ਹੋਣੀ ਜੋ ਨਾਮ ਜਪਣ ਤੋਂ ਪਹਿਲਾਂ ਮਹਾਰਾਜ ਜੀ ਦਾ ਹੁਕਮ ਮੰਨ ਕੇ ਹੋਣੀ ਹੈ। ਐਸਾ ਸਤਿਗੁਰ ਲੋੜ ਲੋ, ਜਿਦੂ ਪਾਈਐ ਸੱਚ ਸੋਏ। ਮਹਾਰਾਜ ਜੀ ਕਹਿੰਦੇ ਨੇ ਭਾਈ ਐਸਾ ਪੂਰਨ ਮੁਰਸ਼ਦ, ਪੂਰਨ ਗੁਰੂ ਲੱਭ ਲਓ ਜੋ ਰੱਬ ਦੇ ਵਿੱਚ ਅਭੇਦ ਹੋਵੇ, ਤੇ ਜਿਸ ਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਤ੍ਰਿਪਤੀ ਹੋਵੇ, ਅਸੀਂ ਉਹਦਾ ਨਾਮ ਜਪੀਏ ਜੋ ਉਹਨੇ ਗੁਰਮੰਤਰ ਦਿੱਤਾ ਹੈ। ਫਿਰ ਮਹਾਰਾਜ ਜੀ ਕਹਿੰਦੇ ਨੇ ਜਿੱਦੂ ਪਾਈਐ ਸੱਚ ਸੋਏ, ਜਿਸ ਦੇ ਸ਼ਬਦ ਦੀ ਪ੍ਰਾਪਤੀ ਦੇ ਨਾਲ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏ। ਕਹਿੰਦੇ ਨੇ ਪੂਰਾ ਗੁਰੂ ਧਾਰਨ ਕਰ, ਐਸਾ ਸਤਿਗੁਰੂ ਲੋੜ ਲਹੋ, ਜਿੱਦੂ ਪਾਈਐ ਸੱਚ ਸੋਏ। ਜਿਸ ਨੂੰ ਮਿਲ ਕੇ ਰੱਬ ਮਿਲ ਪਏ, ਥਾਂ ਥਾਂ ਦੇ ਉੱਤੇ ਡੱਡੂਆਂ ਵਾਂਗੂ ਬਹੁਤ ਸਾਰੇ ਆਪੋ ਆਪਣੇ ਡੇਰੇ ਬਣਾਈ ਬੈਠੇ ਨੇ, ਆਪੋ ਆਪਣੀਆਂ ਦਰਗਾਹਾਂ ਬਣਾਈ ਬੈਠੇ ਨੇ। ਪੂਰੇ ਗੁਰੂ ਦੇ ਕੋਲ ਜਾਏਗਾ, ਰੱਬ ਉਹ ਤੈਨੂੰ ਦੇਏਗਾ ਨਾਮ, ਨਾਮ ਦਾ ਪ੍ਰਾਪਤ ਹੋਣਾ, ਰੱਬ ਦਾ ਪ੍ਰਾਪਤ ਹੋਣਾ ਸਮਝ ਕੇ ਕਮਾਈ ਕਰੀ, ਪਰਮਾਤਮਾ ਮਿਲ ਪਏਗਾ। ਅਸੁਰ ਸੰਘਾਰੈ ਸੁਖ ਵਸੈ, ਜੋ ਤਿਸ ਭਾਵੈ ਸੋ ਹੋਏ। ਭਾਈ ਜਿਸ ਵੇਲੇ ਗੁਰੂ ਮਿਲ ਪਏ, ਗੁਰੂ ਦਾ ਸ਼ਬਦ ਮਿਲ ਪਏ, ਫਿਰ ਅਸੁਰ ਸੰਘਾਰ ਹੈ। ਅਸੁਰ ਹੁੰਦਾ ਜੀ ਦੁਸ਼ਟ, ਦੁਸ਼ਟ ਭਾਵ ਕਿ ਜਿਹੜੇ ਆਪਣੇ ਜੀਵਨ ਦੇ ਵਿੱਚ ਕਦੀ ਵੀ ਸੁਰਮਈ ਸੁਖਮਈ ਅਵਸਥਾ ਜਿਉਂਦੇ ਨਹੀਂ। ਅਸੁਰ ਦਾ ਅਰਥ ਆ ਜੀ ਦੈਂਤ, ਰਾਖਸ਼। ਅੰਦਰ ਤੇਰੇ 5 ਰਾਖਸ਼ ਵਸਦੇ ਪਏ ਆ। ਕਿਸੇ ਦੇ ਘਰ ਵਿੱਚ 5 ਚੋਰ ਵੜ ਜਾਣ, ਉਹ ਕਹਿਣ ਕਿ ਤੈਨੂੰ ਮਾਰ ਦੇਣਾ, ਤੇ ਬੰਦਾ ਘਰ ਛੱਡ ਦਿੰਦਾ, ਜਾਂ ਕਹਿੰਦਾ ਇਹਨਾਂ ਨੂੰ ਮਾਰੋ ਤੇ ਇਹਨਾਂ ਨੂੰ ਕੱਢੋ। ਸਾਡੇ ਅੰਦਰ ਜਨਮਾਂ ਜਨਮਾਂਤਰਾਂ ਤੋਂ ਬੜੇ ਹੋਏ ਆ। ਗੁਰੂ ਕਹਿੰਦਾ ਕਿ ਮੈਂ ਤੈਨੂੰ ਗਾਰੰਟੀ ਦਿੰਦਾ ਇਹਨਾਂ ਨੂੰ ਮਾਰ ਦਿੱਤਾ ਜਾਏਗਾ। ਅਸੀਂ ਕਹਿੰਦੇ ਨਾ ਨਾ ਸਾਡੀ ਤੇ ਯਾਰੀ ਹੈ ਇਹਨਾਂ ਨਾਲ, ਅਸੀਂ ਰਲ ਮਿਲ ਕੇ ਰੋਟੀ ਪਾਣੀ ਖਾਂਦੇ ਆ, ਮੈਂ ਇਹਨਾਂ ਦੀ ਗੱਲ ਮੰਨਦਾ ਹੈ, ਮੈਨੂੰ ਕੁਝ ਨਹੀਂ ਕਹਿੰਦੇ। ਗੁਰੂ ਫਿਰ ਦਿਖਾਉਂਦਾ ਕਿ ਤੈਨੂੰ ਲੁੱਟਦੇ ਪਏ। ਜਦੋਂ ਗੁਰੂ ਦਾ ਸ਼ਬਦ ਜਪੇਗਾ ਅਸੁਰ ਸੰਘਾਰ ਹੈ,
ਇਹ ਜੋ 5 ਵਿਸ਼ੇ ਵਿਕਾਰ ਨੇ ਰਾਖਸ਼ ਨੇ ਮਰ ਜਾਣਗੇ, ਮਾਰ ਦਿੱਤੇ ਜਾਣਗੇ। ਸੁੱਖ ਵਸਿਆ ਤਾਂ ਸੁੱਖ ਵਸੇਗਾ, ਜੋ ਤੇ ਸੁਭਾਵ ਹੈ ਸੋ ਹੋਏ। ਤੂੰ ਗੁਰੂ ਨੂੰ ਆਪਣਾ ਅੰਦਰ ਸਮਰਪਿਤ ਕੀਤਾ ਹੈ, ਹੁਣ ਜੋ ਮੇਰੇ ਪਰਮੇਸ਼ਵਰ ਨੂੰ ਭਾਏਗਾ, ਭਾਵ ਉਹਨੂੰ ਹੁਣ ਚੰਗਾ ਲੱਗ ਗਿਆ, ਤੈਨੂੰ ਸਾਰੀ ਤਾਕਤ ਦੇ ਦੇਗਾ, ਗੁਰੂ ਤਾਕਤ ਦੇ ਦੇਗਾ, ਤੂੰ ਅੰਦਰੋਂ ਟਿਕ ਜਾਏਗਾ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਜਿਹੋ ਜਿਹੀ ਭਾਵਨਾ ਤੂੰ ਗੁਰੂ ਦੇ ਅੱਗੇ ਭੇਟਾ ਕਰੇਗਾ, ਜਿਹੋ ਜਿਹਾ ਗੁਰੂ ਨੂੰ ਜਾਣੇਗਾ, ਜਿਹੋ ਜਿਹੀ ਅਰਦਾਸ ਕਰੇਗਾ, ਉਹੋ ਜਿਹਾ ਹੀ ਤੇਰੀ ਝੋਲੀ ਵਿੱਚ ਫਲ ਪੈ ਜਾਏਗਾ। ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ 'ਚ ਰੰਚਕ ਮਾਤਰ ਸ਼ੱਕ ਨਾ ਕਰੀ, ਬਿਲਕੁਲ ਡਾਊਟ ਨਾ ਕਰੀ। ਗੁਰੂ ਕੋਲ ਜਾ ਕੇ ਤੂੰ ਕੁਝ ਮੰਗੇ ਤੇ ਤੈਨੂੰ ਮਿਲੇ ਨਾ, ਹੋ ਹੀ ਨਹੀਂ ਸਕਦਾ। ਇਹੋ ਸਹਿਸਾ, ਇਹ ਸ਼ੰਕਾ ਮੂਲੇ ਨਹੀਂ। ਇਥੇ ਮੂਲੇ ਦਾ ਅਰਥ ਰੰਚਕ ਮਾਤਰ, ਕਿਣਕਾ ਮਾਤਰ, ਅਣੂ ਮਾਤਰ, ਪਰਮਾਣੂ ਮਾਤਰ। ਤੂੰ ਬਿਲਕੁਲ ਵੀ ਸ਼ੰਕਾ ਨਾ ਕਰੀ, ਗੁਰੂ ਕੋਲ ਜਾਵੇਂ ਅਰਦਾਸ ਕਰੇ ਤੇ ਤੈਨੂੰ ਮਿਲੇ ਨਾ, ਹੋ ਹੀ ਨਹੀਂ ਸਕਦਾ। ਭਾਉ ਲਾਏ ਜਨ ਕੋਏ, ਕੋਈ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਗੁਰੂ ਦੇ ਕੋਲ ਜਾ ਕੇ ਮੰਗ ਲਵੇ ਤੇ ਗੁਰੂ ਉਹਦੀਆਂ ਝੋਲੀਆਂ ਭਰ ਦਿੰਦਾ। ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਜਿਵੇਂ ਜਿਵੇਂ ਗੁਰਸਿੱਖ ਵਾਹਿਗੁਰੂ 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 ਜਪੀ ਜਾਂਦਾ ਹੈ, ਜਪੀ ਜਾਂਦਾ ਹੈ, ਸਮਾਂ ਆ ਜਾਂਦਾ ਹੈ ਜੀ ਸਿੱਖ ਗੁਰੂ ਹੋ ਜਾਂਦਾ ਹੈ ਤੇ ਗੁਰੂ ਸਿੱਖ ਹੋ ਜਾਂਦਾ ਹੈ, ਭਾਵ ਕਿ ਇੱਕ ਮਿਕਤਾ ਹੋ ਜਾਂਦੀ, ਅੰਤਰ ਆਤਮੇ ਮਿਲਾਪ ਹੋ ਜਾਂਦਾ ਹੈ। ਫਿਰ ਵੇਖਣ ਨੂੰ ਵੱਖੋ ਵੱਖਰੇ ਲੱਗਦੇ ਨੇ, ਪਰ ਉਹ ਦੋਵੇਂ ਇੱਕ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਫਿਰ ਉਹ ਗੁਰਸਿੱਖ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰਾ ਰੂਪ ਆ, ਖਾਲਸਾ ਮੇਰੋ ਰੂਪ ਹੈ ਖਾਸ। ਤੇ ਖਾਸ ਸ਼ਬਦ ਉਹਦੇ ਵਾਸਤੇ ਵਰਤਿਆ ਜਾਂਦਾ ਜੋ ਸਾਰੀ ਸ੍ਰਿਸ਼ਟੀ ਵਿੱਚ ਉੱਪਰ ਹੋਵੇ, ਖਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਸਮਾਂ ਆਏਗਾ ਤੂੰ ਗੁਰਮੰਤਰ ਜਪਦਾ ਰਹੋ, ਜਪਦਾ ਰਹੋ, ਜਪਦਾ ਰਹੋ, ਜਪਦਾ ਰਹੋ। ਬਿਲਕੁਲ ਵੀ ਤੂੰ ਆਪਣਾ ਇੱਕ ਵਿਸ਼ਵਾਸ ਵਿਅਰਥ ਨਾ ਕਰ, ਵਿਅਰਥ ਨਾ ਕਰ। ਵੱਡੇ ਵੱਡੇ ਬਾਦਸ਼ਾਹ, ਰਾਜੇ, ਮਹਾਰਾਜੇ ਫਕੀਰਾਂ ਦੇ ਅੱਗੇ ਖੜ ਜਾਂਦੇ ਨੇ ਤੇ ਫਕੀਰ ਫਿਰ ਪਰਵਾਹ ਨਹੀਂ ਕਰਦੇ, ਕਹਿੰਦੇ ਜਾ ਭਾਈ ਤੇਰੇ ਕਰਮ ਇੰਨੇ ਚੰਗੇ ਨਹੀਂ ਕਿ ਤੂੰ ਸਾਡੇ ਸਾਹਮਣੇ ਆ ਸਕੇ, ਵਾਪਸ ਚਲਾ ਜਾ। ਫਿਰ ਸਿੱਖ ਐਸੀ ਕਿਰਪਾ ਵਰਤਾ ਦਿੰਦਾ ਹੈ ਜੋ ਗੁਰੂ ਕਿਰਪਾ ਵਰਤਾਉਂਦਾ ਹੈ, ਕਿਉਂਕਿ ਸਿੱਖ ਮਰ ਚੁੱਕਾ ਹੈ, ਸਿੱਖ ਦੀ ਮੌਤ ਹੋ ਚੁੱਕੀ ਹੈ, ਗੁਰੂ ਹੀ ਰਹਿ ਗਿਆ। ਤੇ ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪਾਂ ਸਾਰੇ ਗੁਰੂ ਵਾਲੇ ਹੋ ਕੇ ਜਪਦੇ ਰਹੀਏ ਵਾਹਿਗੁਰੂ 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 ਵਾਹਿਗੁਰੂ। ਸਾਡੇ ਸਾਹਮਣੇ ਕੋਈ ਵੀ ਆਵੇ, ਇੰਨਾ ਕੁ ਅਭਿਆਸ ਕਰੋ, ਇੰਨੇ ਕੁ ਤੁਸੀਂ ਅੰਤਰਾਤਮੇ ਜੁੜ ਜਾਓ, ਦੂਜਾ ਵੀ ਜਪਣਾ ਸ਼ੁਰੂ ਕਰ ਦੇ। ਦੂਜੇ ਨੂੰ ਪਤਾ ਹੀ ਨਾ ਲੱਗੇ ਕਿ ਅੰਦਰ ਚੱਲ ਕੀ ਪਿਆ, ਦੂਜੇ ਦਾ ਅੰਦਰ ਸ਼ਾਂਤ ਹੋ ਜਾਏ, ਦੂਜੇ ਦੇ ਅੰਦਰ ਠੰਡਕ ਵਰਤ ਜਾਏ, ਇੰਨਾ ਕੁ ਜਾਪ ਕਰੋ। ਆਓ ਸਾਧ ਸੰਗਤ ਜੀ ਸ਼ੁਕਰਾਨਾ ਕਰੀਏ ਮਹਾਰਾਜ ਜੀ ਦਾ। ਸਿਮਰਨ ਅਭਿਆਸ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ, ਕੋਈ ਜ਼ਿੰਦਗੀ ਨਹੀਂ ਹੈ, ਕੋਈ ਜ਼ਿੰਦਗੀ ਨਹੀਂ। ਜੀਵਨ ਹੀ ਉਹ ਆ ਜਿਹੜਾ ਜੀਵਨ ਗੁਰੂ ਦੇ ਸ਼ਬਦ ਦੇ ਪ੍ਰਕਾਸ਼ ਵਿੱਚੋਂ ਨਿਕਲਦਾ ਹੈ। ਸਮੂਹ ਸੰਗਤ ਕਿਰਪਾ ਕਰਿਓ ਜੀ। ਵਾਹਿਗੁਰੂ 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 ਵਾਹਿਗੁਰੂ
ਜੇ ਸਾਨੂੰ ਪਤਾ ਲੱਗੇ ਕਿ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਂਦੇ ਨੇ, ਸਾਨੂੰ ਪਤਾ ਲੱਗੇ ਕਿ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ, ਸਾਨੂੰ ਪਤਾ ਲੱਗੇ ਸਾਡੀਆਂ 21 ਕੁਲਾਂ ਦਾ ਉਧਾਰ ਹੋ ਜਾਂਦਾ ਹੈ, ਤੇ ਕਰਨਾ ਕੀ ਹੈ ਜੀ? ਵਾਹਿਗੁਰੂ ਵਾਹਿਗੁਰੂ। ਤੇ ਫਿਰ ਗੁਰਸਿੱਖ ਇੱਕ ਵੀ ਸਾਹ ਨਹੀਂ ਛੱਡਦਾ, ਫਿਰ ਜਪਦਾ ਰਹਿੰਦਾ ਹੈ, ਵਾਹਿਗੁਰੂ 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 ਵਾਹਿਗੁਰੂ। ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ, ਜਪਦੇ ਰਹੋ। ਆਪ ਜੀ ਪ੍ਰੈਕਟੀਕਲ ਦੇਖੋਗੇ, ਅੰਦਰੋਂ ਜਿਸ ਵੇਲੇ ਉਹ ਚਾਨਣ ਦਾ ਸਾਗਰ ਇੱਕਦਮ ਉਛਲੇਗਾ, ਉਸ ਤੋਂ ਬਾਅਦ ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਵੀ ਵਗੇਗੀ। ਗੁਰੂ ਦਾ ਸ਼ੁਕਰਾਨਾ ਨਿਕਲੇਗਾ ਕਿ ਗੁਰੂ ਮਹਾਰਾਜ ਜੀ ਨੇ ਜੁਗਾਂ ਜੁਗਾਂਤਰਾਂ ਦਾ ਤਪੱਸਿਆ ਦਾ ਫਲ ਕੁਝ ਦਿਨਾਂ ਵਿੱਚ ਹੀ ਸਾਡੀ ਝੋਲੀ ਵਿੱਚ ਪਾ ਦਿੱਤਾ। ਤੇ ਕਰਨਾ ਕੀ, ਕਿੰਨਾ ਸੌਖਾ ਕੰਮ ਆ। 1 ਘੰਟੇ ਦਾ ਗੁਰਮੰਤਰ ਨਹੀਂ ਹੈ, ਇਹ ਕੁਝ ਮਾਈਕਰੋ ਸੈਕਿੰਡ ਵਿੱਚ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਸਾਹ ਸਾਹ ਰੋਮ ਰੋਮ ਗੁਰੂ ਗੁਰੂ ਪੁਕਾਰ ਉੱਠੇ। ਗੁਰੂ 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 ਗੁਰੂ, ਗੁਰੂ ਬਿਨਾ ਮੈਂ ਨਾਹੀ ਹੋਰ। ਆਓ ਅੰਤਰੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ ਜੀ। ਸਮੂਹ ਸੰਗਤ ਬਖਸ਼ ਲਿਓ। ਜਿਹਾ ਸਤਿਗੁਰ ਕਰ ਜਾਣਿਆ, ਇਹੋ ਜਿਹਾ ਸੁਖ ਹੋਏ। ਇਹੋ ਸਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਵਾਹਿਗੁਰੂ ਨਾਨਕ ਏਕ ਜੋਤ ਦੋਇ ਮੂਰਤੀ, ਸ਼ਬਦ ਮਿਲਾਵਾ ਹੋਏ। ਜਿਹਾ ਸਤਿਗੁਰ ਕਰ ਜਾਣਿਆ, ਤੇਹੋ ਜਿਹਾ ਸੁਖ ਹੋਏ। ਵਾਹਿਗੁਰੂ ਇਹੋ ਸਹਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਨਾਨਕ ਏਕ ਜੋਤ ਦੋਇ ਮੂਰਤੀ, ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।